ਵਿੱਚ ਮੈਂ ਤੁਹਾਡਾ ਹਾਰਦਿਕ ਸਵਾਗਤ ਕਰਦੀ ਹਾਂ। ਕੁਝ ਉਂਝ ਵੀ ਰਾਹਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੌਖ ਵੀ ਸੀ। ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਦੇ ਰੂਪ ਵਿੱਚ ਕ੍ਰਿਸ਼ਮਾ ਵਾਪਰ ਰਿਹਾ ਹੈ। ਇਸ ਵਰਤਾਰੇ ਨੂੰ ਪੂਰੀ ਦੁਨੀਆ ਦੇ ਸੂਝਵਾਨ ਨੀਜ ਲਗਾ ਕੇ ਵੇਖ, ਵਾਚ ਤੇ ਸਮਝ ਰਹੇ ਹਨ। ਇਸ ਅੰਦੋਲਨ ਨੂੰ ਲਘੂ ਕ੍ਰਾਂਤੀ ਦੀ ਸੰਗਿਆ ਦਿੱਤੀ ਜਾ ਸਕਦੀ ਹੈ। ਇਸ ਨੂੰ ਵਿਸ਼ਵ ਦਾ ਵੱਡਾ ਇਤਿਹਾਸਕ ਸੰਘਰਸ਼ ਆਖ ਸਕਦੇ ਹਾਂ ਤੇ ਇਸ ਨੂੰ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਵੀ ਕਿਹਾ ਜਾ ਸਕਦਾ ਹੈ। ਉਹ ਲੜਾਈ ਜਿਸ ਪ੍ਰਤੀ ਅੜੀਅਲ ਵਤੀਰਾ ਅਜੇ ਜਾਰੀ ਹੈ, ਪਰ ਇਸ ਦੇ ਬਾਵਜੂਦ ਮੈਂ ਸਮਝਦੀ ਹਾਂ ਕਿ ਇਸ ਸੰਘਰਸ਼ ਰਾਹੀਂ ਕੁਝ ਅਜਿਹੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਹਨ ਜਿਨ੍ਹਾਂ ਦੀ ਅਹਿਮੀਅਤ ਸਾਡੇ ਦੇਸ਼ ਦੀ ਲੋਕਾਈ ਲਈ ਅਕੱਥ ਹੈ। ਪਹਿਲੀ ਗੱਲ, ਜਿਸ ਤਸੱਵੁਰ ਨੂੰ ਲੈ ਕੇ ਇਹ ਸੰਘਰਸ਼ ਜਾਰੀ ਹੈ ਤੇ ਕਿਸਾਨ ਲੰਮੇ ਸਮੇਂ ਲਈ ਇਸ ਨੂੰ ਜਾਰੀ ਰੱਖਣ ਲਈ ਵੀ ਤਿਆਰ ਹਨ, ਉਹ ਤਸੱਵੁਰ ਦੂਰ ਦਰਾਜ਼ ਤੱਕ ਦਿਨ ਬ ਦਿਨ ਫੈਲ ਰਿਹਾ ਹੈ। ਜਿਵੇਂ ਜਿਵੇਂ ਇਸ ਨੇ ਹੋਰ ਫੈਲਣਾ ਹੈ, ਉਸ ਸਿਆਸਤ ਨੇ ਬੇਨਕਾਬ ਹੋਈ ਜਾਣਾ ਹੈ ਜਿਸ ਵਿਰੁੱਧ ਇਹ ਮੋਰਚਾ ਡਟਿਆ ਹੋਇਆ ਹੈ। ਦੂਸਰਾ, ਕਿਸਾਨ ਖੇਤੀ ਕਾਨੂੰਨਾਂ ਰਾਹੀਂ ਆਪਣੀ ਹੋਂਦ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਦੀ ਗੱਲ ਕਰ ਰਹੇ ਹਨ ਤੇ ਉਹਨਾਂ ਦੀ ਕਹੀ ਹੋਈ ਹਰ ਗੱਲ ਨੂੰ ਸੁਣਨ ਤੇ ਸਮਝਣ ਵਾਲਿਆਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਤੀਜੀ ਅਹਿਮ ਗੱਲ ਕਿ ਸ਼ਿਸਤ ਲਗਾਈ ਬੈਠੀ ਉਹ ਧਿਰ ਪੂਰੇ ਵਿਸ਼ਵ ਵਿੱਚ ਬੇਨਕਾਬ ਹੋ ਰਹੀ ਹੈ ਜੋ ਦੇਸ਼ ਦੇ ਲੋਕਤਾਂਤਰਿਕ ਢਾਂਚੇ ਨੂੰ ਨਸ਼ਟ ਕਰਨ ਤੇ ਆਰਥਿਕਤਾ ਨੂੰ ਆਪਣੇ ਜਾਲ ਵਿੱਚ ਫਸਾਉਣ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਇੰਨਾ ਕੁਝ ਜੇ ਇਸ ਮੋਰਚੇ ਰਾਹੀਂ ਹਾਸਲ ਹੋ ਚੁੱਕਾ ਹੈ ਤਾਂ ਇਹ ਜਿੱਤ ਵੀ ਬਹੁਤ ਵੱਡੀ ਹੈ। ਕਿਸਾਨ ਮੋਰਚੇ ਦੀਆਂ ਇਹਨਾਂ ਪ੍ਰਾਪਤੀਆਂ ਤੇ ਭਵਿੱਖ ਵਿੱਚ ਪੂਰਨ ਸਫਲਤਾ ਦੀ ਉਮੀਦ ਨੂੰ ਪ੍ਰਤੀਕਾਤਮਕ ਰੂਪ 'ਚ ਹੋਰ ਮਗਾਉਣ ਲਈ, ਹੋਰ ਰੌਸ਼ਨ ਕਰਨ ਲਈ ਅਸੀਂ ਸ਼ਮਾ ਰੌਸ਼ਨ ਕਰਨ ਦੀ ਰਸਮ ਅਦਾ ਕਰਾਂਗੇ। ਮੇਰੀ ਗੁਜ਼ਾਰਿਸ਼ ਹੈ ਪ੍ਰਿੰਸੀਪਲ ਮੈਡਮ ਨੂੰ ਤੇ ਆਏ ਹੋਏ ਮਹਿਮਾਨਾਂ ਨੂੰ ਕਿ ਸ਼ਮਾ ਰੌਸ਼ਨ ਕਰਨ ਦੀ ਰਸਮ ਅਦਾ ਕਰਕੇ ਇਹ ਦੁਆ ਕੀਤੀ ਜਾਵੇ ਕਿ ਇਹ ਕਿਸਾਨ ਸੰਘਰਸ਼ ਆਪਣੀ ਸਫਲਤਾ ਤੱਕ ਪਹੁੰਚੇ। ਸਮਰਥਨ ਵਿੱਚ ਕਾਲਜ ਵੱਲੋਂ ਪਹਿਲਾਂ ਵੀ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। 7 ਫਰਵਰੀ 2020 ਨੂੰ ਕਾਲਜ ਗੇਟ ਤੋਂ BSF ਚੌਂਕ ਤੱਕ ਕਿਸਾਨਾਂ ਦੇ ਹੱਕ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ। 10 ਦਸੰਬਰ 2020 ਨੂੰ ਧੀ ਤੇ ਫਸਲ ਇੱਕ ਸਮਾਨ ਸਿਰਲੇਖ ਅਧੀਨ ਪ੍ਰੋਗਰਾਮ ਕਰਵਾਇਆ ਗਿਆ। 11-12 ਦਸੰਬਰ 2020 ਨੂੰ ਮੈਡਮ ਪ੍ਰਿੰਸੀਪਲ ਤੇ ਸਾਥੀਆਂ ਵੱਲੋਂ ਦਿੱਲੀ ਵਿਖੇ ਸੰਘਰਸ਼ ਵਿੱਚ ਸ਼ਮੂਲੀਅਤ ਕਰਦਿਆਂ ਕਿਸਾਨ ਦੇ ਹੱਕਾਂ ਵਿੱਚ ਆਵਾਜ਼ ਬੁਲੰਦ ਕੀਤੀ ਗਈ। ਕਾਲਜ ਵਿਖੇ ਲੋਹੜੀ ਦਾ ਤਿਉਹਾਰ ਵੀ ਕਿਸਾਨੀ ਅੰਦੋਲਨ ਨੂੰ ਸਮਰਪਿਤ ਕਰਦਿਆਂ ਲੋਕ ਮਾਨਸਿਕਤਾ ਨੂੰ ਦਰਸਾਉਂਦੀਆਂ ਬੋਲੀਆਂ ਟੱਪਿਆਂ ਰਾਹੀਂ ਨਵੇਂ ਲੋਕਧਾਰਾਈ ਢੰਗ ਨਾਲ ਕਿਸਾਨੀ ਹੱਕਾਂ ਦਾ ਨਾਅਰਾ ਲਗਾ ਗਿਆ। ਮਾਨਸਰ ਟੋਲ ਪਲਾਜ਼ਾ ਤੇ ਰੈਲੀ ਵਿੱਚ ਮੈਡਮ ਪ੍ਰਿੰਸੀਪਲ ਤੇ ਸਟਾਫ ਮੈਂਬਰਾਂ ਨੇ ਸ਼ਿਰਕਤ ਕੀਤੀ। 25 ਜਨਵਰੀ 2021 ਨੂੰ ਗਣਤੰਤਰ ਦਿਵਸ ਨੂੰ ਕਿਸਾਨੀ ਰੰਗ ਵਿੱਚ ਮਨਾਉਂਦਿਆਂ ਟਰੈਕਟਰ ਕਾਰ ਰੈਲੀ ਕੱਢੀ ਗਈ। ਕਿਸਾਨੀ ਅੰਦੋਲਨ ਤੇ ਸੈਮੀਨਾਰ ਕਰਵਾਉਂਦਿਆਂ ਇਸ ਦੇ ਵਿਭਿੰਨ ਸਿਧਾਂਤਕ ਪਹਿਲੂਆਂ ਬਾਰੇ ਬੁੱਧੀਜੀਵੀਆਂ ਦੇ ਵਿਚਾਰ ਸੁਣੇ ਗਏ। 4 ਫਰਵਰੀ 2021 ਨੂੰ ਕਿਸਾਨ ਆਗੂਆਂ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਸੇ ਹੀ ਕੜੀ ਵਿੱਚ ਮੈਡਮ ਦੇ ਦਿਸ਼ਾ ਨਿਰਦੇਸ਼ ਵਿੱਚ ਅੱਜ ਦਾ ਕਵੀ ਦਰਬਾਰ ਉਲੀਕਿਆ ਗਿਆ ਹੈ, ਜਿਸ ਦੇ ਆਗਾਜ਼ ਤੋਂ ਪਹਿਲਾਂ ਮੈਂ ਮੈਡਮ ਨੂੰ ਬੇਨਤੀ ਕਰਦੀ ਹਾਂ ਕਿ ਉਹ ਖੁਦ ਆ ਕੇ ਕੁਝ ਵਿਚਾਰ ਇਸ ਵਿਸ਼ੇ ਨਾਲ ਸਾਂਝੇ ਕਰਨ
ਤੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਵੀ ਕਰਨ। ਮੈਡਮ ਪ੍ਰਿੰਸੀਪਲ। कुछ असूलों का नशा था, कुछ असूलों का नशा था, कुछ मुकद्दस ख्वाब थे, हर ज़माने में शहादत के यही असबाब थे। हक सच ते इंसाफ ਲਈ ਦਿੱਲੀ ਦੀਆਂ ਬਰੂਹਾਂ ਤੇ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਸ ਦੇ ਨਾਲ ਇਹ ਸੰਸਥਾ ਸ਼ੁਰੂ ਤੋਂ ਹੀ ਆਪਣੀ ਇਕਜੁੱਟਤਾ ਜਿਹੜੀ ਹੈ ਉਹਨੂੰ ਨਿਰੰਤਰ ਪ੍ਰਗਟ ਕਰ ਰਹੀ ਹੈ। ਔਰ ਉਸੇ ਲੜੀ ਦੇ ਵਿੱਚ ਹੀ ਅੱਜ ਬਹੁਤ ਹੀ ਸੰਵੇਦਨਸ਼ੀਲ ਕਵੀ ਜਿਹੜੇ ਹੈ ਉਹ ਸਾਡੇ ਰੂਬਰੂ ਹੋਏ ਆ। ਔਰ ਪਿਛਲੇ 5 ਮਹੀਨਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਟੋਲ ਪਲਾਜ਼ਾਸ ਤੇ ਰੇਲਵੇ ਟਰੈਕਸ ਤੇ ਹੁਣ ਦਿੱਲੀ ਦੀਆਂ ਹੱਦਾਂ ਦੇ ਉੱਤੇ ਜਿਹੜਾ ਸੰਘਰਸ਼ ਲੜਿਆ ਜਾ ਰਿਹਾ ਹੈ, ਉਹਦੇ ਵੱਖ-ਵੱਖ ਪੱਖ ਜਿਹੜੇ ਆ ਲਗਾਤਾਰ ਸਾਡੇ ਸਾਹਮਣੇ ਵੱਖਰੇ-ਵੱਖਰੇ ਪਹਿਲੂਆਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਉਹ ਸਾਰਾ ਸੰਘਰਸ਼ ਸਾਡਾ। ਔਰ ਜਦੋਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਹੈ, ਸਰਕਾਰ ਦੀਆਂ ਕੋਝੀਆਂ ਚਾਲਾਂ, ਫਾਸ਼ੀਵਾਦੀ ਸਰਕਾਰ ਦੀਆਂ, ਮੈਂ ਕਹਾਂਗੀ ਹਿਟਲਰ ਸ਼ਾਹੀ ਸਰਕਾਰ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਹੈ, ਜਿਹੜਾ ਇਹਨਾਂ ਦੀ ਫਿਰਕੂ ਜ਼ਹਿਨੀਅਤ ਹੈ, ਉਹ ਲਗਾਤਾਰ ਇਸ ਅੰਦੋਲਨ ਨੂੰ ਕੁਚਲਣ ਦੇ ਵਿੱਚ ਹਰ ਹਰਬਾ ਵਰਤ ਰਹੀ ਹੈ। ਕਦੀ ਧਰਮ ਦਾ ਪੱਤਾ ਖੇਲਿਆ ਜਾ ਰਿਹਾ ਹੈ, ਕਦੀ ਸਾਨੂੰ ਖਿੱਤਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਦੀ ਸਾਡੇ ਪੁੱਤਾਂ ਤੇ ਖਾਲਿਸਤਾਨੀ, ਮਾਓਵਾਦੀ, ਨੈਕਸਲਾਈਟ, ਅਰਬਨ ਨਕਸਲ ਔਰ ਟੁਕੜੇ ਟੁਕੜੇ ਗੈਂਗ, ਪਤਾ ਨਹੀਂ ਕਿਸ ਤਰ੍ਹਾਂ ਦੇ ਜਿਹੜੇ ਹੈ ਸਾਡੇ ਤੇ ਇਲਜ਼ਾਮ ਲੱਗ ਰਹੇ ਆ। ਔਰ ਜਦੋਂ ਕੋਈ ਹਰਬਾ ਨਹੀਂ ਇਹਨਾਂ ਦਾ ਚੱਲ ਰਿਹਾ, ਜਦੋਂ ਧਰਮ ਦਾ ਪੱਤਾ ਫੇਲ ਹੋ ਗਿਆ, ਜਦੋਂ ਅਸੀਂ ਸਾਰੇ ਹਿੰਦੁਸਤਾਨੀਆਂ ਨੇ ਦੱਸ ਦਿੱਤਾ ਕਿ ਇਹ ਧਰਮ ਦੀ ਲੜਾਈ ਨਹੀਂ ਹੈ, ਇਹ ਇਸ ਵੇਲੇ ਦੱਬੇ ਕੁਚਲੇ ਤੇ ਮਜ਼ਲੂਮ ਲੋਕਾਂ ਦੀ ਲੜਾਈ ਹੈ, ਜਦੋਂ ਅਸੀਂ ਇਹ ਵੀ ਸਾਬਤ ਕਰ ਦਿੱਤਾ ਕਿ ਖਿੱਤਿਆਂ ਦੀ ਲੜਾਈ ਨਹੀਂ ਹੈ, ਪੂਰੇ ਦਾ ਪੂਰਾ ਹਿੰਦੁਸਤਾਨ ਇਸ ਵੇਲੇ ਇਕਜੁੱਟ ਹੋਇਆ ਹੈ ਆਪਣੇ ਹੱਕਾਂ ਦੇ ਲਈ। ਔਰ ਫਿਰ ਸਰਕਾਰ ਨੇ ਸਾਡੇ ਪੁੱਤਾਂ ਵਾਲਾ ਜਿਹੜਾ ਹੈ ਉਹ ਵੀ ਮੈਂ ਦੱਸ ਦਿਆਂ ਕਿ ਅਸੀਂ ਆਪਣੇ ਤੇ ਲੱਗਾ ਜਿਹੜਾ ਧੱਬਾ ਹੈ, ਸਾਡੇ ਨੌਜਵਾਨਾਂ ਨੇ ਬੜੇ ਸੰਜਮ ਦੇ ਨਾਲ ਔਰ ਬੜੇ ਇੱਕ ਪੂਰੇ ਜ਼ਾਬਤੇ 'ਚ ਰਹਿ ਕੇ ਉਹ ਵੀ ਦੱਸ ਦਿੱਤਾ ਕਿ ਅਸੀਂ ਕੌਣ ਹਾਂ, ਪੰਜਾਬੀ, ਔਰ ਸਾਡੀ ਕਿਸ ਤਰ੍ਹਾਂ ਦੀ ਵਿਰਾਸਤ ਹੈ। ਉਸ ਤੋਂ ਬਾਅਦ ਸਾਡੇ ਸੁਪਰੀਮ ਕੋਰਟ ਦੇ ਜਿਹੜੇ ਹੈ ਭਰਮਾਊ ਫੈਸਲੇ ਤੁਹਾਡੇ ਸਾਹਮਣੇ ਹੀ ਆ ਸਾਰਿਆਂ ਦੇ ਜਿਹੜੇ ਕਰਵਾਏ ਗਏ ਆ। ਔਰ ਕਾਰਪੋਰੇਟ ਘਰਾਨਿਆਂ ਦੇ ਚਹੇਤਿਆਂ ਦੀ ਕਮੇਟੀ ਬਣਾਈ ਗਈ ਹੈ। ਔਰ ਫਿਰ 26 ਜਨਵਰੀ ਦੇ ਵਿੱਚ ਜੋ ਕਾਰਾ ਵਾਪਰਿਆ, 25 ਤਰੀਕ ਨੂੰ ਆਪਾਂ ਸਾਰੇ ਹੀ ਹਿੰਦੁਸਤਾਨੀ, ਖਾਸ ਤੌਰ 'ਤੇ ਪੰਜਾਬੀ, ਅਸੀਂ ਸਾਰੇ ਹੀ, ਕਿਉਂਕਿ ਅਸੀਂ ਮੁੱਢ ਤੋਂ ਹੀ ਜੁੜੇ ਹੋਏ ਹਾਂ ਇਸ ਅੰਦੋਲਨ ਦੇ ਨਾਲ ਔਰ ਅਸੀਂ ਸ਼ੁਰੂ ਕਰਨ ਵਾਲੇ ਹਾਂ ਇਸ ਅੰਦੋਲਨ ਨੂੰ, ਔਰ ਸਾਰੇ ਹਿੰਦੁਸਤਾਨ 'ਚ ਇਸ ਅੰਦੋਲਨ ਦੀ ਜਾਗ ਲਾਉਣ ਵਾਲੇ ਅਸੀਂ ਪੰਜਾਬੀ ਹਾਂ। ਇਸ ਕਰਕੇ ਅਸੀਂ ਸਾਰੇ ਬੜੇ 25 ਨੂੰ ਫਿਕਰਮੰਦ ਸੀਗੇ ਕਿ ਕੁਛ ਨਾ ਕੁਛ ਕੋਝੀ ਚਾਲ ਜਿਹੜੀ ਹੈ ਜ਼ਰੂਰ ਚੱਲੀ ਜਾਏਗੀ। ਔਰ ਉਹੀ ਭਾਣਾ ਵਰਤਿਆ, ਸਾਡੇ ਕੁਛ ਨੌਜਵਾਨਾਂ ਨੂੰ ਵਰਗਲਾ ਕੇ ਸਰਕਾਰ ਨੇ ਜਿਹੜਾ ਹੈ ਲਾਲ ਕਿਲੇ ਦਾ ਰਾਹ ਖੋਲ੍ਹ ਕੇ ਸਾਨੂੰ ਅੰਨੇ ਖੂਹ 'ਚ ਸੁੱਟਣ ਦੀ ਕੋਸ਼ਿਸ਼ ਕੀਤੀ। ਔਰ ਉਸ ਵੇਲੇ ਜਿਹੜਾ ਗੋਦੀ ਮੀਡੀਆ ਹੈ ਜਿੱਦਾਂ ਚੀਕ ਚੀਕ ਕੇ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਸੀ, ਉਸ ਵੇਲੇ ਅਸੀਂ ਸਾਰੇ ਹੀ ਬੜੇ ਫਿਕਰਮੰਦ ਸੀ। ਔਰ ਸਾਨੂੰ ਸਰਕਾਰ ਨੂੰ ਤਾਂ ਲੱਗਣਾ ਹੀ ਸੀ, ਸਾਨੂੰ ਵੀ ਲੱਗ ਰਿਹਾ ਸੀ ਕਿ ਸਾਡਾ ਅੰਦੋਲਨ ਤਾਰ-ਤਾਰ ਹੋ ਗਿਆ ਔਰ ਬਹੁਤ ਘਬਰਾਹਟ ਸੀ ਉਸ ਵੇਲੇ ਸਾਨੂੰ ਸਾਰਿਆਂ ਨੂੰ ਹੀ। ਪਰ ਖੁਸ਼ਕਿਸਮਤੀ ਸਾਡੀ, ਮੈਂ ਸ਼ੁਰੂ ਤੋਂ ਕਹਿੰਦੀ ਹਾਂ ਕਿ ਕੋਈ ਅਗੰਮੀ ਤਾਕਤ ਹੈ ਔਰ ਸਾਡੀ ਸੁਚੱਜੀ ਲੀਡਰਸ਼ਿਪ ਦੀ ਅਗਵਾਈ ਹੈ ਕਿ ਕ੍ਰਿਸ਼ਮਾ ਵਾਪਰਿਆ ਔਰ ਟਕੈਤ ਸਾਹਿਬ ਦੇ ਹੰਝੂਆਂ ਨੂੰ ਲੋਕਾਂ ਨੇ ਹੱਥਾਂ 'ਤੇ ਬੋਝ ਲਿਆ, ਹੱਥਾਂ 'ਤੇ ਬੋਝ ਲਿਆ ਲੋਕਾਂ ਨੇ, ਜ਼ਮੀਨ 'ਤੇ ਡਿੱਗਣ ਨਹੀਂ ਦਿੱਤੇ ਉਹ ਹੰਝੂ। ਔਰ ਪਲਾਂ ਦੇ ਵਿੱਚ ਹੀ 1-2 ਘੰਟਿਆਂ ਦੇ ਵਿੱਚ ਹੀ ਅੰਦੋਲਨ ਫਿਰ ਜਿਹੜਾ ਹੈ ਉਹ ਪੈਰਾਂ ਸਿਰ ਹੋ ਗਿਆ। ਔਰ 26 ਦੇ ਝਟਕੇ ਤੋਂ ਬਾਅਦ ਇਹ ਅੰਦੋਲਨ ਜਿਹੜਾ ਹੈ ਅੱਜ ਹੋਰ ਵੀ ਜ਼ਿਆਦਾ ਜੋਸ਼ ਤੇ ਹੋਸ਼ ਦੇ ਨਾਲ ਜਿਹੜਾ ਹੈ ਆਪਣੀ ਬੁਲੰਦੀ ਵੱਲ ਨੂੰ ਤੁਰ ਰਿਹਾ ਆ। ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈ ਲਾਮਬੰਦੀ ਕੀਤੀ ਜਾ ਰਹੀ ਹੈ ਦ੍ਰਿੜਤਾ ਦੇ ਨਾਲ ਇਸ ਅੰਦੋਲਨ ਨੂੰ ਚਲਾਉਣ ਦੇ ਲਈ। ਔਰ ਪੂਰਾ ਕੱਲ੍ਹ ਦੀ ਜਿਹੜੀ ਮਹਾਪੰਚਾਇਤ ਹੈ ਉਹ ਇਸ ਗੱਲ ਦੀ ਗਵਾਹੀ ਹੈ ਕਿ ਹਿੰਦੁਸਤਾਨ ਦਾ ਚੱਪਾ ਚੱਪਾ ਅੱਜ ਜਾਗ ਚੁੱਕਾ ਆ। ਔਰ ਮੈਂ ਬਹੁਤੀਆਂ ਗੱਲਾਂ ਨਹੀਂ ਕਰਾਂਗੀ ਕਿਉਂਕਿ ਸਾਰੇ ਹੀ ਅਸੀਂ ਜਾਣਦੇ ਹਾਂ ਅੰਦੋਲਨ ਬਾਰੇ। ਮੈਂ ਸਿਰਫ ਇੰਨਾ ਕਹਾਂਗੀ ਕਿ ਨੈਤਿਕ ਤੌਰ 'ਤੇ ਹਰ ਪੈਰ 'ਤੇ ਸਰਕਾਰ ਹਾਰ ਚੁੱਕੀ ਹੈ ਔਰ ਅਸੀਂ ਇਖਲਾਕੀ ਤੌਰ 'ਤੇ ਪੂਰੀ ਤਰ੍ਹਾਂ ਜਿੱਤ ਚੁੱਕੇ ਹਾਂ। ਪਰ ਅਸੀਂ ਸਾਰੇ ਪੂਰੇ ਸਬਰ ਦੇ ਨਾਲ, ਸੰਜਮ ਦੇ ਨਾਲ, ਸੰਤੋਖ ਦੇ ਨਾਲ ਉਸ ਜਿੱਤ ਦੇ ਐਲਾਨ ਦੀ ਉਡੀਕ ਕਰ ਰਹੇ ਹਾਂ। हम परवरिशे लोहे कलम करते रहेंगे, हम परवरिशे लोहे कलम करते रहेंगे, जो दिल पे गुजरती है रकम करते रहेंगे। और जे मैं ਸਾਹਿਤ ਤੇ ਸਮਾਜ ਦੇ ਡੂੰਘੇ ਰਿਸ਼ਤੇ ਦੀ ਗੱਲ ਕਰਾਂ
ਤੇ ਸਮੇਂ-ਸਮੇਂ ਚੱਲੀਆਂ ਸਾਰੀਆਂ ਲਹਿਰਾਂ ਜਿਹੜੀਆਂ ਆ ਉਹਨਾਂ ਦੇ ਵਿੱਚੋਂ ਬੜਾ ਨਿੱਘਰ ਤੇ ਬੜਾ ਇਨਕਲਾਬੀ ਸਾਹਿਤ ਹਮੇਸ਼ਾ ਨਿਕਲਦਾ ਰਿਹਾ ਆ। ਔਰ ਇਸ ਅੰਦੋਲਨ ਦੀ ਵੀ ਸਭ ਤੋਂ ਵੱਡੀ ਪ੍ਰਾਪਤੀ, ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਨੇ, ਪਰ ਇੱਕ ਵੱਡੀ ਪ੍ਰਾਪਤੀ ਇਹ ਵੀ ਹੈ ਕਿ ਜ਼ਿੰਦਗੀ ਨਾਲ ਜੁੜਿਆ ਹੋਇਆ ਜਿਹੜਾ ਸਾਹਿਤ ਹੈ ਉਹ ਸਾਹਿਤਕਾਰਾਂ ਦੇ ਧੁਰ ਅੰਦਰੋਂ ਨਿਕਲ ਰਿਹਾ ਹੈ। ਉਹ ਜਿਹੜਾ ਦਰਦ ਹੈ ਨਾ ਅੰਦਰ ਸਾਡੇ ਸਾਰਿਆਂ ਦੇ, ਉਹ ਇੱਕ ਹੂਕ ਬਣ ਕੇ ਨਿਕਲ ਰਿਹਾ, ਸਾਡੇ ਅੰਦਰੋਂ ਬਾਹਰ ਆ ਰਿਹਾ ਆ। ਔਰ ਪੂਰੇ ਦਾ ਪੂਰਾ ਜਿਹੜਾ ਸਾਹਿਤ ਹੈ ਇਸ ਵੇਲੇ ਰਚਿਆ ਜਾ ਰਿਹਾ, ਜਦੋਂ ਅਸੀਂ ਉਹਨੂੰ ਦੇਖੀਏ ਤੇ ਲੱਗਦਾ ਹੈ ਕਿ ਵਾਕਿਆ ਹੀ ਇਹ ਅੰਦੋਲਨ ਜਿੱਥੇ ਇਤਿਹਾਸ ਸਿਰਜੇਗਾ, ਇਸ ਸਾਹਿਤ ਦੇ ਉੱਤੇ ਵੀ ਆਉਣ ਵਾਲੇ ਸਮੇਂ 'ਚ ਰਿਸਰਚ ਹੋਏਗੀ, PhD ਦੀਆਂ ਡਿਗਰੀਜ਼ ਦਿੱਤੀਆਂ ਜਾਣਗੀਆਂ। ਔਰ ਅੱਜ ਜਿਸ ਤਰ੍ਹਾਂ ਦਾ ਮਾਹੌਲ ਹੈ ਸਾਡੇ ਦੇਸ਼ ਦੇ ਵਿੱਚ, ਬੜੇ ਖਤਰਨਾਕ ਦੌਰ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਸਾਡੇ ਖਾਣ ਪੀਣ 'ਤੇ, ਸਾਡੇ ਪਹਿਨਣ 'ਤੇ, ਸਾਡੇ ਸੋਚਣ 'ਤੇ, ਸਾਡੇ ਵਿਚਾਰਾਂ ਦੇ ਪ੍ਰਗਟਾਵੇ 'ਤੇ ਪਾਬੰਦੀਆਂ ਲੱਗ ਰਹੀਆਂ ਆ। ਸੂਰਜਾਂ ਦੇ ਸਰਨਾਵੇਂ ਕਤਲ ਹੋ ਰਿਹਾ। ਦੇਖੋ ਕਿਸ ਤਰ੍ਹਾਂ ਮੈਨੂੰ ਲੱਗਦਾ ਹੁੰਦਾ ਦਾਨਸ਼ਵਰੋ ਕਿ ਅੱਜ ਸੰਵਾਦ ਬਹੁਤ ਵੱਡੇ ਖਤਰੇ 'ਚ ਹੈ। ਔਰ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿ ਸੱਤਾਧਾਰੀ ਧਿਰ ਜਿਹੜੀ ਹੈ ਉਹਦੇ ਖਿਲਾਫ ਅਸਹਿਮਤੀ ਪ੍ਰਗਟ ਕਰਨ ਦਾ ਕਿਸੇ ਕੋਲ ਹੱਕ ਨਹੀਂ ਹੈ। ਔਰ ਇੱਦਾਂ ਦੇ ਮਾਹੌਲ ਦੇ ਵਿੱਚ ਬੌਧਿਕ ਵਿਕਾਸ ਰੁਕ ਜਾਂਦਾ ਆ। ਔਰ ਫਿਰ ਅੱਜ ਸਮਾਂ ਆ ਕਿ ਜਾਗਦੀ ਜ਼ਮੀਰ ਵਾਲੇ ਲੋਕ ਜਿਹੜੇ ਹਾਂ, ਅਸੀਂ ਸੰਵੇਦਨਸ਼ੀਲ ਲੋਕ ਜਿਹੜੇ ਹਾਂ, ਸੋਚਵਾਨ ਲੋਕ ਜਿਹੜੇ ਹਾਂ, ਅਸੀਂ ਚਿੰਤਤ ਵੀ ਹੋਈਏ ਇਸ ਹਾਲਾਤ ਤੇ ਚਿੰਤਨਸ਼ੀਲ ਵੀ ਹੋਈਏ। ਔਰ ਉਸੇ ਚਿੰਤਾ ਦੇ ਵਿੱਚੋਂ ਹੀ ਅੱਜ ਦਾ ਜਿਹੜਾ ਕਵੀ ਦਰਬਾਰ ਹੈ ਇਹ ਉਲੀਕਿਆ ਗਿਆ ਹੈ। ਔਰ ਸਾਰੇ ਹੀ ਕਵੀ, ਜਦੋਂ ਤੁਸੀਂ ਇਹਨਾਂ ਦੀਆਂ ਰਚਨਾਵਾਂ ਸੁਣੋਗੇ, ਸਾਰੇ ਹੀ ਕਵੀ ਜਿਹੜੇ ਹੈ ਇਹਨਾਂ ਦੇ ਅੰਦਰ ਵਿਚਾਰਧਾਰਕ ਪ੍ਰਤੀਬੱਧਤਾ ਹੈ, ਖਿਆਲਾਂ ਦੀ ਪੁਖਤਗੀ ਹੈ, ਵਿਚਾਰਾਂ ਦੀ ਗਹਿਰਾਈ ਹੈ। ਸਿਰਫ ਵਿਸ਼ੇ ਪੱਖੋਂ ਹੀ ਮਾਹਰ ਨਹੀਂ ਹੈ, ਭਾਸ਼ਾ ਵੀ ਇਹਨਾਂ ਤੇ ਬਹੁਤ ਮਿਹਰਬਾਨ ਹੈ। ਔਰ ਇਹਨਾਂ ਸਾਰਿਆਂ ਤੇ ਹੀ ਸਰਸਵਤੀ ਬਹੁਤ ਮਿਹਰਬਾਨ ਹੈ। ਕੱਲੇ ਕੱਲੇ ਦੀ ਜੇ ਮੈਂ ਗੱਲ ਕਰਨ ਲੱਗਾ, ਸੰਦੀਪ ਮੇਰੇ ਸਾਹਮਣੇ ਬੈਠੇ ਆ, ਅਸੀਂ ਇੱਕ ਵਾਰੀ ਇਕੱਠੇ ਡਿਊਟੀਆਂ ਕੀਤੀਆਂ ਸੀ। ਔਰ ਮੈਂ ਅੱਜ ਵੀ ਗੱਲ ਕਰ ਰਹੀ ਸੀ ਕਿ ਮੈਂ ਹੈਰਾਨ ਹੋ ਗਈ। ਮੇਰੇ ਖਿਆਲ ਅੱਜ ਤੋਂ 15 ਸਾਲ ਪਹਿਲਾਂ ਜਦੋਂ ਇਹ ਬਹੁਤ ਛੋਟੀ ਉਮਰ 'ਚ ਹੋਣੇ ਆ, ਮੈਂ ਉਦੋਂ ਸੋਚਦੀ ਸੀ ਕਿ ਇੰਨਾ ਛੋਟਾ ਨੌਜਵਾਨ ਜਿਹੜਾ ਹੈ, ਇੰਨੀ ਗਹਿਰਾਈ ਹੈ ਇਹਦੇ ਖਿਆਲਾਂ ਦੇ ਵਿੱਚ, ਇੰਨੀ ਖੂਬਸੂਰਤ ਇਹਦੀ ਕਲਮ ਜਿਹੜੀ ਹੈ ਕਿ ਹਮੇਸ਼ਾ ਜਿਹੜੀ ਹੈ ਸੋਹਣੇ ਸੁਨੱਖੇ ਸਮਾਜ ਦੀ ਸਿਰਜਣਾ ਕਰਨ ਵੱਲ ਵੱਧਦੀ ਹੈ। ਮੈਂ ਸਲਾਮ ਕਰਦੀ ਹਾਂ ਤੁਹਾਨੂੰ। ਡਾਕਟਰ ਮੁਖਬੀਰ ਸਿੰਘ ਹੋਰੀ ਜਿਹੜੇ ਸਾਡੇ ਦਰਮਿਆਨ ਹੈ, ਇਹਨਾਂ ਦਾ ਵੀ ਜਿਹੜਾ ਕੰਮ ਹੈ ਸਾਰਾ ਇਨਕਲਾਬੀ ਕੰਮ ਹੈ। ਔਰ ਸਾਰੀ ਕਵਿਤਾ ਜਿਹੜੀ ਹੈ ਇਨਕਲਾਬ ਨੂੰ ਹੀ ਸਮਰਪਿਤ ਹੈ ਇਹਨਾਂ ਦੀ। ਰਾਮ ਮੂਰਤੀ ਹੋਰਾਂ ਲਈ ਗੱਲ ਕਰਨ ਲਈ ਸੱਚੀ ਮੇਰੇ ਕੋਲ ਸ਼ਬਦ ਨਹੀਂ ਹੈ। ਜਦੋਂ ਤੁਸੀਂ ਸੁਣੋਗੇ ਰਾਮ ਮੂਰਤੀ ਨੂੰ, ਮੈਂ ਹੈਰਾਨ ਹੁੰਦੀ ਹਾਂ ਔਰ ਕਦੀ ਕਦੀ ਸੱਚੀ ਈਰਖਾ ਵੀ ਹੁੰਦੀ ਹੈ ਕਿ ਇੰਨਾ ਸੋਹਣਾ ਲਿਖਣ ਵਾਲਾ ਔਰ ਆਵਾਜ਼ ਵੀ ਔਰ ਅੰਦਾਜ਼ ਵੀ ਜਿਹੜਾ ਹੈ, ਕਾਸ਼ ਸਾਡੇ ਕੋਲ ਵੀ ਇੱਦਾਂ ਦਾ ਅੰਦਾਜ਼ ਹੁੰਦਾ। ਬਹੁਤ ਖੂਬਸੂਰਤ ਆਵਾਜ਼ ਦਾ ਮਾਲਕ ਹੈ ਔਰ ਬਹੁਤ ਪਿਆਰਾ ਬੱਚਾ ਹੈ ਸਾਡਾ ਸਟੂਡੈਂਟ ਵੀ ਹੈ DAV ਕਾਲਜ ਦਾ ਇਹ ਬੱਚਾ। ਔਰ ਮੈਂ ਬਹੁਤ ਸਾਰੇ ਪਿਆਰ ਦੇ ਨਾਲ ਇਹਨਾਂ ਨੂੰ ਮੈਂ ਇੱਥੇ ਜੀ ਆਇਆਂ ਕਹਿੰਦੀ ਹਾਂ। ਕੁਲਜੀਤ ਮੇਰੀ ਸਖੀ ਵੀ ਹੈ, ਬਹੁਤ ਸੋਹਣਾ ਲਿਖਦੀ ਹੈ, ਇਨਕਲਾਬੀ ਪਰਿਵਾਰ 'ਚੋਂ ਹੈ ਔਰ ਮੋਹਰੀ ਹੈ ਹਮੇਸ਼ਾ, ਮੋਹਰੀ ਹੋ ਕੇ ਜਿਹੜਾ ਹੈ ਹਮੇਸ਼ਾ ਜਿਹੜਾ ਹੈ ਜ਼ਬਰ ਜ਼ੁਲਮ ਦੇ ਖਿਲਾਫ ਝੰਡਾ ਚੁੱਕਣ ਵਾਲਿਆਂ ਦੇ ਵਿੱਚੋਂ ਹੈ। ਔਰ ਬਿਲਕੁਲ ਉਸੇ ਤਰ੍ਹਾਂ ਹੀ ਨਵਰੂਪ ਮੇਰੀ ਬੜੀ ਪਿਆਰੀ ਖੂਬਸੂਰਤ ਸਖੀ। ਔਰ ਮੈਂ ਹਮੇਸ਼ਾ ਇਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਸੋਹਣੇ ਲੋਕ ਜਿਹੜੇ ਹੈ ਇਹਨਾਂ ਦੇ ਦਿਲ ਵੀ ਬੜੇ ਸੋਹਣੇ ਹੁੰਦੇ ਆ। ਜਿੱਦਾਂ ਪ੍ਰੋਮਿਲਾ ਮੈਮ ਵੀ ਸਾਡੇ ਸਾਹਮਣੇ ਬੈਠੇ ਹੈ, ਬੜੇ ਖੂਬਸੂਰਤ ਪਰਸਨੈਲਿਟੀਜ਼ ਬੈਠੀਆਂ। ਨਵਰੂਪ ਵੀ ਬਹੁਤ ਸੋਹਣਾ ਲਿਖਦੀ ਹੈ। ਇਹਨਾਂ ਦੀ ਕਿਤਾਬ ਪਿੱਛੇ ਆਈ, ਆਪਾਂ ਸਾਰਿਆਂ ਨੇ ਹੀ ਪੜ੍ਹੀ ਸੀ। ਰੁਪਿੰਦਰ ਮੈਮ ਨੇ ਖਾਸ ਤੌਰ 'ਤੇ ਮੈਨੂੰ ਕਿਹਾ ਸੀ ਕਿ ਜਦੋਂ ਨਵਰੂਪ ਆਈ ਮੈਨੂੰ ਜ਼ਰੂਰ ਮਿਲਾਉਣਾ। ਅੱਜ ਉਹਨਾਂ ਨੂੰ ਕਿਸੇ ਮਜਬੂਰੀ ਕਰਕੇ ਛੁੱਟੀ ਲੈਣੀ ਪੈ ਗਈ। ਡਾਕਟਰ ਬਲਜੀਤ ਮੈਡਮ ਮੇਰੇ ਸਾਹਮਣੇ ਬੈਠੇ ਨੇ, ਮੇਰੇ ਰੱਬ ਵਰਗੇ ਗੁਰੂ, ਔਰ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜੀਣੀ ਸਿਖਾਈ ਔਰ ਹਮੇਸ਼ਾ ਜਿਹੜਾ ਹੈ ਸੱਚ ਦੇ ਨਾਲ ਖੜੇ ਹੋਣਾ ਸਿਖਾਇਆ, ਇਮਾਨਦਾਰੀ ਦੇ ਨਾਲ ਜ਼ਿੰਦਗੀ ਬਸਰ ਕਰਨੀ ਸਿਖਾਈ। ਔਰ ਮੈਂ ਅੱਜ ਫਿਰ ਇਸ ਸਟੇਜ ਤੋਂ ਇਹ ਗੱਲ ਮਾਣ ਨਾਲ ਕਹਿੰਦੀ ਹਾਂ ਕਿ ਮੈਂ ਜ਼ਿੰਦਗੀ 'ਚ ਜੋ ਕੁਛ ਵੀ ਹਾਂ ਆਪਣੇ ਰੱਬ ਵਰਗੇ ਗੁਰੂਆਂ ਦੀ ਬਦੌਲਤ ਹਾਂ। ਮੈਂ ਇੱਥੇ ਆਪਣੇ ਗੁਰੂ ਮਾਸਟਰ ਜੋਤ ਸਿੰਘ ਹੋਰਾਂ ਨੂੰ ਵੀ ਸਲਾਮ ਕਰਦੀ ਹਾਂ, ਜਿਹੜੇ ਪਿਛਲੇ 5 ਮਹੀਨਿਆਂ ਤੋਂ ਮਾਨਸਰ ਟੋਲ ਪਲਾਜ਼ਾ 'ਤੇ ਡਟੇ ਹੋਏ ਆ। ਔਰ 27 ਵਾਲਾ ਜਿਹੜਾ ਜਥਾ ਸੀ, ਪਹਿਲਾ ਜਥਾ ਜਿਹਨੇ ਉਹ ਸਾਰੀਆਂ ਜਿਹੜੀਆਂ ਰੁਕਾਵਟਾਂ ਜਿਹੜੀਆਂ ਹੈ ਉਹਨਾਂ ਨੂੰ ਫਤਿਹ ਕੀਤਾ ਸੀ, ਉਸ ਜਥੇ ਦੀ ਉਹ ਅਗਵਾਈ ਕਰ ਰਹੇ ਸੀ। 87 ਸਾਲ ਦੇ ਹੈ, ਇੱਕ ਦਿਨ ਵੀ ਘਰ ਨਹੀਂ ਗਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਹੀ ਸੌਂਦੇ ਆ, ਉੱਥੇ ਹੀ ਰਹਿੰਦੇ ਆ। ਮੈਂ ਅੱਜ ਭਾਵੇਂ ਮੇਰੇ ਦਰਮਿਆਨ ਨਹੀਂ ਹੈ, ਮੈਂ ਇੱਥੇ ਵੀ ਉਹਨਾਂ ਦੇ ਸਿਦਕ ਨੂੰ, ਉਹਨਾਂ ਦੇ ਸਿਰੜ ਨੂੰ, ਉਹਨਾਂ ਦੇ ਹੌਸਲੇ ਨੂੰ ਸਲਾਮ ਕਰਦੀ ਹਾਂ। ਡਾਕਟਰ ਤਜਿੰਦਰ ਸਾਡੇ ਦਰਮਿਆਨ ਨੇ, ਬਹੁਤ ਹੀ ਕ੍ਰੀਏਟਿਵ ਔਰ ਬਹੁਤ ਹੀ ਖੂਬਸੂਰਤ ਲਿਖਣ ਵਾਲੇ, ਇਹਨਾਂ ਦੀ ਕਲਮ ਨੂੰ ਮੇਰਾ ਸਲਾਮ ਹੈ। ਸੀਮਾ ਦੀਦੀ ਮੇਰੇ ਕੋਲ ਬੈਠੇ ਨੇ। ਔਰ ਮੈਂ ਇੱਥੇ ਖਾਲਸਾ ਕਾਲਜ ਜਦੋਂ ਆਈ, KMB 'ਚ ਅਸੀਂ ਇਕੱਠੇ ਸੀ
ਔਰ ਮੈਂ ਇਹਨਾਂ ਨੂੰ ਹਮੇਸ਼ਾ ਦੱਸਦੀ ਰਹਿੰਦੀ ਹਾਂ ਆਪਣੇ ਲੈਂਗੁਏਜ ਵਾਲਿਆਂ ਨੂੰ ਕਿ ਜਦੋਂ ਸਾਡਾ ਪੀਰੀਅਡ ਫ੍ਰੀ ਹੁੰਦਾ ਸੀ, ਅਸੀਂ ਇਹ ਬੇਸ਼ੱਕ ਇੰਗਲਿਸ਼ ਡਿਪਾਰਟਮੈਂਟ ਦੇ ਹੈੱਡ ਸੀ, ਮੈਂ ਪੰਜਾਬੀ 'ਚ ਸੀ, ਸਾਡੇ ਇੱਕ ਵਿਨੋਦ ਮੈਡਮ ਨੇ ਉੱਥੇ ਹਿੰਦੀ 'ਚ, ਅਸੀਂ ਹੋਰ 2-4 ਬੰਦੇ ਇਕੱਠੇ ਹੋ ਕੇ ਦੂਜੇ ਤੀਜੇ ਦਿਨ ਕਵੀ ਦਰਬਾਰ ਕਰਦੇ ਹੀ ਰਹਿੰਦੇ ਸੀ ਔਰ ਅਸੀਂ ਆਪਣੀਆਂ ਰਚਨਾਵਾਂ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਸੀ। ਅੱਜ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਸੀਮਾ ਦੀਦੀ ਤੁਹਾਡਾ ਇੱਥੇ ਆਉਣਾ। ਔਰ ਸੰਤ ਸੰਧੂ ਹੋਰਾਂ ਬਾਰੇ ਮੈਂ ਕੀ ਕਹਾਂ ਕਿ ਕਿਸ ਤਰ੍ਹਾਂ ਦੇ ਇਨਸਾਨ ਨੇ ਔਰ ਕਿਸ ਤਰ੍ਹਾਂ ਦੀਆਂ ਵੱਡੀਆਂ ਜੰਗਾਂ ਲੜਨ ਵਾਲੇ ਇਹ ਲੋਕ ਨੇ। ਮੇਰਾ ਕੰਮ ਵੀ ਨੈਕਸਲਾਈਟ ਮੂਵਮੈਂਟ 'ਤੇ ਹੈ ਔਰ ਮੈਂ ਇਹਨਾਂ ਨੂੰ ਉੱਥੇ ਵੀ ਦੱਸ ਰਹੀ ਸੀ ਕਿ ਸੰਤ ਰਾਮ ਉਦਾਸੀ ਹੋਰਾਂ ਦੀ ਕਵਿਤਾ ਦੀ ਮੈਂ ਬੜੀ ਕਾਇਲ ਸੀ ਔਰ ਜਦੋਂ ਮੈਂ ਬਹੁਤ ਛੋਟੀ ਸੀ ਰੱਟੇ ਲਾ ਲਾ ਕੇ ਉਹ ਕਵਿਤਾਵਾਂ ਉਹਨਾਂ ਦੀਆਂ ਯਾਦ ਕਰਕੇ, ਕੋਈ ਵਿਆਹ ਹੁੰਦਾ ਸੀ, ਕੋਈ ਕਾਮਰੇਡਾਂ ਦੀ ਪਾਰਟੀ ਹੁੰਦੀ ਸੀ, ਮੈਨੂੰ ਸਟੇਜ 'ਤੇ ਚੜ੍ਹਾ ਦਿੰਦੇ ਸੀ ਔਰ ਜਿੰਨੇ ਪੈਸੇ ਮੈਨੂੰ ਮਿਲਦੇ ਸੀ ਮੈਨੂੰ ਨਹੀਂ ਸੀ ਪਤਾ ਹੁੰਦਾ ਕਿ ਮੈਂ ਕੀ ਬੋਲ ਰਹੀ ਹਾਂ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਤੋਂ ਪਿਆਰੇ ਦੇ ਲੋਕ ਕਹਾਣੀਆਂ, ਇਹ ਮੇਰਾ ਬੜਾ ਮਨਪਸੰਦ ਹੁੰਦਾ ਸੀਗਾ ਔਰ ਮੈਂ ਹਮੇਸ਼ਾ ਇਹ ਵਾਲਾ ਔਰ ਇੱਕ ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ, ਇਹਨਾਂ ਕੌਮ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ, ਇਹ ਬਚਪਨ ਵਾਲੀਆਂ ਕਵਿਤਾਵਾਂ। ਔਰ ਉਸ ਵੇਲੇ ਸੰਤ ਸੰਧੂ ਹੋਰਾਂ ਦਾ ਨਾਮ ਵੀ ਅਸੀਂ ਸੁਣਦੇ ਹੁੰਦੇ ਸੀ। ਬੜੀ ਤਮੰਨਾ ਸੀ ਕਿ ਜ਼ਿੰਦਗੀ ਦੇ ਅਸਲੀ ਨਾਇਕ ਜਿਹੜੇ ਹੈ ਉਹਨਾਂ ਨੂੰ ਕਦੀ ਉਹਨਾਂ ਨੂੰ ਰੂਬਰੂ ਹੋ ਸਕੀਏ, ਉਹਨਾਂ ਨੂੰ ਮਿਲ ਸਕੀਏ। ਔਰ ਅੱਜ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਸਿਰਫ ਆਪ ਹੀ ਨਹੀਂ ਮਿਲ ਰਹੀ, ਮੈਂ ਆਪਣੀਆਂ ਧੀਆਂ ਨੂੰ ਵੀ ਉਹਨਾਂ ਦੇ ਨਾਲ ਮਿਲਾ ਰਹੀ ਹਾਂ। ਤੁਹਾਡਾ ਸਾਰਿਆਂ ਦਾ ਆਉਣਾ ਸਾਡੇ ਬਹੁਤ ਵੱਡੇ ਭਾਗ ਹੈ ਔਰ ਮੈਂ ਇੱਕ ਵਾਰੀ ਫਿਰ ਹਰ ਕਦਮ ਦਾ ਇੱਥੇ ਜਿਹੜਾ ਜੋ ਕਦਮ ਤੁਰ ਕੇ ਆਇਆ, ਮੈਂ ਸਰਦਾਰ ਹਰਜਿੰਦਰ ਸਿੰਘ ਹੋਰਾਂ ਦਾ, ਪ੍ਰੋਮਿਲਾ ਦੀਦੀ ਦਾ ਔਰ ਪ੍ਰੈਸ ਤੋਂ ਜਿਹੜੇ ਸਾਡੇ ਸਾਥੀ ਆਏ ਆ, ਤੁਹਾਡੀ ਆਮਦ ਸਾਡੇ ਹੌਸਲਿਆਂ ਨੂੰ ਹਮੇਸ਼ਾ ਪ੍ਰਵਾਜ਼ ਦਿੰਦੀ ਹੈ। ਮੈਂ ਤੁਹਾਡੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਜ਼ਿਆਦਾ ਵਕਤ ਨਾ ਲੈਂਦੀ ਹੋਈ ਮੈਂ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਨਾਲ ਨਾਲ ਬਹੁਤ ਨਿੱਘਾ ਸਵਾਗਤ ਵੀ। ਥੈਂਕ ਯੂ ਮੈਮ। ਜਿਵੇਂ ਕਿ ਮੈਮ ਨੇ ਕਿਹਾ ਕਿ ਸਾਹਿਤ ਨਿਸ਼ਚੇ ਹੀ ਆਪਣੇ ਸਮਕਾਲੀ ਘਟਨਾਕ੍ਰਮ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਸਮਾਜ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਿਸਾਨੀ ਅੰਦੋਲਨ ਨੇ ਪੰਜਾਬੀ ਸਾਹਿਤ ਤੇ ਵਿਸ਼ੇਸ਼ ਕਰਕੇ ਕਵਿਤਾ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ਤੇ ਪੰਜਾਬੀ ਕਾਵਿ ਉਸ ਪ੍ਰਤੀ ਕਿਵੇਂ ਰਿਸਪੌਂਡ ਕਰ ਰਿਹਾ ਹੈ, ਕੀ ਪ੍ਰਤੀ ਉੱਤਰ ਸਿਰਜ ਰਿਹਾ ਹੈ, ਇਸੇ ਦਾ ਅਧਿਐਨ ਕਰਨਾ ਅੱਜ ਦੇ ਇਸ ਕਵੀ ਦਰਬਾਰ ਦਾ ਮੰਤਵ ਰਹੇਗਾ। ਸੋ ਸਭ ਤੋਂ ਪਹਿਲਾਂ ਇਸ ਕਵੀ ਦਰਬਾਰ ਦਾ ਆਗਾਜ਼ ਕਰਦੇ ਹੋਏ ਮੈਂ ਡਾਕਟਰ ਮੁਖਵੀਰ ਹੋਣਾ ਨੂੰ ਸੱਦਾ ਦਿੰਦੀ ਹਾਂ ਕਿ ਉਹ ਆਪਣੀ ਨਜ਼ਮ ਸਾਡੇ ਨਾਲ ਸਾਂਝੀ ਕਰਨ। ਡਾਕਟਰ ਮੁਖਵੀਰ। बहुत ही सत्कारयोग प्रिंसीपल मैडम, टीचिंग स्टाफ, प्यारे विद्यार्थियों ते अज दे कवि दरबार में शामिल कवि साहबान, अज दे समय का सच साडे समय की होनी, साडे समय च ही होना एक किसान अंदोलन, काले कानूनों के विरुद्ध साडे ये पंजाबियों की एकता जिहड़ी है वो आने वाले समय दे विच इतिहास सिरजेगी। ये असीं सारे जानते हाँ ते सारे पंजाबी असीं अपने हिस्से का योगदान इस किसान अंदोलन में पा रहे हाँ। प्रिंसीपल मैडम की मैं स्पीच सुनी, चाहे वो धन्नवादी शब्द सन पर वो जिहड़ा दर्द जिहड़ा हर पंजाबी के दिल में है वो सानूं देखने को मिलता है। ये दर्द एक क्रांति है जिहड़ा कुछ ना कुछ सानूं लैके जाएगी। जंग दे विच सिर्फ जिहड़ी जित है वो जरूरी नहीं होंदी, जंग इस चीज़ का भी एहसास कराउंदी है कि असीं अजे जिउंदे हाँ। तो ये जिहड़ा अंदोलन है लोगों को दिखाउण लई है कि पंजाबी कौम अजे भी जिउंदी है। पंजाबी कौम ने 47 देखा है, 84 देखा है। उस दर्द तो बाद जिस तरह एक बाज है, बाज की जिहड़ी क्योंकि साडा राज पंछी भी है कि बाज की उम्र जिहड़ी है 80 साल होंदी है कि 40 साल तो बाद उहदे जिहड़े पंख नकारा हो जाते, उहदी चुंझ नकारा हो जाती है, उहदे पंजे नकारा हो जाते हैं। पंजाबियों की होंद भी कुछ इस तरह है कि 40 साल तो बाद असीं दोबारा उहदी पूर्ण सिरजना हो रही है। साडे बाज के पंख पंजे चुंझ दोबारा आ रही है। तो वह संघर्ष जिहड़ा है
ਉਹ ਪੱਥਰਾਂ ਨਾਲ ਖਹਿ ਕੇ ਸਾਡਾ ਪੰਜਾਬੀ ਬਾਜ਼ ਦੁਬਾਰਾ ਜਿੰਦਾ ਹੋ ਰਿਹਾ ਹੈ। ਸੋ ਮੈਂ ਅੱਜ ਪ੍ਰਿੰਸੀਪਲ ਮੈਡਮ ਨੂੰ, ਸਾਰੇ ਟੀਚਿੰਗ ਸਟਾਫ ਨੂੰ ਮੁਬਾਰਕ ਦੇਣਾ ਚਾਹੁੰਦਾ ਕਿ ਇਸ ਅੰਦੋਲਨ ਨਾਲ ਸੰਬੰਧਿਤ ਅੱਜ ਕਵੀ ਦਰਬਾਰ ਉਹਨਾਂ ਨੇ ਕੀਤਾ ਹੈ। ਮੇਰੀ ਪਹਿਲੀ ਕਵਿਤਾ, ਦੋ ਛੋਟੀਆਂ ਕਵਿਤਾਵਾਂ ਪੇਸ਼ ਕਰਨ ਦੀ ਮੈਂ ਇਜਾਜ਼ਤ ਚਾਹਾਂਗਾ। ਮੇਰੀ ਪਹਿਲੀ ਕਵਿਤਾ ਹੈ, ਮੈਂ ਇਹਨਾਂ ਖੇਤਾਂ ਤੋਂ ਕਦੇ ਦੂਰ ਨਹੀਂ ਜਾ ਸਕਦਾ। ਇਹਨਾਂ ਕਣਕਾਂ ਦੀਆਂ ਬੱਲੀਆਂ, ਸਰੋਂ ਦੇ ਫੁੱਲਾਂ ਮੈਨੂੰ ਮੋਹ ਲਿਆ। ਇਹਨਾਂ ਤੂਤਾਂ ਦੇ ਰੁੱਖਾਂ, ਪਿੱਪਲ ਦੇ ਬੂਟੇ, ਠੰਡੀ ਬੁੱਕਲ ਮੈਨੂੰ ਲਕੋ ਲਿਆ। ਕੀ ਦੱਸਾਂ, ਖੇਤਾਂ ਦੀ ਮਿੱਟੀ ਮੇਰੀ ਮਾਂ ਹੈ। ਮੈਂ ਦੂਰ ਨਹੀਂ ਹੋ ਸਕਦਾ, ਹੁਣ ਮੈਂ ਇਹਨਾਂ ਖੇਤਾਂ ਤੋਂ ਕਦੇ ਦੂਰ ਨਹੀਂ ਜਾ ਸਕਦਾ। ਕਿਵੇਂ ਛੱਡ ਜਾਵਾਂ ਮਿੱਠੀ ਗੰਨੇ ਦੀ ਪੋਰੀ, ਕਿਵੇਂ ਛੱਡ ਜਾਵਾਂ ਅੰਬ ਮੇਰੇ ਯਾਰ, ਤਰੀਕ ਮੇਰੀ ਗੋਰੀ। ਤੁਸੀਂ ਸਾਨੂੰ ਇਹਨਾਂ ਖੇਤਾਂ ਤੋਂ ਦੂਰ ਨਹੀਂ ਕਰ ਸਕਦੇ ਹੋ। ਮੈਂ ਮਠਾਸ ਜਾਰ ਤੇ ਗੋਰੀ ਦਾ ਵਿਛੋੜਾ ਨਹੀਂ ਸਹਿ ਸਕਦਾ, ਹੁਣ ਮੈਂ ਇਹਨਾਂ ਖੇਤਾਂ ਤੋਂ ਕਦੇ ਦੂਰ ਨਹੀਂ ਹੋ ਸਕਦਾ। ਮੰਨਿਆ ਇਹਨਾਂ ਖੇਤਾਂ ਵਿੱਚ ਗੁਜ਼ਾਰਾ ਮੇਰਾ ਔਖਾ ਹੈ। ਕਦੇ ਸਰਕਾਰ, ਕਦੇ ਸ਼ਾਹੂਕਾਰ, ਕਦੇ ਬੈਂਕਾਂ ਦੇ ਦਲਾਲ, ਕਦੇ ਰੱਬ ਦੇ ਸਲਾਬ, ਕੀਤਾ ਮੇਰੇ ਨਾਲ ਧੋਖਾ ਹੈ। ਮੰਨਿਆ ਇਹਨਾਂ ਖੇਤਾਂ ਵਿੱਚ ਗੁਜ਼ਾਰਾ ਮੇਰਾ ਔਖਾ ਹੈ। ਕਦੇ ਸਰਕਾਰ, ਕਦੇ ਸ਼ਾਹੂਕਾਰ, ਕਦੇ ਬੈਂਕਾਂ ਦੇ ਦਲਾਲ, ਕਦੇ ਰੱਬ ਦੇ ਸਲਾਬ, ਕੀਤਾ ਮੇਰੇ ਨਾਲ ਧੋਖਾ ਹੈ। ਮੈਂ ਲੜਾਂਗਾ ਛੱਡ ਮੈਦਾਨ, ਹੁਣ ਮੈਂ ਜਾ ਨਹੀਂ ਸਕਦਾ, ਹੁਣ ਮੈਂ ਇਹਨਾਂ ਖੇਤਾਂ ਤੋਂ ਕਦੇ ਦੂਰ ਜਾ ਨਹੀਂ ਸਕਦਾ। ਦੂਸਰੀ ਕਵਿਤਾ ਸਾਡੇ ਏਕੇ ਨਾਲ ਸੰਬੰਧਿਤ ਹੈ, ਇਕੱਠੇ ਹੋ ਕੇ ਲੜਨ ਨਾਲ ਸੰਬੰਧਿਤ ਹੈ। ਕੀੜੀਆਂ ਤੋਂ ਪ੍ਰੇਰਨਾ ਲਈ ਗਈ ਹੈ। ਛੋਟੀ ਕਵਿਤਾ ਹੈ, ਕੀੜੀ। ਜਦੋਂ ਬਹੁਤ ਛੋਟੇ ਸਾਂ ਕਦੇ ਡਿੱਗ ਪੈਣਾ ਰੋਣਾ, ਤਾਂ ਮਾਂ ਨੇ ਕਹਿਣਾ ਵੇਖ ਕੀੜੀ ਦਾ ਆਟਾ ਡੁੱਲ ਗਿਆ ਹੈ। ਜਦੋਂ ਬਹੁਤ ਛੋਟੇ ਸਾਂ ਕਦੇ ਡਿੱਗ ਪੈਣਾ ਰੋਣਾ, ਤਾਂ ਮਾਂ ਨੇ ਕਹਿਣਾ ਵੇਖ ਕੀੜੀ ਦਾ ਆਟਾ ਡੁੱਲ ਗਿਆ ਹੈ। ਆਪਣੀ ਸੱਟ ਰੋਣਾ ਭੁੱਲ, ਕੀੜੀ ਵੱਲ ਤੱਕਣਾ। ਸੱਟਾਂ ਤਾਂ ਹੁਣ ਵੀ ਬਹੁਤ ਨੇ, ਪਰ ਸੱਟਾਂ ਭੁੱਲਣ ਲਈ ਹੁਣ ਮੈਂ ਕਦੇ ਕੋਈ ਕੀੜੀ ਨਹੀਂ ਵੇਖੀ। ਕੀੜੀ ਨੇ ਸਿਖਾਇਆ ਸੀ ਲਾਈਨ ਵਿੱਚ ਚੱਲਣਾ, ਕੀੜੀ ਨੇ ਸਿਖਾਇਆ ਸੀ ਇੱਕ ਦੂਜੇ ਦਾ ਖਿਆਲ ਕਿੰਝ ਰੱਖਣਾ। ਕੀੜੀ ਤੁਰਦੀ ਹੈ, ਰਾਸਤਾ ਛੱਡ ਦਿੰਦੀ ਦੂਜੀ ਕੀੜੀਆਂ ਲਈ। ਕੀੜੀ ਨੇ ਸਿਖਾਇਆ ਸੀ ਲਾਈਨ ਵਿੱਚ ਚੱਲਣਾ, ਕੀੜੀ ਨੇ ਸਿਖਾਇਆ ਸੀ ਇੱਕ ਦੂਜੇ ਦਾ ਖਿਆਲ ਕਿੰਝ ਰੱਖਣਾ। ਕੀੜੀ ਨੇ ਸਿਖਾਇਆ ਸੀ ਇਕੱਠੇ ਰਹਿ ਆਪਣੇ ਤੋਂ ਕਈ ਗੁਣਾ ਭਾਰ ਕਿਵੇਂ ਚੱਕਣਾ। ਹੁਣ ਮੈਂ ਗਿਆ ਹਾਂ ਸਾਰਾ ਕੁਝ ਭੁੱਲ, ਕਿਉਂਕਿ ਹੁਣ ਮੈਂ ਕਦੇ ਕੋਈ ਕੀੜੀ ਨਹੀਂ ਦੇਖੀ। ਬੰਦੇ ਦੀ ਹੋਣੀ ਦੀ ਗੱਲ ਕੀਤੀ ਅੱਗੇ। ਦੁਨੀਆ ਦੀ ਭੀੜ ਵਿੱਚ ਖੁਦ ਕੀੜੀ ਹੋਇਆ ਬੰਦਾ, ਕੀੜੀਆਂ ਨੂੰ ਕਿੰਝ ਯਾਦ ਰੱਖੇ, ਖੁਦ ਕੀੜੀ ਵਾਂਗ ਪੈਰਾਂ ਥੱਲੇ ਆਇਆ ਬੰਦਾ। ਦੁਨੀਆ ਦੀ ਭੀੜ ਵਿੱਚ ਖੁਦ ਕੀੜੀ ਹੋਇਆ ਬੰਦਾ, ਕੀੜੀਆਂ ਨੂੰ ਕਿੰਝ ਯਾਦ ਰੱਖੇ, ਖੁਦ ਕੀੜੀ ਵਾਂਗ ਪੈਰਾਂ ਥੱਲੇ ਆਇਆ ਬੰਦਾ। ਖੁਦ ਕੀੜੀ ਹੋਇਆ ਮੈਂ, ਕੀੜੀ ਬਾਰੇ ਸੋਚਾਂ ਮੈਂ, ਕੁਝ ਨਾ ਕਰ ਪਾਇਆ, ਕਿਉਂਕਿ ਹੁਣ ਮੈਂ ਕਦੇ ਕੋਈ ਕੀੜੀ ਨਹੀਂ ਵੇਖੀ। ਬਹੁਤ ਧੰਨਵਾਦ। ਬਹੁਤ ਖੂਬ ਡਾਕਟਰ ਮੁਖਵੀਰ ਜੀ, ਤੁਸੀਂ ਮਨੁੱਖ ਦੀ ਹੋਂਦ ਤੇ ਹੋਣੀ ਦੇ ਮਸਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਮੁਖਾਤਿਬ ਕੀਤਾ ਹੈ ਆਪਣੀ ਇਸ ਨਜ਼ਮ ਦੇ ਰਾਹੀਂ। ਹੁਣ ਮੈਂ ਗੁਜ਼ਾਰਿਸ਼ ਕਰਦੀ ਹਾਂ HMV ਕਾਲਜ ਤੋਂ ਪ੍ਰੋਫੈਸਰ ਨਵਰੂਪ ਜੀ ਨੂੰ ਕਿ ਉਹ ਆਪਣਾ ਕਲਾਮ ਸਾਡੇ ਨਾਲ ਸਾਂਝਾ ਕਰਨ। ਬਹੁਤ ਹੀ ਸਤਿਕਾਰ ਸਹਿਤ, ਬਹੁਤ ਅਦਬੀ ਸ਼ਖਸੀਅਤਾਂ ਜਿਹੜੀਆਂ ਅੱਜ ਸਾਡੇ ਦਰਮਿਆਨ ਮੌਜੂਦ ਨੇ, ਉਹਨਾਂ ਦਾ ਬਹੁਤ ਤਹਿ ਦਿਲੋਂ ਸਤਿਕਾਰ। ਔਰ ਬਹੁਤ ਹੀ ਸਨੇਹ ਭਰੀ ਮੇਰੀ ਸਹੇਲੀ ਵੀ ਕਹਿ ਸਕਦੇ ਹਾਂ, ਅਤੇ ਬਹੁਤ ਹੀ ਜ਼ਿੰਮੇਵਾਰੀਆਂ ਨਾਲ ਭਰਪੂਰ ਇੱਕ ਬਹੁਤ ਹੀ ਸੁਹਿਰਦ ਸ਼ਖਸੀਅਤ ਮੈਡਮ ਨਵਜੋਤ। ਉਹਨਾਂ ਦਾ ਧੰਨਵਾਦ ਵੀ ਹੈ ਕਿ ਉਹਨਾਂ ਨੇ ਸਾਨੂੰ ਆਪਣੇ ਦਿਲ ਦੀ ਗੱਲ ਹੈ ਜਿਹੜੀ ਉਹ ਕਹਿਣ ਦਾ ਇੱਥੇ ਇੱਕ ਮੌਕਾ ਦਿੱਤਾ ਹੈ, ਜਿਹੜਾ ਕਿ ਬੜੇ ਇਸ ਮੌਕੇ 'ਤੇ ਜਦੋਂ ਕਿ ਇੱਕ ਬੜੀ ਹੀ ਗੰਭੀਰਤਾ ਦੇ ਨਾਲ ਇੱਕ ਅੰਦੋਲਨ ਜਿਹੜਾ ਛਿੜਿਆ ਹੋਇਆ ਹੈ, ਅਤੇ ਉਸ ਅੰਦੋਲਨ ਦੇ ਨਾਲ ਮੈਨੂੰ ਲੱਗਦਾ ਹੈ ਕਿ ਭਾਵੇਂ ਅਸੀਂ ਕਿਤੇ ਵੀ ਕਿਸੇ ਵੀ ਕੋਨੇ 'ਚ ਬੈਠੇ ਹੋਏ ਹਾਂ, ਅਸੀਂ ਉਸ ਦਾ ਹਿੱਸਾ ਬਣੇ ਹੋਏ ਹਾਂ। ਅਸੀਂ ਬੋਲੀਏ ਜਾਂ ਨਾ ਬੋਲੀਏ, ਪਰ ਸਾਡਾ ਜਿਹੜਾ ਦਿਲ ਹੈ, ਦਿਲ ਦੀ ਜਿਹੜੀ ਹੂਕ ਹੈ, ਉਹ ਸਾਰਿਆਂ ਦੀ ਇੱਕੋ ਜਿਹੀ ਹੈ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਅੰਦੋਲਨ ਛਿੜਿਆ ਹੋਇਆ, ਇਹ ਪੰਜਾਬੀਆਂ ਨੇ ਜਿਸ ਕਦਰ ਇਸ ਦੀ ਅਗਵਾਈ ਕੀਤੀ ਹੈ, ਜਿਸ ਕਦਰ ਇਸ ਨੂੰ ਸੰਭਾਲਿਆ ਹੋਇਆ, ਅਤੇ ਜਿਸ ਕਦਰ ਅਸੀਂ ਉਮੀਦਾਂ ਦੇ ਨਾਲ ਭਰੇ ਹੋਏ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਜਿੱਤ ਹਾਸਲ ਕਰਾਂਗੇ।
ਇੱਕ ਇਤਿਹਾਸ ਦਾ ਪੂਰਾ ਸਦੀ ਦਾ ਜਿਹੜਾ ਪਿਛਲਾ ਮਾਹੌਲ ਬਦਲ ਕੇ ਰੱਖ ਦਿੱਤਾ ਇਸ ਅੰਦੋਲਨ ਨੇ। ਔਰ ਪੁਰਾਣੀ ਜਿਹੜੀ ਪੰਜਾਬੀਆਂ ਦੀ ਪਹਿਚਾਨ, ਇੱਕ ਜਿਹੜੀ ਕਿਤੇ ਪਿੱਛੇ ਸਾਰਿਆਂ ਨੂੰ ਭੁਲੇਖਾ ਲੱਗ ਰਿਹਾ ਸੀ ਕਿ ਗੁਆਚਦੀ ਜਾ ਰਹੀ ਹੈ, ਉਹ ਸਾਰੀ ਪਹਿਚਾਨ ਨੂੰ ਉਹਨਾਂ ਨੇ ਉਸ ਤੋਂ ਵੀ ਦੂਰੇ ਤੀਰੇ ਚੌਰੇ, ਮੈਂ ਜਿੰਨੇ ਵੀ ਲਫ਼ਜ਼ ਜੋੜਾਂ ਉਨੇ ਘੱਟ ਨੇ, ਓਨੀ ਸ਼ਾਨ ਮੱਤਾ ਬਣਾ ਦਿੱਤਾ ਹੈ। ਸੋ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ, ਪੰਜਾਬ 'ਤੇ ਮਾਣ ਹੈ, ਆਪਣੇ ਦੇਸ਼ 'ਤੇ ਮਾਣ ਹੈ। ਅਤੇ ਜਿਵੇਂ ਨਵਜੋਤ ਜੀ ਨੇ ਕਿਹਾ ਕਿ ਅਸੀਂ ਵੀ ਛੋਟੇ ਹੁੰਦੇ ਕਵਿਤਾਵਾਂ ਬੋਲਦੇ ਸੀ, ਅਤੇ ਇੱਕ ਕਵਿਤਾ ਅਸੀਂ ਬੜੀ ਪਿਆਰੀ ਜਿਹੀ ਬੋਲੀ ਦੀ ਸੀ ਕਿ ਮੈਨੂੰ ਦੇਸ਼ ਪਿਆਰਾ ਮਾਂ ਵਰਗਾ, ਜਿਵੇਂ ਠੰਡੀ ਮਿੱਠੀ ਛਾਂ ਵਰਗਾ। ਸੋ ਮੇਰੀ ਇਹ ਬੜੀ ਫੇਵਰੇਟ ਜਿਹੜੀ ਕਵਿਤਾ ਜਿਹੜੀ ਰਹੀ ਹੈ, ਵੀ ਬੜੀ ਪਸੰਦ ਹੁੰਦੀ ਸੀ, ਅਤੇ ਤੁਰਦੇ ਫਿਰਦੇ ਹੱਸਦੇ ਨੱਚਦੇ ਗਾਉਂਦੇ ਅਸੀਂ ਆਹੀ ਕੁਛ ਗਾਉਂਦੇ ਹੁੰਦੇ ਸੀ, ਅਤੇ ਬੜਾ ਚੰਗਾ ਲੱਗਦਾ ਸੀ। ਅਤੇ ਪੰਜਾਬ ਦੇ ਨਾਲ ਵੀ ਇਹੋ ਜਿਹਾ ਹੀ ਪਿਆਰ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਜਿਹੜੇ ਹੱਕ ਮਾਰੇ ਜਾ ਰਹੇ ਆ, ਅਤੇ ਉਹਨਾਂ ਦੇ ਹੱਕਾਂ ਦੇ ਉੱਤੇ ਇਸ ਕਦਰ ਜਿਹੜੀ ਸਾਡੀ ਆਪਣੀ ਬਣਾਈ ਹੋਈ ਚੁਣੀ ਹੋਈ ਸਰਕਾਰ ਹੈ, ਜਿਹੜੀ ਸਾਨੂੰ ਇੱਕ ਬਹੁਤ ਵੱਡੇ ਸਵਾਲਾਂ ਦੇ ਦਾਇਰੇ 'ਚ ਖੜਾ ਕਰ ਰਹੀ ਹੈ, ਤਾਂ ਮਨ ਨੂੰ ਬੇਹੱਦ ਦੁੱਖ ਪਹੁੰਚਦਾ ਹੈ। ਮਨ ਦੇ ਵਿੱਚ ਉਦਾਸੀ ਵੀ ਹੈ, ਮਨ ਦੇ ਵਿੱਚ ਰੋਹ ਵੀ ਹੈ, ਮਨ ਦੇ ਵਿੱਚ ਜੋਸ਼ ਵੀ ਹੈ, ਜਜ਼ਬਾ ਵੀ ਹੈ, ਬਹੁਤ ਕੁਛ ਮਨ ਦੇ ਵਿੱਚ ਜਿਹੜੇ ਹੈ ਖਿਆਲ ਉਹ ਉੱਠ ਰਹੇ ਨੇ। ਅਤੇ ਇੱਕ ਵਾਰੀ ਮੈਂ ਕਿਤੇ ਲਿਖਿਆ ਸੀਗਾ ਕਿ ਜੰਗਲ ਵਿੱਚ ਜੰਗਲ ਰਾਜ ਵੇਖ ਕੇ, ਜੰਗਲ ਵਿੱਚ ਜੰਗਲ ਰਾਜ ਵੇਖ ਕੇ ਜੇ ਰੁੱਖ ਤੜਫੇ ਹੁੰਦੇ, ਜੰਗਲ ਵਿੱਚ ਜੰਗਲ ਰਾਜ ਵੇਖ ਕੇ ਜੇ ਰੁੱਖ ਤੜਫੇ ਹੁੰਦੇ, ਤੇ ਕਲਮਾਂ ਵਾਲੇ ਇਹਨਾਂ ਨਾਲ ਰਲ ਪਏ ਹੁੰਦੇ। ਤਾਂ ਜੰਗਲ ਰਾਜ ਵੇਖ ਕੇ ਜੇ ਰੁੱਖ ਤੜਫੇ ਹੁੰਦੇ, ਤੇ ਕਲਮਾਂ ਵਾਲੇ ਇਹਨਾਂ ਨਾਲ ਰਲ ਪਏ ਹੁੰਦੇ, ਤਾਂ ਜੰਗਲ ਸੜਨੋਂ ਬਚ ਜਾਣਾ ਸੀ। ਸੋ ਇਹ ਮੇਰੀ ਜਿਹੜੀ ਛੋਟੀ ਜਿਹੀ 4 ਸਤਰਾਂ ਸੀਗੀਆਂ ਜਿਹੜੀਆਂ ਮੈਂ ਲਿਖੀਆਂ ਇੱਕ ਵੇਲੇ, ਤਾਂ ਉਸ ਵੇਲੇ ਸ਼ਾਇਦ ਮਨ ਦੇ ਵਿੱਚ ਕੁਝ ਹੋਰ ਵੀ ਭਾਵ ਹੋਣਗੇ, ਪਰ ਹੁਣ ਜਦੋਂ ਮੈਂ ਇਸ ਸਥਿਤੀ ਨਾਲ ਜੋੜਿਆ ਤਾਂ ਮੈਨੂੰ ਫਿਰ ਉਹੀ ਸਾਰਾ ਕੁਝ ਸਾਹਮਣੇ ਨਜ਼ਰ ਆਇਆ। ਅਤੇ ਇਸੇ ਤਰ੍ਹਾਂ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਹੈ, ਉਹਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਨਹੀਂ, ਮਨ ਦੇ ਜਜ਼ਬੇ ਹੀ ਨੇ ਜਿਹੜੇ ਕਿ ਕਵਿਤਾ ਦਾ ਰੂਪ ਆਪੇ ਲਈ ਜਾਂਦੇ ਨੇ। ਕਿਉਂਕਿ ਫਰਾਇਡ ਨੇ ਆਖਿਆ ਕਿ ਅਸਲ ਵਿੱਚ ਕਵੀ ਹੈ ਜਿਹੜਾ ਉਹ ਆਪਣੇ ਮਨ ਦਾ ਹੀ ਕਥਾਰਸਿਸ ਕਰ ਰਿਹਾ ਹੁੰਦਾ, ਆਪਣੇ ਆਪ ਨੂੰ ਹੀ ਬਾਹਰ ਕੱਢ ਰਿਹਾ ਹੁੰਦਾ ਕਿਵੇਂ ਨਾ ਕਿਵੇਂ ਕਰਕੇ। ਔਰ ਮੈਨੂੰ ਹੁਣ ਲੱਗ ਰਿਹਾ ਹੈ ਕਿ ਇਹ ਇਹੋ ਜਿਹਾ ਮੌਕਾ ਹੈ ਜਿਸ ਵਿੱਚ ਇੱਕ ਸੁਨੇਹਾ ਦੇਣਾ ਬਹੁਤ ਜ਼ਰੂਰੀ ਹੈ ਕਿ ਚਲੋ ਫੇਰ, ਕਵਿਤਾ ਹੈ, ਚਲੋ ਫੇਰ ਪੁਰਾਣਾ ਸਿਲਸਿਲਾ ਤੋਰੀਏ, ਚਲੋ ਫੇਰ ਪੁਰਾਣਾ ਸਿਲਸਿਲਾ ਤੋਰੀਏ, ਫਿਰ ਉੱਠੀ ਹੈ ਵੰਗਾਰ, ਫਿਰ ਉੱਠੀ ਹੈ ਵੰਗਾਰ, ਫਿਰ ਹਾਵੀ ਹੋਣਾ ਹੈ ਇਸ ਵਾਰ ਰੁੱਖ ਹਵਾਵਾਂ ਦਾ ਮੋੜੀਏ। ਚਲੋ ਫੇਰ ਪੁਰਾਣਾ ਸਿਲਸਿਲਾ ਤੋਰੀਏ, ਹਲ ਦੀ ਨੋਕ ਦਿੱਲੀ ਦੇ ਦਿਲ 'ਚ ਚੋਬੀਏ, ਹਲ ਦੀ ਨੋਕ ਦਿੱਲੀ ਦੇ ਦਿਲ 'ਚ ਚੋਬੀਏ, ਲਾ ਕੇ ਪੂਰਾ ਤਾਨ ਕੋਲ ਤਾਰ ਦੀ ਜ਼ਮੀਨ ਦੀ ਹਿੱਕ ਖੋਲੀਏ, ਲੈ ਕੇ ਮਿਰਚਾਂ ਕੌੜੀਆਂ ਮਿੱਟੀ ਆਪਣੀ ਤੋਂ ਵਾਰੀਏ, ਲੈ ਕੇ ਮਿਰਚਾਂ ਕੌੜੀਆਂ ਮਿੱਟੀ ਆਪਣੀ ਤੋਂ ਵਾਰੀਏ, ਆਓ ਸਾਰੇ ਰਲ ਕੇ ਇਸ ਦੀ ਨਜ਼ਰ ਉਤਾਰੀਏ, ਪਾਉਣੀ ਹੈ ਧਮਾਲ ਜਾਗੋ ਕੱਢਣੀ ਕਮਾਲ। ਬੜੀ ਉਮੀਦ ਹੈ ਮੇਰੀ ਇਸ ਵਿੱਚ। ਪਾਉਣੀ ਹੈ ਧਮਾਲ ਜਾਗੋ ਕੱਢਣੀ ਕਮਾਲ, ਸੁੱਤਿਆਂ ਦੀਆਂ ਨੀਂਦਾਂ ਖੋਲੀਏ, ਆਈ ਹਾਕਮਾਂ ਦੀ ਮੁੱਠੀ ਵਿੱਚ ਜਾਨ। ਅਸਲ ਵਿੱਚ ਅਸੀਂ ਸਾਰੇ ਵਾਬਸਤਾ ਹਾਂ ਇਸ ਚੀਜ਼ ਤੋਂ ਕਿ ਜਾਣਦੇ ਹਾਂ ਕਿ ਸਥਿਤੀ ਕੀ ਹੈ। ਆਈ ਹਾਕਮਾਂ ਦੀ ਮੁੱਠੀ ਵਿੱਚ ਜਾਨ, ਹਵਾ ਕਰੇ ਸਾਜ਼ਿਸ਼, ਹਵਾ ਕਰੇ ਸਾਜ਼ਿਸ਼, ਕਿੱਦਾਂ ਮੂੰਹ ਤੂਫਾਨ ਦਾ ਮੋੜੀਏ, ਸ਼ਾਂਤ ਜਿਹਾ ਦਿਸਦਾ ਭੋਲਾ ਜਿਹਾ ਕਿਸਾਨ, ਸ਼ਾਂਤ ਜਿਹਾ ਦਿਸਦਾ ਭੋਲਾ ਜਿਹਾ ਕਿਸਾਨ, ਢਿੱਡ ਸਭ ਦਾ ਇਹ ਭਰਦਾ ਇਸ ਨੂੰ ਰੱਬੀ ਵਰਦਾਨ, ਪੀੜ ਜਦੋਂ ਪਵੇ ਵਾਂਗ ਬੱਦਲਾਂ ਹੀ ਗੱਜਦਾ, ਨਹੀਂ ਮੈਦਾਨੋਂ ਭੱਜਦਾ, ਕਣਕਾਂ ਦੀਆਂ ਬੱਲੀਆਂ ਵਾਂਗ ਪੁੱਤਾਂ ਧੀਆਂ ਰੱਖਦਾ, ਕਣਕਾਂ ਦੀਆਂ ਬੱਲੀਆਂ ਵਾਂਗ ਪੁੱਤਾਂ ਧੀਆਂ ਰੱਖਦਾ, ਆਈ ਹੈ ਵੰਗਾਰ ਦੇਣਾ ਸਭ ਕੁਛ ਵਾਰ, ਆਈ ਹੈ ਵੰਗਾਰ ਦੇਣਾ ਸਭ ਕੁਛ ਵਾਰ, ਕਰੇ ਇਹਦੇ ਉੱਤੇ ਮਾਨ ਸਾਰਾ ਹੀ ਜਹਾਨ। ਸਾਰੇ ਜਹਾਨ ਦੀਆਂ ਅੱਖਾਂ ਇਸ ਵੇਲੇ ਲੱਗੀਆਂ ਹੋਈਆਂ ਇਸ 'ਤੇ। ਕਰੇ ਇਹਦੇ ਉੱਤੇ ਮਾਨ ਸਾਰਾ ਹੀ ਜਹਾਨ, ਇਹ ਹੈ ਮੇਰੇ ਦੇਸ਼ ਦਾ ਕਿਸਾਨ, ਇਹ ਹੈ ਮੇਰੇ ਦੇਸ਼ ਦਾ ਕਿਸਾਨ। ਇੱਕ ਕਵਿਤਾ ਦੇ ਨਾਲ ਹੋਰ ਸਾਂਝ ਪਾ ਕੇ, ਧੁੱਪ ਦੀ ਉਡੀਕ ਕਿਰਨਾਂ ਦਾ ਸਫ਼ਰ ਜਾਰੀ ਹੈ। ਇੱਕ ਦਿਨ ਧੁੱਪੇ ਬੈਠਿਆਂ, ਬੜੇ ਦਿਨਾਂ ਬਾਅਦ ਜਦੋਂ ਸੂਰਜ ਨਿਕਲਿਆ ਤਾਂ ਮੈਂ ਕਿਹਾ ਕਿੰਨੀ ਸ਼ਿੱਦਤ ਨਾਲ ਅਸੀਂ ਉਡੀਕਦੇ ਹਾਂ ਵੀ ਧੁੱਪ ਨਿਕਲੇ। ਇਹੋ ਜਿਹੇ ਮਨ ਦੇ ਹਾਲਾਤ ਨੇ ਇਸ ਵੇਲੇ ਸਾਰੀਆਂ ਜਿੰਨੀਆਂ ਸਾਡੀਆਂ ਰੌਸ਼ਨ ਕਿਰਨਾਂ ਨੇ ਸਾਰੀਆਂ ਦਿੱਲੀ ਦੇ ਬਾਰਡਰਾਂ 'ਤੇ ਬੈਠੀਆਂ ਅਤੇ ਬੜੀ ਉਮੀਦ ਨਾਲ ਬੈਠੀਆਂ ਹੋਈਆਂ।
ਧੁੱਪ ਦੀ ਉਡੀਕ ਕਿਰਨਾਂ ਦਾ ਸਫ਼ਰ ਜਾਰੀ ਹੈ। ਧੁੱਪ ਦੀ ਉਡੀਕ ਕਿਰਨਾਂ ਦਾ ਸਫ਼ਰ ਜਾਰੀ ਹੈ। ਬੱਦਲ ਹੀ ਬੱਦਲ ਹੈ ਚਾਰੇ ਪਾਸੇ, ਬੱਦਲ ਹੀ ਬੱਦਲ ਹੈ ਚਾਰੇ ਪਾਸੇ, ਪਰ ਇਹ ਕਿਹੜਾ ਹੋਇਆ ਪਹਿਲੀ ਵਾਰੀ ਹੈ। ਧੁੱਪ ਦੀ ਉਡੀਕ ਕਿਰਨਾਂ ਦਾ ਸਫ਼ਰ ਜਾਰੀ ਹੈ। ਲੱਖ ਕਰੋੜਾਂ ਤਾਰੇ ਚਮਕਣ, ਰਾਤ ਅਜੇ ਵੀ ਭਾਰੀ ਹੈ। ਲੱਖ ਕਰੋੜਾਂ ਤਾਰੇ ਚਮਕਣ, ਰਾਤ ਅਜੇ ਵੀ ਭਾਰੀ ਹੈ। ਸਰਗੀ ਵੇਲਾ ਬੁਚਕੀ ਵਿੱਚ ਆਸ ਉਮੀਦਾਂ ਲੈ ਕੇ ਆਵੇ, ਵੇਂਦੀ ਪਈ ਲੁਕਾਈ ਹੈ। ਸਰਗੀ ਵੇਲਾ ਬੁਚਕੀ ਵਿੱਚ ਆਸ ਉਮੀਦਾਂ ਲੈ ਕੇ ਆਵੇ, ਵੇਂਦੀ ਪਈ ਲੁਕਾਈ ਹੈ। ਤੇਰਾ ਵੰਜ ਮੁਬਾਰਕ ਤੈਨੂੰ, ਤੇਰਾ ਵੰਜ ਮੁਬਾਰਕ ਤੈਨੂੰ, ਸਾਨੂੰ ਸਾਡੀ ਮਿੱਟੀ ਪਿਆਰੀ ਹੈ। ਤੇਰਾ ਵੰਜ ਮੁਬਾਰਕ ਤੈਨੂੰ, ਸਾਨੂੰ ਸਾਡੀ ਮਿੱਟੀ ਪਿਆਰੀ ਹੈ। ਧੁੱਪ ਦੀ ਉਡੀਕ ਕਿਰਨਾਂ ਦਾ ਸਫ਼ਰ ਜਾਰੀ ਹੈ। ਤੇਰੇ ਮਹਿਲ ਮੁਬਾਰਕ ਤੈਨੂੰ, ਤੇਰੇ ਮਹਿਲ ਮੁਬਾਰਕ ਤੈਨੂੰ, ਸਾਨੂੰ ਤਾਂ ਸਾਡੀ ਹੀ ਝੁੱਗੀ ਪਿਆਰੀ ਹੈ। ਅੰਨਦਾਤਾ ਦੀ ਵਿਡੰਬਨਾ ਚੱਲੀ ਕਿਹੋ ਜਿਹੀ ਵਕਤ ਦੀ ਆਰੀ ਹੈ। ਸੰਘਰਸ਼ ਉਸਦਾ ਬਹੁਤ ਭਾਰੀ ਹੈ, ਪਰ ਫਿਰ ਵੀ ਧੁੱਪ ਦੀ ਉਡੀਕ ਕਿਰਨਾਂ ਦਾ ਸਫ਼ਰ ਜਾਰੀ ਹੈ। ਸੋ ਕਵਿਤਾਵਾਂ ਬਹੁਤ ਨੇ, ਮਨ 'ਚ ਬਹੁਤ ਕੁਛ ਹੈ, ਪਰ ਮੈਨੂੰ ਲੱਗਦਾ ਮੈਨੂੰ ਵਿਦਾ ਲੈਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਤੋਂ ਵੀ ਵਧੀਆ ਜਿਹੜੇ ਹੈਗੇ ਉਹਨਾਂ ਨੂੰ ਸੁਣ ਸਕੀਏ। ਬਹੁਤ ਸ਼ੁਕਰੀਆ, ਔਰ ਖਾਸ ਕਰਕੇ ਵਿਦਿਆਰਥਣਾਂ ਦਾ ਜਿਨ੍ਹਾਂ ਨੇ ਸਹਿਜਤਾ ਨਾਲ ਸੁਣਿਆ। ਤੁਹਾਡੇ ਤੋਂ ਇੱਕ ਬਹੁਤ ਉਮੀਦਾਂ ਨੇ ਸਾਨੂੰ ਬੱਚਿਓ, ਔਰ ਅਸੀਂ ਸਿਰਫ ਇਸ ਵੇਲੇ ਜੇ ਸਾਰੇ ਇਕੱਠੇ ਹੋਏ ਹਾਂ ਤਾਂ ਮਹਿਜ਼ ਇਸ ਲਈ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੋਹਣਾ ਸੁਨੇਹਾ ਦੇ ਸਕੀਏ। ਬਹੁਤ ਧੰਨਵਾਦ ਸਰ। ਬਹੁਤ ਖੂਬ ਪ੍ਰੋਫੈਸਰ ਨਵਰੂਪ, ਜਿੱਥੇ ਤੁਸੀਂ ਆਪਣੀਆਂ ਕਵਿਤਾਵਾਂ ਦੇ ਵਿੱਚ ਕਿਸਾਨ ਦੇ ਤਰਾਸਦਿਕ ਸੰਕਟ ਨੂੰ, ਉਹਦੀ ਸੰਵੇਦਨਾ ਨੂੰ ਪੇਸ਼ ਕੀਤਾ ਆ, ਉਹਦੇ ਨਾਲ ਹੀ ਇਹਨਾਂ ਨੇ ਸੱਤਾ ਨੂੰ ਵੀ ਵੰਗਾਰਿਆ ਹੈ ਅਤੇ ਲੋਕਧਾਰਾ ਦੀ ਟਰਾਂਸਫੋਰਮੇਸ਼ਨ ਹੋਈ ਵੀ ਇਹਨਾਂ ਦੀਆਂ ਕਵਿਤਾਵਾਂ ਵਿੱਚੋਂ ਮਿਲ ਰਹੀ ਹੈ। ਅਤੇ ਪ੍ਰੋਫੈਸਰ ਨਵਰੂਪ ਦਾ ਕਲਾਮ ਸੁਣਨ ਤੋਂ ਬਾਅਦ ਮੈਂ ਪ੍ਰੋਫੈਸਰ ਸੰਦੀਪ ਜੀ ਨੂੰ, APJ ਕਾਲਜ ਜਲੰਧਰ ਤੋਂ ਆਏ ਹੋਏ ਨੇ ਪ੍ਰੋਫੈਸਰ ਸੰਦੀਪ, ਸਾਡੇ ਸਾਰਿਆਂ ਦੇ ਆਪਣੇ ਹੀ ਨੇ। ਸੋ ਮੈਂ ਗੁਜ਼ਾਰਿਸ਼ ਕਰਦੀ ਹਾਂ ਪ੍ਰੋਫੈਸਰ ਸੰਦੀਪ ਜੀ ਨੂੰ ਕਿ ਉਹ ਆਪਣੀ ਸ਼ਾਇਰੀ ਰਾਹੀਂ ਕਿਸਾਨ ਅੰਦੋਲਨ ਨੂੰ ਕਿਵੇਂ ਸਮਝ ਰਹੇ ਨੇ, ਕਿਵੇਂ ਰਿਸਪੌਂਡ ਕਰ ਰਹੇ ਨੇ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਕਵਿਤਾ ਦੇ ਰੂਪ ਵਿੱਚ। ਸ਼ੁਕਰੀਆ ਡਾਕਟਰ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਮੈਡਮ ਪ੍ਰਿੰਸੀਪਲ ਡਾਕਟਰ ਨਵਜੋਤ ਹੋਣਾ ਦਾ ਧੰਨਵਾਦ ਕਰਦਾ ਕਿ ਤੁਹਾਡੇ ਰੂਬਰੂ ਹੋਣ ਦਾ ਇਹਨਾਂ ਨੇ ਮੌਕਾ ਦਿੱਤਾ, ਔਰ ਆਏ ਹੋਏ ਕਵੀ, ਪਿਆਰੇ ਵਿਦਿਆਰਥੀ ਔਰ ਸਾਰਾ ਸਟਾਫ, ਤੁਹਾਡੇ ਲਈ ਬਹੁਤ ਬਹੁਤ ਸਤਿਕਾਰ। ਇੱਕ ਨਜ਼ਮ ਆ, ਕਿਉਂਕਿ ਕਿਸਾਨੀ ਅੰਦੋਲਨ ਦੀ ਆਪਾਂ ਭੂਮਿਕਾ ਬਹੁਤ ਮੰਨ ਚੁੱਕੇ ਹਾਂ, ਉਹਦੇ ਬਾਰੇ ਬਹੁਤ ਗੱਲਾਂ ਹੋ ਚੁੱਕੀਆਂ। ਸੋ ਮੇਰੇ ਅੰਦਰ ਜੋ ਕੁਝ ਖਿਲ ਰਿਹਾ ਸੀਗਾ ਕਿਸਾਨੀ ਅੰਦੋਲਨ ਨੂੰ ਲੈ ਕੇ, ਉਹ ਮੈਂ ਕਾਗਜ਼ਾਂ 'ਤੇ ਉਤਾਰਿਆ, ਸੋ ਤੁਹਾਡੀ ਨਜ਼ਰ ਪੇਸ਼ ਕਰ ਰਿਹਾ। ਕਲਮ ਹੱਥ ਵਿੱਚ, ਕਲਮ ਹੱਥ ਵਿੱਚ ਸੋਚ ਜ਼ਿਹਨ ਵਿੱਚ ਲਫ਼ਜ਼ ਬੁੱਲਾਂ ਉੱਤੇ। ਕਲਮ ਹੱਥ ਵਿੱਚ ਸੋਚ ਜ਼ਿਹਨ ਵਿੱਚ ਲਫ਼ਜ਼ ਬੁੱਲਾਂ ਉੱਤੇ, ਸਭ ਅਧੂਰੇ ਰਹਿ ਗਏ ਕਹਿਣ ਵਾਲੇ ਚੁੱਪ ਰਹਿ ਕੇ, ਕਹਿਣ ਵਾਲੇ ਚੁੱਪ ਰਹਿ ਕੇ ਲਹੂ ਦੀ ਇਬਾਰਤ ਲਿਖ ਬਹੁਤ ਕੁਝ ਕਹਿ ਗਏ, ਬਹੁਤ ਕੁਝ ਕਹਿ ਗਏ। ਆਪੋ ਆਪਣੀਆਂ ਛਾਵਾਂ, ਆਪੋ ਆਪਣੀਆਂ ਧੁੱਪਾਂ 'ਚ, ਆਪੋ ਆਪਣੀਆਂ ਛਾਵਾਂ, ਆਪੋ ਆਪਣੀਆਂ ਧੁੱਪਾਂ 'ਚ, ਕੁਝ ਪੂਰੇ ਵੀ ਤੇ ਕੁਝ ਅਧੂਰੇ ਵੀ। ਆਪੋ ਆਪਣੀਆਂ ਧੁੱਪਾਂ, ਆਪੋ ਆਪਣੀਆਂ ਛਾਵਾਂ 'ਚ, ਕੁਝ ਪੂਰੇ ਵੀ ਕੁਝ ਅਧੂਰੇ ਵੀ। ਮਿੱਟੀ ਨਾਲ ਮਿੱਟੀ ਹੁੰਦੇ ਕਦੇ ਨਿਮਾਣੇ, ਲੋੜ ਪੈਣ ਤੇ ਫਿਰ ਰਣ ਸੂਰੇ ਵੀ। ਮਿੱਟੀ ਨਾਲ ਮਿੱਟੀ ਹੁੰਦੇ ਕਦੇ ਨਿਮਾਣੇ, ਲੋੜ ਪੈਣ ਤੇ ਫਿਰ ਰਣ ਸੂਰੇ ਵੀ। ਸਭ ਕੁਝ ਮਨ ਚਾਹਿਆ ਪੂਰਨ ਹੋ ਜਾਏ, ਸਭ ਕੁਝ ਮਨ ਚਾਹਿਆ ਪੂਰਨ ਹੋ ਜਾਏ, ਤੇ ਅਧੂਰਾ ਕੁਝ ਨਾ ਰਹੇ। ਸੂਲਾਂ ਦੀ ਫਸਲ ਬੀਜਣ ਵਾਲਿਓ ਕਦੇ ਇੱਦਾਂ ਨਹੀਂ ਹੁੰਦਾ, ਸੂਲਾਂ ਦੀ ਫਸਲ ਬੀਜਣ ਵਾਲਿਓ ਕਦੇ ਇੱਦਾਂ ਨਹੀਂ ਹੁੰਦਾ। ਜਾਗਦੀ ਕਲਮ ਚੁੱਪ ਰਹੇ ਤੇ ਕੁਝ ਨਾ ਕਹੇ। ਸਮੇਂ ਦਾ ਸੱਚ, ਸਮੇਂ ਦਾ ਸੱਚ ਜਦ ਅੱਖਾਂ ਅੱਗੇ ਆ ਖੜਾਉਂਦਾ ਏ, ਤਾਂ ਮੁਲਕ ਦਾ ਅੰਨਦਾਤਾ ਠਰੀਆਂ ਰਾਤਾਂ ਦੀ ਬੁੱਕਲ 'ਚ ਬਹਿ ਕੇ ਰੋਹ ਦੇ ਨਕਸ਼ ਉਲੀਕਦਾ, ਲਹੂ ਦੇ ਅਥਰੂ ਰੋਂਦਾ ਏ। ਸਮੇਂ ਦਾ ਸੱਚ ਜਦ ਅੱਖਾਂ ਅੱਗੇ ਆ ਖੜਾਉਂਦਾ ਏ, ਤਾਂ ਮੁਲਕ ਦਾ ਅੰਨਦਾਤਾ ਠਰੀਆਂ ਰਾਤਾਂ ਦੀ ਬੁੱਕਲ 'ਚ ਬਹਿ ਕੇ
ਰੋਹ ਦੇ ਨਕਸ਼ ਉਲੀਕਦਾ, ਲਹੂ ਦੇ ਅਥਰੂ ਰੋਂਦਾ ਏ। ਵੇਲੇ ਦਾ ਹਾਕਮ ਜਦ ਨਾ ਸੁਣੇ, ਵੇਲੇ ਦਾ ਹਾਕਮ ਜਦ ਨਾ ਸੁਣੇ, ਤਾਂ ਤੁਹਾਡੀਆਂ ਰਗਾਂ ਵਿੱਚੋਂ ਰੋਹ ਬਣ ਕੇ ਜਾਗਦਾ, ਵਜੂਦ ਵਿੱਚੋਂ ਨਿਕਲਿਆ ਹਰ ਸਾਹ ਫਿਰ ਵਿਦਰੋਹ ਬਣ ਕੇ ਜਾਗਦਾ। ਭਲਾ ਤੁਸੀਂ ਦੱਸੋ ਖਾਂ ਦੋਸਤੋ, ਭਲਾ ਤੁਸੀਂ ਦੱਸੋ ਖਾਂ ਦੋਸਤੋ, ਕਿੰਨਾ ਕੁ ਚਿਰ ਡੱਕਿਆ ਜਾ ਸਕਦਾ ਹੈ ਹਿੱਕ ਅੰਦਰੋਂ ਨਿਕਲਦੀਆਂ ਤੱਤੀਆਂ ਆਵਾਂ ਨੂੰ, ਮਿਹਨਤ ਨਾਲ ਖੁਰਦਰੇ ਪੈਰਾਂ ਦੀਆਂ ਰਾਹਾਂ ਨੂੰ। ਕਿੰਨਾ ਕੁ ਚਿਰ ਡੱਕਿਆ ਜਾ ਸਕਦਾ ਹੈ ਹਿੱਕ ਅੰਦਰੋਂ ਨਿਕਲਦੀਆਂ ਤੱਤੀਆਂ ਆਵਾਂ ਨੂੰ, ਮਿਹਨਤ ਨਾਲ ਖੁਰਦਰੇ ਪੈਰਾਂ ਦੀਆਂ ਰਾਹਾਂ ਨੂੰ। ਅਜੀਬ ਗੱਲ ਹੈ ਦੋਸਤੋ, ਅਜੀਬ ਗੱਲ ਹੈ ਦੋਸਤੋ, ਗੱਡੀਆਂ ਸੂਲਾਂ ਨਾਲ ਖਹਿ ਕੇ ਜਿੱਥੇ ਮਿਹਨਤ ਕਸ਼ਾਂ ਦੇ ਹੱਥ ਜਿਉਣ ਜੋਗਾ ਕਰਦੇ ਤੇ ਜ਼ਿੰਦਗੀ ਦੇ ਨਕਸ਼ ਬੀਜਦੇ ਨੇ, ਉੱਥੇ ਜ਼ਖਮਾਂ ਚੋਂ ਸਿਮਦਾ ਲਹੂ ਵੇਖ, ਉੱਥੇ ਜ਼ਖਮਾਂ ਚੋਂ ਸਿਮਦਾ ਲਹੂ ਵੇਖ, ਠਰੀਆਂ ਜ਼ਮੀਰਾਂ ਵਾਲੇ ਰੀਝਦੇ ਨੇ। ਜ਼ਖਮਾਂ ਚੋਂ ਸਿਮਦਾ ਲਹੂ ਵੇਖ, ਠਰੀਆਂ ਜ਼ਮੀਰਾਂ ਵਾਲੇ ਰੀਝਦੇ ਨੇ। ਜੇ ਅੱਜ ਦੇ ਹਾਕਮ ਆਪਣਿਆਂ ਦੇ ਹੀ ਪਿੰਡੇ ਤੇ ਚੰਬੜੀ ਜੋਕ ਨੇ, ਤਾਂ ਉਹ ਇਹ ਨਾ ਭੁੱਲਣ ਕਿ ਇਹ ਲੋਕ ਮਿੱਟੀ ਤੇ ਲੋਹੇ ਦੀ ਸੁਮੇਲ ਦੇ ਜਾਏ ਹੋਏ ਲੋਕ ਨੇ। ਤਾਂ ਉਹ ਇਹ ਨਾ ਭੁੱਲਣ ਕਿ ਇਹ ਲੋਕ ਮਿੱਟੀ ਤੇ ਲੋਹੇ ਦੇ ਸੁਮੇਲ ਦੇ ਜਾਏ ਹੋਏ ਲੋਕ ਨੇ। ਦੋਸਤੋ ਫਿਲਹਾਲ ਇਹ ਨਜ਼ਮ ਅਧੂਰੀ ਏ। ਜੇਕਰ ਅਧੂਰੀ ਏ ਤਾਂ ਅਧੂਰੀ ਹੀ ਰਹਿਣ ਦਿਓ। ਸਮੇਂ ਦੇ ਹਾਕਮੋ, ਥਾਲ 'ਚ ਪਈ ਸ਼ੱਕਰ, ਘਿਓ ਤੇ ਕਣਕ ਨੂੰ ਚੂਰੀ ਹੀ ਰਹਿਣ ਦਿਓ। ਸਮੇਂ ਦੇ ਹਾਕਮੋ, ਥਾਲ 'ਚ ਪਈ ਸ਼ੱਕਰ, ਘਿਓ ਤੇ ਕਣਕ ਨੂੰ ਚੂਰੀ ਹੀ ਰਹਿਣ ਦਿਓ। ਜੇ ਇਹ ਚੂਰੀ ਕਿਤੇ ਮਿਹਨਤ ਕਸ਼ਾਂ ਲਈ ਜ਼ਹਿਰ ਬਣ ਗਈ ਤਾਂ ਮਿੱਤਰੋ, ਜ਼ੁਲਮ ਦੇ ਖਿਲਾਫ ਇਹ ਚੂਰੀ ਫਿਰ ਕਹਿਰ ਬਣ ਗਈ। ਜ਼ੁਲਮ ਦੇ ਖਿਲਾਫ ਫਿਰ ਚੂਰੀ ਕਹਿਰ ਬਣ ਗਈ। ਸ਼ੁਕਰੀਆ। ਬਹੁਤ ਖੂਬ ਪ੍ਰੋਫੈਸਰ ਸੰਦੀਪ। ਗਾਇਤਰੀ ਸਪੀਵਾਕ ਆਪਣੇ ਇੱਕ ਆਰਟੀਕਲ ਵਿੱਚ ਕਹਿੰਦਾ ਸਪੋਰਟਨ ਸਪੀਕ ਵਿੱਚ ਇਹਨਾਂ ਹੀ ਮੌਨ ਧਿਰਾਂ ਦੀ ਗੱਲ ਕਰਦੀ ਆ। ਸੋ ਦੱਬੀਆਂ ਕੁਚਲੀਆਂ ਸੀਮਾਵਰਤੀ ਧਿਰਾਂ, ਮੌਨ ਕਰ ਦਿੱਤੀਆਂ ਧਿਰਾਂ, ਗੂੰਗੀਆਂ ਬਣਾ ਦਿੱਤੀਆਂ ਗਈਆਂ ਧਿਰਾਂ। ਤੇ ਸਾਡੀ ਖੁਸ਼ਕਿਸਮਤੀ ਹੈ ਕਿ ਇਸ ਕਿਸਮ ਦੇ ਸਾਡੇ ਕੋਲ ਸ਼ਾਇਰ ਮੌਜੂਦ ਨੇ ਜਿਹੜੇ ਕਿ ਇਹੋ ਜਿਹੀਆਂ ਮੌਨ ਧਿਰਾਂ ਨੂੰ ਆਵਾਜ਼ ਦੇ ਰਹੇ ਨੇ। ਹੁਣ ਮੈਂ ਬੇਨਤੀ ਕਰਦੀ ਹਾਂ ਪ੍ਰੋਫੈਸਰ ਕੁਲਜੀਤ ਜੀ ਨੂੰ, HMV ਕਾਲਜ ਦੇ ਪ੍ਰਾਧਿਆਪਕ ਨੇ, ਕਿ ਉਹ ਆਪਣੀ ਕਵਿਤਾ ਸਾਡੇ ਨਾਲ ਸਾਂਝੀ ਕਰਨ। ਪ੍ਰੋਫੈਸਰ ਕੁਲਜੀਤ ਜੀ। ਜੋਸ਼, ਜਜ਼ਬੇ ਤੇ ਜਨੂੰਨ ਨਾਲ ਕੰਮ ਕਰਨ ਵਾਲੇ ਡਾਕਟਰ ਨਵਜੋਤ, ਜਿਨ੍ਹਾਂ ਨੇ ਸਿਰਫ ਕਾਵਿਕ ਰਚਨਾਵਾਂ ਹੀ ਨਹੀਂ ਕੀਤੀਆਂ ਕਿਸਾਨੀ ਸੰਕਟ ਤੇ ਇਸ ਵੇਲੇ ਜੋ ਬਣਿਆ ਹੋਇਆ, ਉਹਨਾਂ ਨੇ ਖੁਦ ਵੀ ਜਾ ਕੇ ਇਹਦੇ 'ਚ ਹਿੱਸਾ ਲਿਆ ਔਰ ਦਿੱਲੀ ਜਾ ਕੇ ਔਰ ਆਪਣੇ ਇਲਾਕੇ ਦੇ ਵਿੱਚ ਟੋਲ ਪਲਾਜ਼ਾ ਤੇ ਬਹੁਤ ਠੰਡ ਵਾਲੇ ਦਿਨਾਂ 'ਚ ਬੈਠ ਕੇ ਇਹਨਾਂ ਨੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਕੀਤਾ। ਇਹਨਾਂ ਨੂੰ ਮੈਂ ਆਪਣੇ ਵੱਲੋਂ ਸਿਜਦਾ ਕਰਦੀ ਹਾਂ ਕਿ ਆਪਣੀ ਇੱਕ ਸੋਚ ਲੈ ਕੇ ਤੁਰੇ ਆ ਔਰ ਉਹ ਸੋਚ ਜਿਹੜੀ ਆ ਅਸੀਂ ਇਸ ਲਾਇਲਪੁਰ ਖਾਲਸਾ ਕਾਲਜ ਦੇ ਇਸ ਵਿਹੜੇ 'ਚ ਵੀ ਦੇਖਦੇ ਹਾਂ ਕਿ ਮੈਡਮ ਨੇ ਕਿਸ ਤਰ੍ਹਾਂ ਇਸ ਸਾਰੀ ਸੰਸਥਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਜਿਹੜਾ ਕਿ ਡਾਕਟਰ ਅਕਾਲ ਅੰਮ੍ਰਿਤ ਦੀ ਅਗਵਾਈ ਚੱਲ ਰਿਹਾ, ਉਹਨਾਂ ਨੂੰ ਮੈਂ ਵਧਾਈ ਦੇਣੀ ਆ ਕਿ ਉਹਨਾਂ ਨੇ ਜਿਹੜੀ ਇੱਕ ਆਵਾਜ਼ ਆ ਕਿਸਾਨੀ ਰੋਸ ਪ੍ਰਦਰਸ਼ਨ ਦੀ, ਉਹ ਕਲਮਾਂ ਦੇ ਜ਼ਰੀਏ ਅਸੀਂ ਕਿਸ ਤਰ੍ਹਾਂ ਪੇਸ਼ ਕਰ ਸਕਦੇ ਹਾਂ, ਉਹਨੂੰ ਇੱਕ ਸਾਨੂੰ ਪਲੇਟਫਾਰਮ ਦਿੱਤਾ। ਤੇ ਮੈਨੂੰ ਇੱਕ ਹੋਰ ਵੀ ਖੁਸ਼ੀ ਦੀ ਇਹ ਗੱਲ ਮੈਨੂੰ ਆਪਣੇ ਲਈ ਲੱਗ ਰਹੀ ਸੀ ਨਿੱਜੀ ਤੌਰ ਤੇ, ਕਿਉਂਕਿ ਜਦੋਂ ਦਾ ਲੋਕਡਾਊਨ ਹੋਇਆ ਹੈ ਪਹਿਲੀ ਵਾਰ ਇਸ ਤਰ੍ਹਾਂ ਦਾ ਕਵੀ ਦਰਬਾਰ ਜਿਹੜਾ ਆ ਉਹਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਔਰ ਅਸੀਂ ਇੱਕ ਇਸ ਲਈ ਲਾਇਲਪੁਰ ਖਾਲਸਾ ਕਾਲਜ ਫਾਰ ਵਿਮਨ ਨੂੰ ਵਧਾਈ ਵੀ ਦਿੰਦੇ ਹਾਂ ਕਿ ਸਾਨੂੰ ਇੱਕ ਪਲੇਟਫਾਰਮ ਬਹੁਤ ਲੰਬੇ ਸਮੇਂ ਬਾਅਦ ਮਿਲਿਆ ਆ ਜਿੱਥੇ ਅਸੀਂ ਇਸ ਤਰ੍ਹਾਂ ਸਰੋਤਿਆਂ ਦੇ ਰੂਬਰੂ ਹੋ ਸਕਦੇ ਹੋਈਏ ਔਰ ਆਪਣੇ ਸਾਥੀਆਂ ਦੀਆਂ ਕਲਾਮ ਸੁਣ ਸਕੀਏ। ਤਾਂ ਇੱਕ ਛੋਟੀ ਜਿਹੀ ਮੈਂ ਦੋ ਛੋਟੀਆਂ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਵਾਵਾਂਗੀ। ਪਹਿਲੀ ਹੈ ਕਿ ਅਸੀਂ ਕਦੀ ਵੀ ਜਦੋਂ ਕਿਸੇ ਵੀ ਜ਼ਬਰ ਜ਼ੁਲਮ ਦੇ ਖਿਲਾਫ ਲੜਦੇ ਹਾਂ ਤੇ ਬਹੁਤ ਡਾਵਾਂਡੋਲ ਵੀ ਸਥਿਤੀਆਂ ਬਣਦੀਆਂ ਨੇ, ਤਾਂ ਸਾਡੇ ਕਿਸਾਨੀ ਜਿਹੜਾ ਸੰਘਰਸ਼ ਆ ਉਸ ਵਿੱਚ ਵੀ ਬੜੇ ਤਰ੍ਹਾਂ ਦੇ ਦੌਰ ਅਸੀਂ ਪਿਛਲੇ 3 ਮਹੀਨਿਆਂ ਤੋਂ ਖਾਸ ਕਰਕੇ ਦਿੱਲੀ ਦੇ ਦਰਬਾਰ ਨਾਲ ਜਿਹੜੀ ਇੱਕ ਟੱਕਰ ਚੱਲ ਰਹੀ ਹੈ ਉਹ 'ਚ ਵੇਖਿਆ। ਤਾਂ ਮੈਂ ਉਹਨਾਂ ਕਿਸਾਨ, ਮੇਰੇ ਜਿਹੜੇ ਬਾਪੂ ਨੇ ਉਹ 'ਚ ਮੇਰੇ ਤਾਏ ਨੇ, ਮੇਰੇ ਚਾਚੇ ਨੇ, ਜਿਹੜੇ ਖੇਤਾਂ ਤੱਕ ਤੇ ਘਰਾਂ ਤੱਕ ਉਹਨਾਂ ਦਾ ਜੀਵਨ ਹੈ, ਉਹਨਾਂ ਲਈ ਮੈਂ ਇੱਕ ਗੱਲ ਕਹਿਣਾ ਚਾਹਾਂਗੀ। ਹਨੇਰੀਆਂ ਆਉਣ ਚਾਹੇ ਲੱਖ ਵਾਰੀ ਤੂੰ ਦੀਵਾ ਬਾਲ ਕੇ ਰੱਖੀ, ਹਨੇਰੀਆਂ ਆਉਣ ਚਾਹੇ ਲੱਖ ਵਾਰੀ ਤੂੰ ਦੀਵਾ ਬਾਲ ਕੇ ਰੱਖੀ, ਚਟਾਨਾਂ ਵੀ ਤੇਰੇ ਨਾਲ ਟਕਰਾਉਣ ਤੂੰ ਦੀਵਾ ਬਾਲ ਕੇ ਰੱਖੀ। ਤੁਰੀ ਜਦ ਤੁਰੀ ਇਸ ਤਰ੍ਹਾਂ ਲੋਕੀ ਚੁੰਮਣ ਤੇਰੇ ਨਕਸ਼ੇ ਕਦਮਾਂ ਨੂੰ,
ਤੁਰੀ ਜਦ ਤੁਰੀ ਇਸ ਤਰ੍ਹਾਂ ਲੋਕੀ ਚੁੰਮਣ ਤੇਰੇ ਨਕਸ਼ੇ ਕਦਮਾਂ ਨੂੰ, ਰੁਕੀ ਬੇਸ਼ੱਕ ਰਾਵਾਂ ਵਿੱਚ ਪਰ ਮੱਥੇ ਦਾ ਦੀਵਾ ਬਾਲ ਕੇ ਰੱਖੀ। ਮਹਿਜ਼ ਕੁਝ ਸਾਹਾਂ ਤੇ ਸਦਰਾਂ ਲਈ ਜੀਣਾ ਨਹੀਂ ਦੌਲਤ ਵੱਡੀ, ਮਹਿਜ਼ ਕੁਝ ਸਾਹਾਂ ਤੇ ਸਦਰਾਂ ਲਈ ਜੀਣਾ ਨਹੀਂ ਦੌਲਤ ਵੱਡੀ, ਜਿਵੇਂ ਇਤਿਹਾਸ ਬਣ ਕੇ ਨਰੋਈ ਰੀਝ ਦਾ ਦੀਵਾ ਬਾਲ ਕੇ ਰੱਖੀ। ਹਨੇਰੀ ਜਦ ਵੀ ਝੁਲਦੀ ਏ, ਹਨੇਰੀ ਜਦ ਵੀ ਝੁਲਦੀ ਏ, ਬਦਲ ਜਾਂਦਾ ਏ ਰੰਗ ਮੌਸਮ ਦਾ, ਹਨੇਰੀ ਜਦ ਵੀ ਝੁਲਦੀ ਏ, ਬਦਲ ਜਾਂਦਾ ਏ ਰੰਗ ਮੌਸਮ ਦਾ, ਬਦਲੀਆਂ ਗਮਾਂ ਦੀਆਂ ਗੂੜੀਆਂ ਵੇਲੇ ਤੂੰ ਦੀਵਾ ਬਾਲ ਕੇ ਰੱਖੀ। ਬੜਾ ਹੀ ਸ਼ੋਰ ਹੈ ਚੁਫੇਰੇ, ਬੜਾ ਹੀ ਸ਼ੋਰ ਹੈ ਚੁਫੇਰੇ, ਨਹੀਂ ਕੋਈ ਸੁਰਤਾਨ ਬੰਸਰੀ ਦੀ, ਬੜਾ ਹੀ ਸ਼ੋਰ ਹੈ ਚੁਫੇਰੇ, ਨਹੀਂ ਕੋਈ ਸੁਰਤਾਨ ਬੰਸਰੀ ਦੀ, ਪਪੀਹੇ ਗੀਤ ਮਿੱਠੇ ਗਾਉਣਗੇ ਇੱਕ ਦਿਨ, ਤੂੰ ਦੀਵਾ ਬਾਲ ਕੇ ਰੱਖੀ, ਤੂੰ ਦੀਵਾ ਬਾਲ ਕੇ ਰੱਖੀ। ਮੈਂ ਆਪਣੇ ਅੰਨਦਾਤਾ ਕਿਸਾਨ ਨੂੰ ਸਜਦਾ ਕਰਦਿਆਂ ਹੋਇਆਂ ਇੱਕ ਨਜ਼ਮ ਉਹਨਾਂ ਲਈ। ਅੰਨਦਾਤਾ ਕਹਿੰਦੇ ਮੈਨੂੰ ਦੇਸ਼ ਦਾ ਕਿਸਾਨ ਹਾਂ, ਅੰਨਦਾਤਾ ਕਹਿੰਦੇ ਮੈਨੂੰ ਦੇਸ਼ ਦਾ ਕਿਸਾਨ ਹਾਂ, ਧੁੱਪਾਂ ਛਾਵਾਂ ਸਹਿ ਕੇ ਹੋਇਆ ਮੈਂ ਜਵਾਨ ਹਾਂ। ਸਾਦਗੀ ਤੇ ਜ਼ਿੰਦਾ ਦਿਲੀ ਸਾਥੀ ਮੇਰੇ ਧੁਰ ਤੋਂ, ਸਾਦਗੀ ਤੇ ਜ਼ਿੰਦਾ ਦਿਲੀ ਸਾਥੀ ਮੇਰੇ ਧੁਰ ਤੋਂ, ਕਿਰਤੀ ਹਾਂ ਮਿਹਨਤੀ ਹਾਂ ਧਰਤੀ ਇਮਾਨ ਹਾਂ, ਅਣਖੀ ਹਾਂ ਗੈਰਤੀ ਹਾਂ ਮਿੱਟੀ ਨਾਲ ਸਾਂਝ ਮੇਰੀ, ਅਣਖੀ ਹਾਂ ਗੈਰਤੀ ਹਾਂ ਮਿੱਟੀ ਨਾਲ ਸਾਂਝ ਮੇਰੀ, ਰੁੱਖੀ ਮਿੱਸੀ ਖਿੜੇ ਮੱਥੇ ਕਰਦਾ ਪ੍ਰਵਾਨ ਹਾਂ। ਅੰਨਦਾਤਾ ਕਹਿੰਦੇ ਮੈਨੂੰ ਦੇਸ਼ ਦਾ ਕਿਸਾਨ ਹਾਂ। ਖੇਤਾਂ ਦਾ ਮੈਂ ਪੁੱਤ, ਖੇਤਾਂ ਦਾ ਮੈਂ ਪੁੱਤ, ਮੇਰਾ ਪੁੱਤ ਸਰਹੱਦ ਤੇ, ਖੇਤਾਂ ਦਾ ਮੈਂ ਪੁੱਤ, ਮੇਰਾ ਪੁੱਤ ਸਰਹੱਦ ਉੱਤੇ, ਦੇਸ਼ ਲਈ ਜੀਵਾਂ ਮਰਾਂ ਹੁੰਦਾ ਕੁਰਬਾਨ ਹਾਂ। ਸਦੀਆਂ ਤੋਂ ਧਰਤੀ ਦੀ ਹਿੱਕ ਵਿੱਚੋਂ ਸੋਨਾ ਮੈਂ ਉਗਾਵਦਾ, ਸਦੀਆਂ ਤੋਂ ਧਰਤੀ ਦੀ ਹਿੱਕ ਚੋਂ ਸੋਨਾ ਮੈਂ ਉਗਾਵਦਾ, ਸਾਰਿਆਂ ਦਾ ਢਿੱਡ ਭਰਾਂ ਉਹੀ ਕਿਸਾਨ ਹਾਂ। ਅੰਨਦਾਤਾ ਕਹਿੰਦੇ ਮੈਨੂੰ ਦੇਸ਼ ਦਾ ਕਿਸਾਨ ਹਾਂ। ਜਾਬਰਾਂ ਤੇ ਜ਼ੁਲਮਾਂ ਤੋਂ, ਜਾਬਰਾਂ ਤੇ ਜ਼ਾਲਮਾਂ ਤੋਂ ਸਹਿਣਾ ਮੈਂ ਨਹੀਂ ਸਿੱਖ, ਜਾਬਰਾਂ ਤੇ ਜ਼ਾਲਮਾਂ ਨੂੰ ਸਹਿਣਾ ਮੈਂ ਨਹੀਂ ਸਿੱਖਿਆ, ਜਾਬਰਾਂ ਤੇ ਜ਼ਾਲਮਾਂ ਨੂੰ ਸਹਿਣਾ ਮੈਂ ਨਹੀਂ ਸਿੱਖਿਆ, ਇਸੇ ਲਈ ਦਿੱਲੀਏ ਮੈਂ ਤੇਥੋਂ ਪਰੇਸ਼ਾਨ ਹਾਂ, ਇਸੇ ਲਈ ਦਿੱਲੀਏ ਮੈਂ ਤੇਥੋਂ ਪਰੇਸ਼ਾਨ ਹਾਂ। ਜਾਗ ਪਿਆ ਹੁਣ ਮੈਂ ਤਾਂ ਗਾਫਲੀ ਦੀ ਨੀਂਦ ਤੋਂ, ਜਾਗ ਪਿਆ ਹੁਣ ਮੈਂ ਤਾਂ ਗਾਫਲੀ ਦੀ ਨੀਂਦ ਤੋਂ, ਰੁਕਣਾ ਨਾ ਤੇਥੋਂ ਮੈਂ ਤਾਂ ਅਥਰਾ ਤੂਫਾਨ ਹਾਂ, ਰੁਕਣਾ ਨਾ ਤੇਥੋਂ ਮੈਂ ਤਾਂ ਅਥਰਾ ਤੂਫਾਨ ਹਾਂ। ਮਾਨਸ ਕੀ ਜਾਤ ਸਭੇ, मानस की जात सब एको पहचानदा मैं, मानस की जात सब एको पहचानदा मैं, हद्दां सरहद्दां नहीं वेखदा मैं पूरा हिंदुस्तान हाँ, मैं पूरा हिंदुस्तान हाँ। अन्नदाता कहंदे मैनू देश दा किसान हाँ, धुप्पां छावां सह के होया मैं जवान हाँ, तो धुप्पां छावां सह के होया मैं जवान। शुक्रिया। शुक्रिया प्रोफैसर कुलजीत जी। प्रोफैसर कुलजीत जी ने किसान ਦੀ ਕੀ ਕੰਟਰੀਬਿਊਸ਼ਨ ਆ ਸਾਡੇ ਸਮਾਜ ਦੇ ਵਿੱਚ ਉਹਦੇ ਵੱਲ ਕੁਝ ਹੀ ਲਾਈਨਾਂ ਕੁਝ ਹੀ ਸਤਰਾਂ ਦੇ ਵਿੱਚ ਬਹੁਤ ਵੱਡਾ ਸੰਕੇਤ ਕੀਤਾ ਆ। ਤੇ ਇਸ ਦੇ ਨਾਲ ਹੀ ਪ੍ਰੋਫੈਸਰ ਕੁਲਜੀਤ ਨੇ ਪ੍ਰਗਤੀਵਾਦੀ ਸੋਚ ਨੂੰ ਵੀ ਡਿਪਿਕਟ ਕਰਦਿਆਂ ਇੱਕ ਉਮੀਦ, ਇੱਕ ਆਸ਼ਾ, ਇੱਕ ਆਸ, ਇੱਕ ਸਕਾਰਾਤਮਕ ਸੋਚ ਜਿਹੜੀ ਉਹ ਸਾਨੂੰ ਦਿਖਾਈ ਆ ਕਿ ਅੰਤ ਜਿਹੜਾ ਉਹ ਭਲਾ ਹੀ ਹੋਏਗਾ, ਉਸੇ ਦੀ ਉਮੀਦ ਅਸੀਂ ਰੱਖ ਸਕਦੇ ਹਾਂ। ਸੋ ਬਹੁਤ ਸ਼ੁਕਰੀਆ ਪ੍ਰੋਫੈਸਰ ਕੁਲਜੀਤ ਜੀ। ਹੁਣ ਮੈਂ ਗੁਜ਼ਾਰਿਸ਼ ਕਰਦੀ ਹਾਂ ਡਾਕਟਰ ਤਜਿੰਦਰ ਜੀ ਜੋ ਕਿ ਰੀਜਨਲ ਕੈਂਪਸ ਜਲੰਧਰ ਦੇ ਸਾਬਕਾ ਪ੍ਰੋਫੈਸਰ ਨੇ ਤੇ ਸਾਹਿਤਕ ਤੇ ਅਕਾਦਮਿਕ ਖੇਤਰ ਦੀ ਜਾਣੀ ਪਹਿਚਾਣੀ ਹਸਤੀ ਨੇ। ਸੋ ਮੈਂ ਡਾਕਟਰ ਤਜਿੰਦਰ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣਾ ਕਲਾਮ ਸਾਡੇ ਨਾਲ ਸਾਂਝਾ ਕਰਨ। मेरी तो किसानों ਨੂੰ एक दुआ वर्गी कविता है बस। जुग जुग जीण किसान वीर कदे तत्ती वाह ना लगे, जुग जुग जीण किसान वीर कदे तत्ती वाह ना लगे, नहीं सहणियां बेइंसाफियां नहीं चुकना जुल्म दे अगे। सुख सबना दी जो मंगदा क्यों फिकरां विच किसान, सुख सबना दी जो मंगदा क्यों फिकरां विच किसान, फसलां ते डाके पै रहे क्यों सूली टंगी जान, कहर सिर ते ढह पिया ते जुल्म हनेरी वगे, जुग जुग जीण किसान वीर कदे तत्ती वाह ना लगे, नहीं सहणियां बेइंसाफियां नहीं चुकना जुल्म दे अगे। राहां विच पत्थर रख के लख रोके कोई राह, राहां विच पत्थर रख के लख रोके कोई राह, ले जान बहा के शूक दे हक सच वाले दरिया,
ਹੱਕ ਆਪਣਾ ਲੈਣਾ ਜਾਣਦੇ ਧਰਤੀ ਦੇ ਸ਼ੇਰ ਇਹ ਬੱਗੇ, ਨਹੀਂ ਸਹਿਣੀਆਂ ਬੇਇਨਸਾਫੀਆਂ, ਨਹੀਂ ਝੁਕਣਾ ਜ਼ੁਲਮ ਦੇ ਅੱਗੇ। ਜੁਗ ਜੁਗ ਜੀਣ ਕਿਸਾਨ ਵੀਰ, ਕਦੇ ਤੱਤੀ ਵਾਹ ਨਾ ਲੱਗੇ, ਨਹੀਂ ਸਹਿਣੀਆਂ ਬੇਇਨਸਾਫੀਆਂ, ਨਹੀਂ ਝੁਕਣਾ ਜ਼ੁਲਮ ਦੇ ਅੱਗੇ, ਨਹੀਂ ਝੁਕਣਾ ਜ਼ੁਲਮ ਦੇ ਅੱਗੇ। बहुत शुक्रिया डॉक्टर तजिंदर मैडम ने अपनी कविता दे राही स्थापती सिस्टम ते एक वड्डा प्रश्न खड़ा किया है ते उस सिस्टम दे प्रति एक प्रतिरोध की सुर जिहड़ी आ उन्होंने अपनी कविता राही पेश की है। बहुत शुक्रिया मैम। हुण मैं गुजारिश करती हाँ KMV कॉलेज के अंग्रेजी विभाग के साबका मुखी प्रोफैसर सीमा जैन जी नूं, ਜਿਹੜੇ कि कई पुस्तकों के लेखक ने रचयिता ने, कि वो अपना कलाम साडे नाल साझा करन। मैडम सीमा जैन जी। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੈਂ ਅੱਜ ਦੇ ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਨਵਜੋਤ ਜੀ ਦਾ ਤੇ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਕਵੀ ਦਰਬਾਰ ਦਾ ਆਯੋਜਨ ਕੀਤਾ ਤੇ ਸਾਨੂੰ ਸਾਰਿਆਂ ਨੂੰ ਸਭ ਦੇ ਅੰਦਰ ਇੱਕ ਦਿਲਾਂ ਵਿੱਚ ਜਿਹੜਾ ਇੱਕ ਦਰਦ ਹੈਗਾ ਉਹਨੂੰ ਸਭ ਦੇ ਨਾਲ ਵੰਡਣ ਦਾ ਇੱਕ ਮੌਕਾ ਦਿੱਤਾ। ਔਰ ਲਾਇਲਪੁਰ ਖਾਲਸਾ ਕਾਲਜ ਫॉर ਵੂਮਨ ਦੇ ਸਟਾਫ ਔਰ ਸਟੂਡੈਂਟਸ ਨੂੰ ਮੈਂ ਸ਼ੁਕਰੀਆ ਕਰਦੀ ਹਾਂ ਕਿ ਇਸ ਮੌਕੇ ਸਾਨੂੰ ਤੁਹਾਡੇ ਨਾਲ ਰੂਬਰੂ ਹੋਣ ਦਾ ਇੱਕ ਮੌਕਾ ਮਿਲਿਆ। ਅਸੀਂ ਸਾਰੇ ਜਾਣਦੇ ਹਾਂ ਕਿਸਾਨੀ ਸੰਘਰਸ਼ ਬਾਰੇ ਬਹੁਤ ਗੱਲਾਂ ਕੀਤੀਆਂ ਗਈਆਂ। ਕਿੰਨੇ ਦਿਨਾਂ ਤੋਂ, ਲਗਭਗ 3 ਮਹੀਨਿਆਂ ਤੋਂ ਉੱਪਰ ਹੋ ਗਏ ਨੇ ਕਿਸਾਨ ਕੜਕ ਦੀ ਠੰਡ ਵਿੱਚ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਔਰ ਉਹਨਾਂ ਦੀ ਕੋਈ ਸੁਣਵਾਈ ਨਾ ਹੋਣਾ ਇਹ ਸਭ ਦੇ ਦਿਲ ਨੂੰ ਕਿੰਨੀ ਤਕਲੀਫ ਦੇ ਰਿਹਾ ਹੈ। ਇਹ ਅਸੀਂ ਅਲੱਗ-ਅਲੱਗ ਕਵੀਆਂ ਦੇ ਕਲਾਮ ਦੇ ਜ਼ਰੀਏ ਸੁਣਿਆ। ਜਿੰਨੇ ਵੀ ਕਵੀਆਂ ਨੂੰ ਮੈਂ ਅਜੇ ਤੱਕ ਸੁਣਿਆ ਸਭ ਦੇ ਕਲਾਮ ਇੱਕ ਤੋਂ ਵੱਧ ਕੇ ਇੱਕ ਸੀਗੇ। ਮੇਰੀ ਇਹ ਕਵਿਤਾ ਜਿਹੜੀ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਉਹ ਕਿਸਾਨੀ ਸੰਘਰਸ਼ ਨੂੰ, ਕਿਸਾਨਾਂ ਦੇ ਜਜ਼ਬੇ ਨੂੰ ਸਮਰਪਿਤ ਹੈ। ਕਵਿਤਾ ਮੈਂ ਹਿੰਦੀ ਵਿੱਚ ਪੇਸ਼ ਕਰਾਂਗੀ। ਉਸ ਦਾ ਸ਼ੀਰਸ਼ਕ ਹੈ मिट्टी का कर्ज। धरती का सीना चीर जो भूख सभी की हरता है, धरती का सीना चीर जो भूख सभी की हरता है, अपने हाथों की मेहनत से पेट सभी का भरता है। उसी कृषक की गर्दन पर जब जुल्म का फंदा कसता है, उसी कृषक की गर्दन पर जब जुल्म का फंदा कसता है, सारी मानवता रोती है, हर आंख से आंसू झरता है। सदियों उसने जुल्म सहा लेकिन कुछ भी कहे बिना, करता अपना कर्म रहा, अपने पथ पर डटा रहा। चलता रहा वो रुके बिना, डरे बिना और थके बिना, हर बाधा से जूझ जूझ मंजिल की तरफ वो बढ़ा चला। लेकिन उसके सब्र का प्याला कभी कभी जब भर जाता है, लेकिन उसके सब्र का प्याला कभी कभी जब भर जाता है, भूख गरीबी और लाचारी से अंदर कुछ मर जाता है, तब तब उसके सीने में चुभने लगते हैं लाखों शूल, या फिर अपनी जान गंवा वह जाता है फंदे पर झूल, या फिर अपनी जान गंवा वह जाता है फंदे पर झूल। कोई नहीं जब सुन पाता है उसकी चीख उसकी फरियाद, कोई नहीं जब सुन पाता है उसकी चीख उसकी फरियाद, तब फिर उसके आंसू बहकर बन जाते हैं एक सैलाब। सत्ता और ताकत वालों को कर देते हैं ये बर्बाद, बड़े बड़े महलों को, बड़े बड़े महलों तख्तों को ले डूबते ये सैलाब। सदियों उसने बहुत सहा और सदियों उस पर जुल्म हुआ, बहुत रहा चुप बहुत सुना पर बस
अब ये सब बहुत हुआ। जब जब अपने खेत छोड़कर सड़कों पर वह निकल पड़ा, आंधी तूफान गर्मी सर्दी सब झेले पर अटल रहा। चाहे कोई उसे समझे कितना भी भोला और नादान, चाहे कोई उसे समझे कितना भी भोला और नादान, अपने भले बुरे की लेकिन रखता है वह सब पहचान। जाग गया अब मेहनत कश है, अब ना कोई शोषण होगा। जाग गया अब मेहनत कश है, अब ना कोई शोषण होगा। सुन लो ऐ दौलत वालों तुम, वरना युद्ध भीषण होगा, वरना युद्ध भीषण होगा। जो उसकी तकलीफ न समझे, हृदय नहीं पाषाण है वो। जो उसकी तकलीफ न समझे, हृदय नहीं पाषाण है वो। मीरदास सी बुद्धि वाला, मनुज नहीं हैवान है वो। मत भूलो किसके उद्यम से लहू रगों में बहता है। याद रखो उसको जो जग में पेट सभी का भरता है। मिट्टी से आए हम सब हैं, मिट्टी में मिल जाना है। जो मिट्टी से अन्न उगाए उसका कर्ज चुकाना है। जो मिट्टी से अन्न उगाए उसका कर्ज चुकाना है। बहुत बहुत धन्यवाद। ਥੈਂਕ ਯੂ ਮੈਡਮ ਸੀਮਾ ਜੈਨ ਜੀ। ਕਿਸਾਨ ਦੀ ਵੇਦਨਾ ਨੂੰ ਬਹੁਤ ਬਖੂਬੀ ਪੇਸ਼ ਕੀਤਾ ਹੈ ਇਹਨਾਂ ਨੇ। ਤੇ ਜਿਸ ਭੀਸ਼ਣ ਯੁੱਧ ਦੀ ਗੱਲ, ਸੋ ਮੈਨੂੰ ਵੀ 4 ਸਤਰਾਂ ਯਾਦ ਆ ਗਈਆਂ। है बहुत अंधियार अब सूरज निकलना चाहिए, है बहुत अंधियार अब सूरज निकलना चाहिए। जिस तरह से भी हो ये मौसम बदलना चाहिए। रोज़ जो चेहरे बदलते हैं लिबासों की तरह, रोज़ जो चेहरे बदलते हैं लिबासों की तरह, अब जनाजा ज़ोर से उनका निकलना चाहिए। ਹੁਣ ਮੈਂ ਗੁਜ਼ਾਰਿਸ਼ ਨਹੀਂ, ਹੱਕ ਜਤਾ ਰਹੀ ਹਾਂ ਆਪਣੀ ਇੱਕ ਬੜੀ ਪਿਆਰੀ ਜੀ ਸਹੇਲੀ ਜਿਹੜੀ ਆਡੀਅנס 'ਚ ਬੈਠੀ ਹੈ, ਸ਼ਾਇਰਾ ਆ, ਡਾਕਟਰ ਅਮਰਦੀਪ ਦਿਓਲ, ਐਸੋਸੀਏਟ ਪ੍ਰੋਫੈਸਰ ਹਿੰਦੀ ਡਿਪਾਰਟਮੈਂਟ, ਲਾਇਲਪੁਰ ਖਾਲਸਾ ਕਾਲਜ ਫॉर ਵੂਮਨ। ਸੋ ਡਾਕਟਰ ਦਿਓਲ ਪਲੀਜ਼ ਤੁਸੀਂ ਸਟੇਜ ਤੇ ਆਓ ਤੇ ਕੁਝ ਵਿਚਾਰ ਆਪਣੇ ਜ਼ਰੂਰ ਸਾਂਝੇ ਕਰੋ ਕਵਿਤਾ ਦੇ ਰੂਪ ਵਿੱਚ। ਆਪਣਾ ਕਲਾਮ ਲੈ ਕੇ ਆ ਰਹੇ ਨੇ ਡਾਕਟਰ ਦਿਓਲ। बहुत बहुत शुक्रिया अकाल मैम। ਇੱਥੇ ਬੈਠੇ ਬਹੁਤ ਹੀ ਸਤਿਕਾਰਯੋਗ ਮੈਡਮ ਪ੍ਰਿੰਸੀਪਲ ਤੇ ਬਹੁਤ ਹੀ ਅਜ਼ੀਮ ਸ਼ਖਸੀਅਤਾਂ ਕਵਿਤਾ ਦੇ ਖੇਤਰ ਦੀਆਂ। ਮੈਂ ਜਿਵੇਂ ਕਿ ਦੱਸਿਆ ਮੈਡਮ ਨੇ, ਵਾਕਈ ਜ਼ਬਰਦਸਤੀ, ਕਿਉਂਕਿ ਮੈਂ ਕੁਛ ਨਹੀਂ ਕਰਦੀ ਹੁੰਦੀ ਤੇ ਮੈਡਮ ਕਹਿੰਦੇ ਕਿ ਇੱਦਾਂ ਕਿੱਦਾਂ। ਤੇ ਫਿਰ ਦੇਖੋ, ਮੈਨੂੰ ਨਾ ਕਵਿਤਾ ਦਾ ਮੁਹਾਵਰਾ ਆਉਂਦਾ, ਨਾ ਮੈਨੂੰ ਸ਼ਾਇਰੀ ਦਾ ਵਿਆਕਰਣ ਪਤਾ ਹੈ। ਮੇਰੇ ਕੋਲ ਬਹੁਤੇ ਡੂੰਘੇ ਲਫ਼ਜ਼ ਵੀ ਨਹੀਂ ਨੇ, ਬਹੁਤ ਸਿੱਧੇ ਸਾਦੇ ਗੱਲਾਂ ਨੇ ਤੇ ਵਲਵਲੇ ਜ਼ਰੂਰ ਨੇ ਔਰ ਉਹ ਸੱਚੇ ਨੇ। ਜਿੰਨੇ ਕਿਸਾਨ ਮੇਰੇ ਭਰਾ, ਮੇਰੇ ਪਿਤਾ ਵਰਗੇ, ਮੇਰੇ ਪੁੱਤਰਾਂ ਵਰਗੇ ਵੀ ਬੈਠੇ ਨੇ, ਉਹਨਾਂ ਵਾਸਤੇ ਜੋ ਲੱਗਦਾ ਹੈ ਉਹ ਜ਼ਰੂਰ ਹੈ। ਬਹੁਤ ਹੀ ਜੱਜ ਨਹੀਂ ਕਰੋਗੇ ਤੁਸੀਂ, ਸਿਰਫ ਭਾਵਨਾ ਨੂੰ ਸਮਝ ਲਓਗੇ। ਤੇ ਆਪਣੇ ਕਿਸਾਨ ਭਾਈਆਂ ਲਈ ਜੋ ਮੈਂ ਕਹਿਣਾ ਚਾਹੁੰਦੀ ਹਾਂ, ਲਿਖਿਆ ਮੈਂ ਹਿੰਦੀ 'ਚ ਹੀ ਹੈ ਤੇ ਇੱਕ ਤੰਜ਼ ਵੀ ਹੈ समय दे जिहड़े हाकम ने। पेश करती हाँ मैं। भले ही दूर है मंजिल अभी गहरा अंधेरा है, भले ही दूर है मंजिल अभी गहरा अंधेरा है, मगर रुकना नहीं आगे बड़ा रोशन सवेरा है। बड़े आए गए हैं लूटने इस जरखेज मिट्टी को, बड़े आए गए हैं लूटने इस जरखेज मिट्टी को, ये भी चला जाएगा जो अब की लुटेरा है। हिस्ट्री वाले जानते ने, बड़े आए गए हैं लूटने इस जरखेज मिट्टी को, ये भी चला जाएगा जो अब की लुटेरा है। फरेबी है,
फरेबी है ना आना भूल कर भी इसकी बातों में। ये नौजवानों ਨੂੰ मेरी अपील है, फरेबी है ना आना भूल कर भी इसकी बातों में। बड़ा हिंदू मुसलमान अतवादी खालिस्तानी नेक्स्ट स्लाइड कहता है ना, बड़ा फरेबी है ना आना भूल कर भी इसकी बातों में। बड़ा खुदगर्ज बंदा है, न तेरा है न मेरा है। बड़ा खुदगर्ज बंदा है, न तेरा है न मेरा है। जग्गी बाबे ਨੂੰ याद करो जरा। तेरे माथे पर लहू, होठों पर हंसी, जब से देखी है। तेरे माथे पर लहू, होठों पे हंसी, जब से देखी है, तब से हाकिम की आंखों में खौफ का डेरा है। तब से हाकिम की आंखों में खौफ का डेरा है। आखिरी शेर है, गजल के फॉर्मेट मैनू नहीं पता आउंदी कि नहीं। मेरे किसान वीर, तू ही वारिस है आने वाले कल के सूरज का। तू ही वारिस है आने वाले कल के सूरज का। ये जमी कल भी तेरी थी, ये मुल्क आज भी तेरा है। दूसरा मेरी रचना जिहड़ी हैगी है वो मैं थोड़ी व्यंग्यात्मक है। कभी वो चाय बेचेगा, कभी सरकार बेचेगा। कभी वो चाय बेचेगा, कभी सरकार बेचेगा। देखना एक दिन वो सब सरे बाजार बेचेगा। बड़ा शातिर व्यापारी है, जरा बच करके तुम रहना। जो इस बार बिक जाओगे तो फिर हर बार बेचेगा। जो इस बार बिक जाओगे तो फिर हर बार बेचेगा। जहां इंसाफ गूंगा हो, इंसाफ अन्ना हुंदा है पर साडे मुल्क च गूंगा हो गया है। जहां इंसाफ गूंगा हो, जहां कानून काले हो, उस मुल्क को उसका ही चौकीदार बेचेगा। उस मुल्क को उसका ही चौकीदार बेचेगा। लास्ट लाइना ने, तुम्हारा कुछ नहीं जाता अगर ये सोच कर चुप हो। साडा की जांदा है, असी किहड़े किसान आ। तुम्हारा कुछ नहीं जाता अगर ये सोच कर चुप हो। तेरे ही सामने एक दिन तेरा घर बार बेचेगा। तेरे ही सामने एक दिन तेरा घर बार बेचेगा। बहुत बहुत शुक्रिया। बहुत खूब डॉक्टर अमरदीप दिओल। सो इस कविता की सब तो वड्डी खूबसूरती ये सी कि ਇਹਦੇ ਵਿੱਚ ਕਟਾਖਿਆ ਤਾਂ ਸੀ ਪਰ ਸਿੱਧਾ ਕਟਾਖਿਆ ਸੀ। ਸੋ ਇਹ ਆਪਣੇ ਆਪ 'ਚ ਐਸੀ ਰਚਨਾ ਸੀ ਜਿਹਨੂੰ ਮੈਨੂੰ ਲੱਗਦਾ ਕਿ ਪਿੱਛੇ ਬੈਠਾ ਹਰ ਵਿਦਿਆਰਥੀ ਵੀ ਡੀਕੋਡ ਕਰ ਸਕਦਾ ਹੈ ਕਿ ਇਹ ਕਵਿਤਾ ਕਿਹਨੂੰ ਮੁਖਾਤਿਬ ਹੈ। ਸੋ ਲੁਕ ਕੇ ਬੈਠੇ ਸੀ ਪਰ ਇਹ ਜਿਹੜਾ ਅੰਦੋਲਨ ਆ ਇਹ ਸਾਨੂੰ ਲੁਕਣ ਨਹੀਂ ਦਿੰਦਾ। ਅਸੀਂ ਵਿਦਰੋਹ ਕਰਦੇ ਹਾਂ, ਅਸੀਂ ਰਜਿਸਟ ਕਰਦੇ ਹਾਂ, ਅਸੀਂ ਪ੍ਰਤੀਰੋਧ ਕਰਦੇ ਹਾਂ, ਅਸੀਂ ਨਾਰੇ ਲਾਉਂਦੇ ਹਾਂ, ਅਸੀਂ ਜੈਕਾਰੇ ਲਾਉਂਦੇ ਹਾਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਕੇ। ਕਿਉਂਕਿ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ। ਅਸੀਂ ਲੜਾਂਗੇ ਸਾਥੀ ਗੁਲਾਮ ਸਦਰਾਂ ਲਈ। ਅਸੀਂ ਚੁਣਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ। ਜਦੋਂ ਬੰਦੂਕ ਨਾ ਹੋਈ ਉਦੋਂ ਤਲਵਾਰ ਹੋਵੇਗੀ। ਲੜਨ ਦੀ ਜਾਂਚ ਨਾ ਹੋਈ, ਲੜਨ ਦੀ ਲੋੜ ਹੋਵੇਗੀ। ਅਸੀਂ ਲੜਾਂਗੇ ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਣਾ। ਅਸੀਂ ਲੜਾਂਗੇ ਕਿ ਹਾਲੇ ਤੱਕ ਲੜੇ ਕਿਉਂ ਨਹੀਂ। ਸੋ ਇਹ ਜਿਹੜੀ ਕਿਉਂ ਆ ਇਹ ਸਾਨੂੰ ਅੰਦਰ ਕਿਤੇ ਨਾ ਕਿਤੇ ਹੌਂਟ ਕਰਦੀ ਆ ਤੇ ਫਿਰ ਇੰਜ ਹੀ ਆਡੀਅנס ਵਿੱਚੋਂ ਕੋਈ ਆਉਂਦਾ ਹੈ ਤੇ ਮੁਸ਼ਾਇਰਾ ਲੁੱਟ ਕੇ ਲੈ ਜਾਂਦਾ ਹੈ। ਸੋ ਹੁਣ ਮੈਂ ਗੁਜ਼ਾਰਿਸ਼ ਕਰਦੀ ਹਾਂ ਬਹੁਤ ਸਤਿਕਾਰਤ ਡਾਕਟਰ ਰਾਮ ਮੂਰਤੀ ਜੀ ਨੂੰ, ਜਿਹੜੇ ਕਿ ਅਰਜਨ ਦਾਸ ਕਾਲਜ ਧਰਮਕੋਟ ਮੋਗਾ ਤੋਂ ਆਏ ਨੇ। ਸੋ ਡਾਕਟਰ ਰਾਮ ਮੂਰਤੀ ਜੀ ਆਪਣਾ ਕਲਾਮ ਸਾਡੇ ਸਾਰਿਆਂ ਨਾਲ ਸਾਂਝਾ ਕਰਨਗੇ। आओ सर।
ਬਹੁਤ ਬਹੁਤ ਧੰਨਵਾਦ ਜੀ। ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ, ਵਿਦਿਆਰਥੀਓ, ਭੈਣੋ ਭਰਾਓ, ਮੈਂ ਅੱਜ ਇਸ ਰੂਪ ਵਿੱਚ ਤੁਹਾਡੇ ਸਾਹਮਣੇ ਨਾ ਹੁੰਦਾ ਜੇ ਮੇਰੇ ਗੁਰੂ ਡਾਕਟਰ ਬਲਜੀਤ ਕੌਰ ਜੀ ਨਾ ਹੁੰਦੇ। ਸਪੈਸ਼ਲ ਜ਼ਿਕਰ ਕਰਨਾ ਚਾਹਾਂਗਾ, ਮੈਂ ਜਦੋਂ ਐਮਏ ਕੀਤੀ ਤੇ ਰਿਜ਼ਲਟ ਆਇਆ ਐਮਏ ਦਾ, ਬਹੁਤ ਗਰਮੀ ਦਾ ਦਿਨ ਸੀ ਤੇ ਮੈਂ ਇਹਨਾਂ ਕੋਲ ਕਾਲਜ ਚਲੇ ਗਿਆ ਪਸੀਨਾ ਪੂੰਝਦਾ ਹੋਇਆ। ਮੈਨੂੰ ਇਹ ਨਹੀਂ ਸੀ ਜਾਣਦੇ, ਮੈਂ ਇਹਨਾਂ ਨੂੰ ਪਹਿਲੀ ਵਾਰੀ ਵੇਖਿਆ ਸੀ। ਮੈਂ ਇਹਨਾਂ ਦੇ ਚਰਨ ਸਪਰਸ਼ ਕੀਤੇ ਤੇ ਬੇਨਤੀ ਕੀਤੀ, ਜੀ ਮੈਂ PhD ਕਰਨੀ ਆ। ਤੇ ਮੈਨੂੰ ਕਹਿਣ ਲੱਗੇ ਪਹਿਲਾਂ ਪਾਣੀ ਪੀ, PhD ਬਾਅਦ ਚ ਕਰਦੇ ਆ। ਤੋ ਮੈਨੂੰ ਪਾਣੀ ਪਿਲਾਇਆ, ਚਾਹ ਪਿਲਾਈ, ਫਿਰ ਮੇਰੀ ਗੱਲ ਸੁਣੀ ਤੇ ਫਿਰ ਮੈਨੂੰ PhD ਕਰਵਾਈ। ਤੇ ਅੱਜ ਇਹਨਾਂ ਦੀ ਬਦੌਲਤ ਮੈਂ ਇਸ ਮੁਕਾਮ ਤੇ ਆ ਵੀ ਅੱਜ ਜਦੋਂ ਕੋਈ ਵਿਦਿਆਰਥੀ ਮੇਰੇ ਕੋਲ ਆਉਂਦਾ ਵੀ ਸਰ ਮੈਂ PhD ਕਰਨੀ ਆ, ਤੇ ਮੈਂ ਉਹਨੂੰ ਕਹਿੰਦਾ ਵੀ ਪਹਿਲਾਂ ਪਾਣੀ ਪੀ ਫਿਰ PhD ਕਰਦੇ ਆ। ਤੋ ਇਹਨਾਂ ਦੀ ਬਾਲੀ ਹੋਈ ਲਾਟ ਆ, ਇਹਨਾਂ ਦੀ ਜਗਾਈ ਹੋਈ ਜੋਤ ਆ, ਜਿਹੜੀ ਅੱਜ ਅੱਗੇ ਤੁਰਦੀ ਆ। ਤੋ ਬਹੁਤ ਬਹੁਤ ਧੰਨਵਾਦ, ਤਹਿ ਦਿਲ ਤੋਂ ਸ਼ੁਕਰੀਆ। ਤੇ ਪਿਆਰੀਓ ਬੱਚੀਓ, ਤੁਸੀਂ ਬਹੁਤ ਖੁਸ਼ਕਿਸਮਤ ਹੋ, ਭਾਗਾਂ ਵਾਲੀਆਂ ਹੋ ਕਿ ਇਸ ਸੰਸਥਾ ਦੀ ਅਗਵਾਈ ਡਾਕਟਰ ਨਵਜੋਤ ਕੌਰ ਜੀ ਵਰਗੇ ਪ੍ਰਿੰਸੀਪਲ ਕਰ ਰਹੇ ਨੇ। ਤੇ ਮੈਨੂੰ ਇਹਨਾਂ ਦੇ ਵਿੱਚੋਂ ਮਾਈ ਭਾਗੋ ਦੀ ਛਵੀ ਜਿਹੜੀ ਆ ਉਹ ਦਿਸਦੀ ਆ। ਤੋ ਰਚਨਾ ਗਜ਼ਲ ਦੇ ਕੁਝ ਚੰਦ ਅਸ਼ਿਆਰ ਆਪ ਜੀ ਦੇ ਨਾਲ ਸਾਂਝੇ ਕਰਾਂਗਾ। ਬਾਤਰਨਮ। ਉਸ ਨੂੰ ਤਾਂ ਲੋੜ ਡਾਢੀ ਹੁਣ ਹੈ ਹਕੀਮ ਗੀ ਦੀ, ਉਸ ਨੂੰ ਤਾਂ ਲੋੜ ਡਾਢੀ। ਸ਼ਬਦਾਂ ਨਾਲ ਥੋੜੀ ਜਿਹੀ ਛੇੜਛਾੜ ਕੀਤੀ ਆ, ਉਹਨਾਂ ਦਾ ਰੂਪ ਬਦਲਿਆ। ਤੋ ਉਸ ਨੂੰ ਤਾਂ ਲੋੜ ਡਾਢੀ ਹੁਣ ਹੈ ਹਕੀਮ ਗੀ ਦੀ। ਹਾਕਿਮ ਜੋ ਕਰ ਰਿਹਾ ਹਰ ਹਰਕਤ ਕਮੀਨਗੀ ਦੀ, ਉਸ ਨੂੰ ਤਾਂ ਲੋੜ ਡਾਢੀ ਹੁਣ ਹੈ ਹਕੀਮ ਗੀ ਦੀ। ਤਵਾਜ਼ਨ ਵਿਗੜ ਗਿਆ, ਇਲਾਜ ਦੀ ਲੋੜ ਆ। ਹਾਕਮ ਜੋ ਕਰ ਰਿਹਾ ਹਰ ਹਰਕਤ ਕਮੀਨਗੀ ਦੀ, ਉਸ ਨੂੰ ਤਾਂ ਲੋੜ ਡਾਢੀ। ਰਾਹਾਂ ਚ ਕਿੱਲ ਬੀਜੇ ਫਿਰ ਆਪ ਹੀ ਹੈ ਪੁੱਟਦਾ, ਹਰ ਚਾਲ ਪੈਂਦੀ ਪੁੱਠੀ ਐਸੇ ਸਕੀਮ ਗੀ ਦੀ, ਉਸ ਨੂੰ ਤਾਂ ਲੋੜ ਡਾਢੀ ਹੁਣ ਹੈ ਹਕੀਮ ਗੀ ਦੀ। ਹਾਕਿਮ ਜੋ ਕਰ ਰਿਹਾ ਹਰ ਹਰਕਤ ਕਮੀਨਗੀ ਦੀ, ਉਸ ਨੂੰ ਤਾਂ ਲੋੜ ਡਾਢੀ। ਸੋਨੇ ਦੇ ਪਿੰਜਰੇ ਵਿੱਚ ਜਦ ਤੋਂ ਹੈ ਕੈਦ ਹੋਇਆ, ਸੋਨੇ ਦੇ ਪਿੰਜਰੇ ਵਿੱਚ ਜਦ ਤੋਂ ਹੈ ਕੈਦ ਹੋਇਆ, ਉਹ ਸਿਫਤ ਕਰ ਰਿਹਾ ਹੈ ਰੱਜ ਕੇ ਅਧੀਨਗੀ ਦੀ, ਉਸ ਨੂੰ ਤਾਂ ਲੋੜ ਡਾਢੀ। ਆਪ ਤੇ ਸੋਨੇ ਦੇ ਪਿੰਜਰੇ 'ਚ ਕੈਦ ਹੋ ਗਿਆ, ਸਾਨੂੰ ਵੀ ਕਹਿੰਦਾ ਵੀ ਆ ਕੇ ਦੇਖੋ ਬੜਾ ਨਜ਼ਾਰਾ।
ਉਸ ਨੂੰ ਤਾਂ ਲੋੜ ਡਾਢੀ। ਅੰਨਾ ਸ਼ੌਕੀਨ ਆਖਰ ਗਾਰੇ ਚ ਜਾ ਹੈ ਵੜਿਆ। ਅੰਨਾ ਸ਼ੌਕੀਨ ਆਖਰ ਗਾਰੇ ਚ ਜਾ ਹੈ ਵੜਿਆ। ਹਰ ਤਰਫ ਹੈ ਜ਼ਲਾਲਤ ਉਸ ਦੀ ਸ਼ੌਕੀਨਗੀ ਦੀ। ਉਸ ਨੂੰ ਤਾਂ ਲੋੜ ਡਾਢੀ। ਅੰਨਾ ਸ਼ੌਕੀਨ ਗਾਰੇ, ਅੰਨਾ ਸ਼ੌਕੀਨ ਆਖਰ ਗਾਰੇ ਚ ਜਾ ਹੈ ਵੜਿਆ। ਹਰ ਤਰਫ ਹੈ ਜ਼ਲਾਲਤ ਉਸ ਦੀ ਸ਼ੌਕੀਨਗੀ ਦੀ। ਉਸ ਨੂੰ ਤਾਂ ਲੋੜ ਡਾਢੀ। ਕਾਟੇ ਚ ਮੁਲਕ ਹਰ ਪਲ ਹਰ ਦਿਨ ਹੀ ਜਾ ਰਿਹਾ ਹੈ। ਕਾਟੇ ਚ ਮੁਲਕ ਹਰ ਪਲ ਹਰ ਦਿਨ ਹੀ ਜਾ ਰਿਹਾ ਹੈ। ਇਹ ਵਰਤ ਗਈ ਕਲਾ ਹੈ ਉਸ ਦੀ ਮੁਨੀਮਗੀ ਦੀ। ਉਸ ਨੂੰ ਤਾਂ ਲੋੜ ਡਾਢੀ। ਆਖਰੀ ਸ਼ੇਰ ਹੈ। ਜਿਹਨਾਂ ਦਾ ਖੂਨ ਪੀਂਦਾ ਉਹੀ ਪੂਜਦੇ ਨੇ ਉਸ ਨੂੰ। ਕਮਾਲ ਦੀ ਗੱਲ ਹੈ। ਜਿਹਨਾਂ ਦਾ ਖੂਨ ਪੀਂਦਾ ਉਹੀ ਪੂਜਦੇ ਨੇ ਉਸ ਨੂੰ। ਐਸੀ ਹੈ ਖੇਡ ਖੇਡੀ ਉਸਨੇ ਹਬੀਬਗੀ ਦੀ। ਉਸ ਨੂੰ ਤਾਂ ਲੋੜ ਡਾਢੀ। ਹੁਣ ਹੈ ਹਕੀਮਗੀ ਦੀ ਹਾਕਿਮ ਜੋ ਕਰ ਰਿਹਾ ਹਰ ਹਰਕਤ ਕਮੀਨਗੀ ਦੀ। ਉਸ ਨੂੰ ਤਾਂ ਲੋੜ ਡਾਢੀ। ਉਸ ਨੂੰ ਤਾਂ ਲੋੜ ਡਾਢੀ। ਸ਼ੁਕਰੀਆ। ਥੈਂਕ ਯੂ। ਬਹੁਤ ਸ਼ੁਕਰੀਆ ਡਾਕਟਰ ਰਾਮਮੂਰਤੀ ਜੀ। ਤੁਸੀਂ ਜਿਸ ਧਿਰ ਤੇ ਸਟਾਇਰ ਕੀਤਾ, ਅਸੀਂ ਸਾਰੇ ਹੀ ਉਸ ਧਿਰ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਾਂ, ਜਾਣ ਚੁੱਕੇ ਹਾਂ। ਉਹ ਧਿਰ ਬੇਨਕਾਬ ਹੋ ਚੁੱਕੀ ਹੈ। ਸੋ ਉਸ ਧਿਰ ਨੂੰ ਪਤਾ ਹੈ ਕਿ ਦੂਸਰਿਆਂ ਨੂੰ ਅੰਦੋਲਨ ਜੀਵੀ ਕਹਿਣ ਵਾਲੇ ਖੁਦ ਕਈ ਵਾਰ ਅੰਦੋਲਨ ਭੋਗੀ ਵੀ ਹੁੰਦੇ ਨੇ, ਜਿਹੜੇ ਅੰਦੋਲਨਾਂ ਨੂੰ ਹਾਈਜੈਕ ਕਰਦੇ ਨੇ। ਅੰਦੋਲਨ ਰੋਗੀ ਵੀ ਹੁੰਦੇ ਨੇ, ਜਿਹੜੇ ਅੰਦੋਲਨਾਂ ਨੂੰ ਦੇਖ ਕੇ ਭੈ ਦੇ ਵਿੱਚ ਜਾਂਦੇ ਨੇ, ਫਿਕਰ ਦੇ ਵਿੱਚ ਜਾਂਦੇ ਨੇ। ਤੇ ਇਸੇ ਲਈ ਤੁਸੀਂ ਸ਼ਾਇਦ ਕਿਹਾ ਕਿ ਹੁਣ ਕਿਸੇ ਹਕੀਮ ਦੀ ਜ਼ਰੂਰਤ ਹੈ। ਹਾਂਜੀ, ਡਾਕਟਰ ਬਲਜੀਤ ਜੀ ਬਹੁਤ ਜਾਣੀ ਪਹਿਚਾਣੀ ਹਸਤੀ, ਅਕਾਦਮਿਕ ਤੇ ਸਾਹਿਤਕ ਖੇਤਰ ਵਿੱਚ ਬਹੁਤ ਪਰਿਚਿਤ ਨਾਮ ਹੈ। ਸਾਹਿਤ ਆਲੋਚਨਾ ਦੇ ਖੇਤਰ ਵਿੱਚ ਮੈਮ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਤੇ ਖਾਸ ਕਰਕੇ ਕਵਿਤਾ ਦੇ ਖੇਤਰ ਦੇ ਵਿੱਚ ਸਿਰਜਕ ਦੇ ਤੌਰ ਤੇ ਵੀ ਤੇ ਆਲੋਚਕ ਦੇ ਤੌਰ ਤੇ ਵੀ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਡਾਕਟਰ ਬਲਜੀਤ ਮੈਡਮ ਆਪਣਾ ਕਲਾਮ ਅੱਜ ਦੇ ਇਸ ਵਿਸ਼ੇ ਨਾਲ ਸੰਬੰਧਿਤ ਸਾਡੇ ਨਾਲ ਸਾਂਝਾ ਕਰਨ। ਡਾਕਟਰ ਬਲਜੀਤ ਜੀ। ਸ਼ੁਕਰੀਆ ਜੀ। ਮੇਰੀ ਆਵਾਜ਼ ਨੂੰ ਜਰਾ ਮਾਫ ਕਰਿਓ ਕਿਉਂਕਿ ਥੋੜੀ ਗਲੇ ਦੀ ਮੇਰੀ ਵੋਕਲ ਕਾਰਡਸ ਦੀ ਪ੍ਰੋਬਲਮ ਆ ਥੋੜੀ ਜੀ। ਉਹਨਾਂ ਦੇ ਵਿੱਚ ਵੀ ਕਿਸਾਨ ਮੋਰਚੇ ਦੀ ਗੂੰਜ ਪੈਂਦੀ ਹੈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ, ਮੈਂ ਇਹਦੀ ਸ਼ੁਕਰਗੁਜ਼ਾਰ ਵੀ ਹਾਂ ਕਿ ਸਾਨੂੰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਜੋੜ ਕੇ ਸਾਨੂੰ ਵੀ ਤੋਰੀ ਰੱਖਦੇ ਆ।
ਸੋ ਮੈਨੂੰ ਬੜੀ ਖੁਸ਼ੀ ਹੈ ਔਰ ਮੈਂ ਇਹਨੂੰ ਬਹੁਤ ਸ਼ਾਬਾਸ਼ ਦਿੰਦੀ ਹਾਂ ਇਸ ਗੱਲ ਦੀ। ਔਰ ਇਹਦਾ ਸਾਰਾ ਸਟਾਫ, ਸਾਰੇ ਅਧਿਆਪਕ, ਨਾਨ ਟੀਚਿੰਗ ਸਟਾਫ ਔਰ ਵਿਦਿਆਰਥੀ ਵੀ ਲਗਾਤਾਰ ਇਹਦੇ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਪੂਰੇ ਸਰਗਰਮ ਹੁੰਦੇ ਆ। ਔਰ ਇਹ ਇਹਨਾਂ ਦੀ ਅਗਵਾਈ ਵੀ ਔਰ ਤੁਹਾਡੀ ਸਾਰਿਆਂ ਦੀ ਕੋਆਪਰੇਸ਼ਨ ਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਇਹ ਉਲੀਕਦੇ ਨੇ। ਮੇਰੇ ਵਿਦਿਆਰਥੀ ਬੱਚੇ ਡਾਕਟਰ ਰਾਮਮੂਰਤੀ, ਡਾਕਟਰ ਮੁਖਵੀਰ, ਡਾਕਟਰ ਨਵਰੂਪ, ਔਰ ਇਹ ਸਾਰਿਆਂ 'ਤੇ ਵੀ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ। ਸੋ ਮੈਂ ਕੁਝ ਜਿਹੜੇ ਤੁਹਾਡੇ ਨਾਲ ਕਵਿਤਾ ਸ਼ੇਅਰ ਕਰੂੰਗੀ। ਜਦੋਂ ਇਹ ਅੰਦੋਲਨ ਸ਼ੁਰੂ ਹੋਇਆ, ਜਦੋਂ ਦਿੱਲੀ ਨੂੰ ਸਾਡੇ ਸੂਰਮੇ ਤੁਰੇ, ਉਸ ਦਿਨ ਕੁਝ ਤੁਕਾਂ ਮੈਂ ਲਿਖੀਆਂ ਸੀਗੀਆਂ। ਜੈਪਨੀਜ਼ ਫਾਰਮ ਆ ਇੱਕ ਕਵਿਤਾ ਦੀ, ਹਾਇਕੂ, 3 ਸਤਰਾਂ ਦਾ, ਔਰ ਹੁਣ ਤੇ ਉਹ ਸਾਰੇ ਭਾਸ਼ਾਵਾਂ ਦੇ ਵਿੱਚ ਹੀ ਰਚਿਆ ਜਾ ਰਿਹਾ। ਉਹ ਮੈਂ ਉਹਨੂੰ ਪੰਜਾਬੀ 'ਚ 3 ਤੁਕਾਂ ਕਹਿੰਦੀ ਹਾਂ, ਹਾਇਕੂ 3 ਤੁਕਾਂ। ਸੋ ਇੱਕ ਹਾਇਕੂ, ਕੁਝ ਹਾਇਕੂ ਉਸ ਦਿਨ ਮੈਂ ਲਿਖੇ ਸੀਗੇ ਜਦੋਂ ਦਿੱਲੀ ਨੂੰ ਅਸੀਂ ਚਾਲੇ ਪਾਏ। ਸੋ ਕੁਝ ਤਾਂ ਮੈਂ ਉਹ ਸ਼ੇਅਰ ਕਰੂੰਗੀ। ਇਹ ਹਾਇਕੂ ਜਿਹੜਾ, ਇਹਦੇ 'ਚ ਇਸ ਤਰ੍ਹਾਂ ਦੀ ਫਾਰਮੇਸ਼ਨ ਹੁੰਦੀ ਹੈ ਕਿ 3 ਤੁਕਾਂ, ਪਹਿਲੀ ਤੁਕ 5 ਅੱਖਰਾਂ ਦੀ, ਦੂਸਰੀ 7 ਦੀ, ਤੀਸਰੀ ਫਿਰ 5 ਦੀ। ਇਹਦੇ 'ਚ ਮਾਤਰਾਵਾਂ ਨਹੀਂ ਗਿਣਦੇ, ਸਿਰਫ ਜਿਹੜੇ ਅੱਖਰ ਨੇ, ਵਰਣ ਨੇ, ਉਹ ਗਿਣਦੇ। ਸੋ ਇੱਕ ਤਾਂ ਕੁਝ ਇਹ ਨੇ, ਤੁਰੇ ਸੂਰਮੇ, ਤੁਰੇ ਸੂਰਮੇ, ਦੀਨ ਦੁਖੀ ਦੇ ਰਾਖੇ, ਕਿਰਤੀ ਹੱਥ। ਤੁਰੇ ਸੂਰਮੇ, ਦੀਨ ਦੁਖੀ ਦੇ ਰਾਖੇ, ਕਿਰਤੀ ਹੱਥ। ਸੀਨੇ ਸਿਦਕ, ਪਹਾੜ ਸਬਰ ਦੇ, ਦਿਲ ਸਮੁੰਦ। ਸੀਨੇ ਸਿਦਕ, ਪਹਾੜ ਸਬਰ ਦੇ, ਦਿਲ ਸਮੁੰਦ। ਯੋਧੇ ਅਣਖੀ, ਨਿਰਭੈ ਨਿਰਵੈਰ। ਯੋਧੇ ਅਣਖੀ, ਨਿਰਭੈ ਨਿਰਵੈਰ, ਧੁਰੋਂ ਆਜ਼ਾਦ। ਜੀਣਾ ਜੂਝਣਾ, ਜੀਣਾ ਜੂਝਣਾ, ਕਫਨ ਸਿਰ ਉੱਤੇ, ਜਾਨ ਤਲੀ ਤੇ। ਸੱਚ ਈਮਾਨ, ਸੱਚ ਈਮਾਨ, ਪਿਆਰ ਦੇ ਕਾਇਲ, ਗੁਰਾਂ ਦੇ ਬੰਦੇ। ਸੱਚ ਈਮਾਨ, ਪਿਆਰ ਦੇ ਕਾਇਲ, ਗੁਰਾਂ ਦੇ ਬੰਦੇ। ਗੁਰ ਮੰਤਰ, ਸਰਬੱਤ ਦਾ ਭਲਾ। ਗੁਰ ਮੰਤਰ, ਸਰਬੱਤ ਦਾ ਭਲਾ, ਚੜ੍ਹਦੀ ਕਲਾ। ਇੱਕ ਕੁਝ ਲਾਈਨਾਂ ਕਵਿਤਾ ਦੀਆਂ ਮੈਂ ਉਦੋਂ ਲਿਖੀਆਂ ਜਦੋਂ ਪਿਛਲੇ ਜਿਸ ਤਰ੍ਹਾਂ ਦੇ ਹਾਲਾਤ ਰਹੇ ਆ 26 ਜਨਵਰੀ 25-26 ਤੋਂ ਬਾਅਦ, ਅਤੇ ਕੁਛ ਸਾਰੇ ਜਿਹੜੇ ਅਸੀਂ ਦਿਲੋਂ ਉਸ ਅੰਦੋਲਨ ਨਾਲ ਹਰ ਪਲ ਜੁੜੇ ਹੋਏ ਹਾਂ। ਜੋ ਕੁਛ ਉੱਥੇ ਵਾਪਰਿਆ ਉਹ ਲੱਗਦਾ ਕਿ ਜਿਵੇਂ ਸਾਡੇ 'ਤੇ ਹੀ ਵਾਪਰਿਆ। ਸੋ ਉਦੋਂ ਜਿਸ ਤਰ੍ਹਾਂ ਦੇ ਹਾਲਾਤ ਬਣੇ ਉਹਦੇ ਬਾਰੇ ਕੁਝ ਸਤਰਾਂ ਸੀਗੀਆਂ। ਪਰ ਮੈਂ ਇਹ ਵੀ ਆਸ ਕਰਦੀ ਹਾਂ ਕਿ ਇਹ ਸਤਰਾਂ ਜਿਹੜੀਆਂ, ਇਹਨਾਂ ਤੋਂ ਅਗਾਂਹ ਫਿਰ ਮੌਕਾ ਮਿਲੇਗਾ ਜਦੋਂ ਅਸੀਂ ਖੁਸ਼ੀ ਦੇ ਗੀਤ ਵੀ ਲਿਖਾਂਗੇ। ਸੋ ਇਹ ਹੈ, ਅਸੀਂ ਧਰਤੀ ਦੇ ਜਾਏ, ਅਸੀਂ ਧਰਤੀ ਦੇ ਜਾਏ। ਸਾਡਾ ਧਰਤੀ ਦੇ ਜਾਇਆਂ ਦਾ, ਸਾਡਾ ਧਰਤੀ ਦੇ ਜਾਇਆਂ ਦਾ, ਮਿੱਟੀ ਸੰਗ ਮਿੱਟੀ ਹੋ ਜੀਣ ਦਾ, ਮੱਚ ਕਦੇ ਵੀ ਨਹੀਂ ਹੈ ਮਰਨਾ। ਸਾਡਾ ਧਰਤੀ ਦੇ ਜਾਇਆਂ ਦਾ, ਮਿੱਟੀ ਸੰਗ ਮਿੱਟੀ ਹੋ ਜੀਣ ਦਾ, ਮੱਚ ਕਦੇ ਵੀ ਨਹੀਂ ਹੈ ਮਰਨਾ। ਮੱਚ ਬੜਾ ਪਿਆਰਾ ਪੰਜਾਬੀ ਦਾ ਸ਼ਬਦ ਹੈ। ਮੱਚ ਕਦੇ ਵੀ ਨਹੀਂ ਹੈ ਮਰਨਾ। ਲੱਖ ਚੁਆਤੀਆਂ ਲਾਵੇ ਕੋਈ, ਲੱਖ ਚੁਆਤੀਆਂ ਲਾਵੇ ਕੋਈ, ਅਸਾਂ ਤਾਂ ਬਲਦੀ ਅੱਗ 'ਚ ਸੜਕੇ, ਕੁਕਨਸ ਵਾਂਗ ਫੇਰ ਉੱਠ ਖੜਨਾ। ਅਸਾਂ ਤਾਂ ਬਲਦੀ ਅੱਗ 'ਚ ਸੜਕੇ, ਕੁਕਨਸ ਵਾਂਗ ਫੇਰ ਉੱਠ ਖੜਨਾ। ਸੌਖੇ ਨਹੀਂ ਔਜੜ ਰਾਹ ਤੁਰਨੇ, ਸੌਖੇ ਨਹੀਂ ਔਜੜ ਰਾਹ ਤੁਰਨੇ। ਅਨੇਕ ਵਾਰ ਡਿੱਗੇ ਉਖੜੇ ਹਾਂ, ਅਨੇਕ ਵਾਰ ਡਿੱਗੇ ਉਖੜੇ ਹਾਂ। ਧਰਤੀ ਮਾਂ ਦੀ ਉਂਗਲ ਫੜ ਕੇ ਮੁੜ ਉੱਠੇ ਹਾਂ, ਫੇਰ ਤੁਰੇ ਹਾਂ। ਧਰਤੀ ਮਾਂ ਦੀ ਉਂਗਲ ਫੜ ਕੇ ਮੁੜ ਉੱਠੇ ਹਾਂ, ਫੇਰ ਤੁਰੇ ਹਾਂ। ਨੀਜ ਦੁਮੇਲਾਂ ਤੇ ਰੱਖੀ ਹੈ, ਨੀਜ ਦੁਮੇਲਾਂ ਤੇ ਰੱਖੀ ਹੈ।
ਰੀਝ ਬੁਲੰਦੀਆਂ ਦੀ ਹੈ ਪਾਲੀ, ਨੀਜ ਦੁਮੇਲਾਂ ਤੇ ਰੱਖੀ ਹੈ ਰੀਝ ਬੁਲੰਦੀਆਂ ਦੀ ਹੈ ਪਾਲੀ, ਹਨੇਰੇ ਨਾਲ ਲੜੇ ਨਿਸ਼ਚੈ ਕਰ, ਹਨੇਰੇ ਨਾਲ ਲੜੇ ਨਿਸ਼ਚੈ ਕਰ, ਰੋਸ਼ਨੀ ਲਈ ਰਤ ਵੀ ਹੈ ਬਾਲੀ, ਰੋਸ਼ਨੀ ਲਈ ਰਤ ਵੀ ਹੈ ਬਾਲੀ, ਥਾਪੜਾ ਨਿਰਭਉ ਨਿਰਵੈਰ ਦਾ, ਥਾਪੜਾ ਨਿਰਭਉ ਨਿਰਵੈਰ ਦਾ, ਜਾਨ ਡੋਲਿਆਂ ਵਿੱਚ ਪਾ ਦਿੰਦਾ, ਥਾਪੜਾ ਨਿਰਭਉ ਨਿਰਵੈਰ ਦਾ, ਜਾਨ ਡੋਲਿਆਂ ਵਿੱਚ ਪਾ ਦਿੰਦਾ, ਵਿਰਸਾ ਜਾਨ ਤਲੀ ਧਰਨੇ ਦਾ, ਰਾਂਝੇ ਜੂਝ ਮਰਨਾ ਸਿਖਾ ਦਿੰਦਾ, ਵਿਰਸਾ ਜਾਨ ਤਲੀ ਧਰਨੇ ਦਾ, ਰਾਂਝੇ ਜੂਝ ਮਰਨਾ ਸਿਖਾ ਦਿੰਦਾ, ਸਾਡਾ ਧਰਤੀ ਦੇ ਜਾਇਆਂ ਦਾ, ਮਿੱਟੀ ਸੰਗ ਮਿੱਟੀ ਹੋ ਜੀਣ ਦਾ, ਮੱਝ ਕਦੇ ਵੀ ਨਹੀਂ ਹੈ ਮਰਨਾ, ਲੱਖ ਚੁਆਤੀਆਂ ਲਾਵੇ ਕੋਈ, ਅਸਾਂ ਤਾਂ ਬਲਦੀ ਅੱਗ 'ਚ ਸੜ ਕੇ, ਕੁਕਨਸ ਵਾਂਗ ਫੇਰ ਉੱਠ ਖੜਨਾ। ਧੰਨਵਾਦ। ਬਹੁਤ ਸ਼ੁਕਰੀਆ ਬਲਜੀਤ ਮੈਡਮ। ਸੋ ਬਲਜੀਤ ਮੈਮ ਨੇ ਜਿਸ ਕਿਸਮ ਦੇ ਨਾਲ ਪੰਜਾਬੀ ਬੰਦੇ ਦੇ ਕਿਰਦਾਰ ਦੀ ਤਸਵੀਰ ਕਸ਼ੀ ਕੀਤੀ ਆ, ਇਹ ਅਸਲੀ ਪੰਜਾਬੀ ਕਿਰਦਾਰ ਸੀ ਜੋ ਅਸੀਂ ਸਮੇਂ ਦੇ ਨਾਲ, ਇਤਿਹਾਸ ਗਵਾਹ ਹੈ ਕਿ 84 ਤੋਂ ਬਾਅਦ ਧੁੰਦਲਾ ਹੋਣਾ ਸ਼ੁਰੂ ਹੋ ਗਿਆ ਸੀ। ਸੋ ਇਹ ਜਿਹੜਾ ਅੰਦੋਲਨ ਹੈ, ਇਹ ਨਿਸ਼ਚਿਤ ਹੀ ਪੰਜਾਬ ਨੂੰ ਪੁਨਰ ਪਰਿਭਾਸ਼ਿਤ ਕਰੇਗਾ। ਪੰਜਾਬ ਹੁਣ ਪਹਿਲੇ ਵਾਲਾ ਪੰਜਾਬ ਨਹੀਂ ਰਹੇਗਾ, ਬੜਾ ਕੁਝ ਰੀਡਿਫਾਈਨ ਹੋਏਗਾ। ਸੋ ਉਸੇ ਕਿਸਮ ਨਾਲ ਪੰਜਾਬੀ ਬੰਦੇ ਦੀ ਜਿਹੜੀ ਸੂਰਬੀਰਤਾ, ਬਹਾਦਰੀ, ਨਿਰਵੈਰ, ਨਿਰਭਉ, ਸਰਬੱਤ ਦਾ ਭਲਾ, ਕਿਰਤ ਕਰਨੀ, ਵੰਡ ਛਕਣਾ, ਇਹ ਸਾਰੇ ਜਿਹੜੇ ਸੰਕਲਪ ਨੇ, ਇਹ ਵਿਹਾਰਕ ਪੱਧਰ ਤੇ ਪੂਰੇ ਵਿਸ਼ਵ ਦੇ ਸਾਹਮਣੇ ਕਿਵੇਂ ਪ੍ਰੈਜ਼ੈਂਟ ਹੋਏ ਨੇ ਇਸ ਅੰਦੋਲਨ ਦੇ ਰਾਹੀਂ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਸੋ ਕੁਕਨੁਕਸ ਤੇ ਮੈਟਾਫਰ ਰਾਹੀਂ ਮੈਡਮ ਨੇ ਇੱਕ ਆਸ ਦਿਖਾਈ ਹੈ ਕਿ ਅਸੀਂ ਸੜਨ ਤੋਂ ਬਾਅਦ ਵੀ ਜਿਉਂਦੇ ਹੋਵਾਂਗੇ। ਅਸੀਂ ਉਹ ਕੁਕਨੁਕਸ ਹਾਂ, ਅਸੀਂ ਤੋਂ ਭਾਵ ਅਸੀਂ ਸਾਰੇ ਹੀ ਜਿਹੜੇ ਕਿ ਇਸ ਕਿਸਾਨੀ ਅੰਦੋਲਨ ਦੇ ਨਾਲ ਥੋੜ੍ਹਾ ਜਿੰਨਾ ਵੀ ਕਿਤੇ ਕੋਈ ਦਰਦ, ਕੋਈ ਫਿਕਰ, ਕੋਈ ਚਿੰਤਾ, ਕੋਈ ਚਿੰਤਨ ਰੱਖਦੇ ਹਾਂ। ਸੋ ਅਸੀਂ ਉਸ ਘਾਹ ਦੀ ਤਰ੍ਹਾਂ ਹਾਂ ਜਿਹੜਾ ਕਿ ਜਿੰਨੀ ਵਾਰ ਮਰਜ਼ੀ ਖਤਮ ਕੀਤਾ ਜਾਵੇ, ਅਸੀਂ ਫੇਰ ਫੁੱਟਾਂਗੇ। ਸੋ ਇਹੀ ਆਸ ਆ। ਸੋ ਜਿਵੇਂ ਵੱਡੇ ਆਪਣੀ ਬਲੈਸਿੰਗ ਦਿੰਦੇ ਨੇ, ਸੋ ਮੈਂ ਸਮਝਦੀ ਹਾਂ ਕਿ ਇਹ ਮੈਡਮ ਦਾ ਇੱਕ ਆਸ, ਇੱਕ ਉਮੀਦ ਜਤਾਉਣਾ ਵੀ ਆ, ਅਤੇ ਮੈਡਮ ਦੀ ਇੱਕ ਬਲੈਸਿੰਗ ਵੀ ਹੈ ਇਸ ਕਵੀ ਦਰਬਾਰ ਦੇ ਵਿੱਚ ਕਿ ਇਸ ਤਰ੍ਹਾਂ ਦਾ ਭਵਿੱਖ ਸਾਡਾ ਹੋਏਗਾ। ਸੋ ਹੁਣ ਮੈਂ ਗੁਜ਼ਾਰਿਸ਼ ਕਰਦੀ ਹਾਂ ਨਕਸਲਬਾੜੀ ਲਹਿਰ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਬਹੁਤ ਸਤਿਕਾਰਤ ਸ਼੍ਰੀ ਸੰਤ ਸੰਧੂ ਜੀ ਨੂੰ ਕਿ ਉਹ ਮੰਚ ਦੇ ਉੱਤੇ ਆਉਣ, ਡਾਇਸ ਦੇ ਉੱਪਰ ਆਉਣ ਅਤੇ ਆਪਣੀ ਸ਼ਾਇਰੀ ਸਾਡੇ ਨਾਲ ਸ਼ੇਅਰ ਕਰਨ। ਚੰਗਾ ਹੋਇਆ ਕਿ ਅੱਜ ਮੇਰੇ ਨਾਲ ਇੱਕ ਰਾਮ ਦੀ ਮੂਰਤੀ ਸੀ, ਨਹੀਂ ਤਾਂ ਇਕੱਲੇ ਬੰਦੇ ਦਾ ਕੀ ਔਕਾਤ ਹੁੰਦੀ। ਰੰਗ ਗਿਰਗਿਟ ਦੇ ਰੰਗਦਾਰ ਨਹੀਂ ਹੁੰਦੇ, ਗਿਰਗਿਟ ਦੇ ਇਤਬਾਰ ਨਹੀਂ ਹੁੰਦੇ। ਰੰਗ ਗਿਰਗਿਟ ਦੇ ਰੰਗਦਾਰ ਨਹੀਂ ਹੁੰਦੇ, ਗਿਰਗਿਟ ਦੇ ਇਤਬਾਰ ਨਹੀਂ ਹੁੰਦੇ, ਵਲੀ ਕੰਧਾਰੀ ਯਾਰ ਨਹੀਂ ਹੁੰਦੇ। ਵਲੀ ਕੰਧਾਰੀ ਯਾਰ ਨਹੀਂ ਹੁੰਦੇ, ਕਿਰਸਾਨ ਮਹਾਨ ਗਵਾਰ ਨਹੀਂ ਹੁੰਦੇ। ਰੰਗ ਗਿਰਗਿਟ ਬੇਰੰਗਦਾਰ ਨਹੀਂ ਹੁੰਦੇ, ਗਿਰਗਿਟ ਦੇ ਇਤਬਾਰ ਨਹੀਂ ਹੁੰਦੇ, ਵਲੀ ਕੰਧਾਰੀ ਯਾਰ ਨਹੀਂ ਹੁੰਦੇ, ਕਿਰਸਾਨ ਮਹਾਨ ਗਵਾਰ ਨਹੀਂ ਹੁੰਦੇ। ਮਾਨਿਆਈਆਂ ਤੈਨੂੰ ਮਹਿੰਗੀਆਂ ਪੈਣੀਆਂ, ਮਾਨਿਆਈਆਂ ਤੈਨੂੰ ਮਹਿੰਗੀਆਂ ਪੈਣੀਆਂ, ਭਾਰਤ ਦੇਸ਼ ਕਿਸਾਨੀ ਧਿਰ ਦਾ, ਭਾਰਤ ਦੇਸ਼ ਕਿਸਾਨੀ ਧਿਰ ਦਾ, ਐਵੇਂ ਮਗਰੋਂ ਨਾ ਪਛਤਾਈ ਵੇ, ਪਿੰਡ ਵੇਰਿਆ ਫਿਰਦਾ ਐਵੇਂ ਨਾ ਵੱਢਿਆ ਜਾਏ।
ਰੰਗ ਗਿਰਗਿਟ ਦੇ ਰੰਗਦਾਰ ਨਹੀਂ ਹੁੰਦੇ, ਗਿਰਗਿਟ ਦੇ ਇਤਬਾਰ ਨਹੀਂ ਹੁੰਦੇ, ਵਲੀ ਕੰਧਾਰੀ ਯਾਰ ਨਹੀਂ ਹੁੰਦੇ, ਕਿਰਸਾਨ ਮਹਾਨ ਗਵਾਰ ਨਹੀਂ ਹੁੰਦੇ। ਮਾਨਿਆਈਆਂ ਤੈਨੂੰ ਮਹਿੰਗੀਆਂ ਪੈਣੀਆਂ, ਮਾਨਿਆਈਆਂ ਤੈਨੂੰ ਮਹਿੰਗੀਆਂ ਪੈਣੀਆਂ, ਭਾਰਤ ਦੇਸ਼ ਕਿਸਾਨੀ ਧਰਲਾ ਮਗਰੋਂ ਨਾ ਪਛਤਾਈ ਵੇ, ਪਿੰਡ ਵੇਰਿਆ ਫਿਰਦਾ ਐਵੇਂ ਨਾ ਵੱਢਿਆ ਜਾਵੇ। ਤਾਂ ਕਣਕਾਂ ਦਾ ਝਾੜ ਬੜਾ ਹੈ, ਡਾਂਗਾ ਵਾਂਗ ਨਿਸਰ ਗਈਆਂ, ਹੁਣ ਨਾ ਉਧਰ ਜਾਈਏ। ਸਰਵਾਂ ਨਿਸਰ ਗਈਆਂ, ਹੁਣ ਨਾ ਉਧਰ ਜਾਈ ਵੇ, ਪਿੰਡ ਵੇਰਿਆ ਫਿਰਦਾ ਐਵੇਂ ਨਾ ਵੱਢਿਆ ਜਾਵੇ। हाँ, किसान जवान जहान है तेरा, किसान जवान जहान है तेरा, मंत्री लाना नादान है तेरा, मंत्री लाना नादान है तेरा, किरदार जिमें सलवान है तेरा, किरदार जिमें सलवान है तेरा, ਪੂਰਨ ਦੇ ਨਾਲ ਧੋਖਾ ਕਰਨਾ, ਪੂਰਨ ਦੇ ਨਾਲ ਧੋਖਾ ਕਰਨਾ, ਜਾਂਦਾ ਤਖਤ ਨਿਗਰਦਾ ਐਵੇਂ ਨਾ ਵੱਢਿਆ ਜਾਈਂਦੇ, ਪਿੰਡ ਵੇਰਿਆ। ਤਾਂ ਗੁੱਡੀ ਲੁੱਟੀ ਗੋਰੇ ਸ਼ੈਤਾਨਾ, ਗੁੱਡੀ ਲੁੱਟੀ ਗੋਰੇ ਸ਼ੈਤਾਨਾ, ਸੋਹਣੀ ਲੁੱਟੀ ਖਾਸ ਨਨਾਨਾ। ਗੁੱਡੀ ਲੁੱਟੀ ਗੋਰੇ ਸ਼ੈਤਾਨਾ, ਸੋਹਣੀ ਲੁੱਟੀ ਖਾਸ ਨਨਾਨਾ, ਲੁੱਟੀ ਹੀਰ ਪੈਂਚ ਬੇਈਮਾਨਾ, ਲੁੱਟੀ ਹੀਰ ਪੈਂਚ ਬੇਈਮਾਨਾ, ਸੁੰਦਰੀ ਮੁੰਦਰੀ ਦੇ ਦੁੱਲੇ ਵੀਰਾਂ ਨੇ, ਸੁੰਦਰੀ ਮੁੰਦਰੀ ਦੇ ਦੁੱਲੇ ਵੀਰਾਂ ਨੇ, ਹਿਸਾਬ ਚੁਕਾਇਆ ਚਰਦਾ ਐਵੇਂ ਨਾ ਵੱਢਿਆ ਜਾਏ, ਪਿੰਡ ਵੇਰਿਆ ਫਿਰਦਾ। ਹਾਂ, ਖੌਫ ਹੋਣੀ ਦਾ ਟੰਗ ਆਏ ਨੇ, ਖੌਫ ਹੋਣੀ ਦਾ ਟੰਗ ਆਏ ਨੇ, ਬਾਣੇ ਕੇਸਰੀ ਰੰਗ ਆਏ ਨੇ, ਖੌਫ ਹੋਣੀ ਦਾ ਟੰਗ ਆਏ ਨੇ, ਬਾਣੇ ਕੇਸਰੀ ਰੰਗ ਆਏ ਨੇ, ਚੌਂਕ ਚਾਂਦਨੀ ਲੰਘ ਆਏ ਨੇ, ਚੌਂਕ ਚਾਂਦਨੀ ਲੰਘ ਆਏ ਨੇ, ਧੰਨੇ ਭਗਤ ਨੇ ਜਾਗੋ ਗਾਉਂਦੇ, ਧੰਨੇ ਭਗਤ ਨੇ ਜਾਗੋ ਗਾਉਂਦੇ, ਗੀਤ ਹੋਰ ਨਾ ਗਾਈਂਦੇ। ਤਾਂ ਹਾਂ, ਤਾਨਾਸ਼ਾਹ ਹਿਟਲਰ ਦੇ ਭਾਈ, ਤਾਨਾਸ਼ਾਹ ਹਿਟਲਰ ਦੇ ਭਾਈ, ਦਿੱਲੀ ਦੇ ਧਨਾੜ ਜਵਾਈ, ਤਾਨਾਸ਼ਾਹ ਹਿਟਲਰ ਦੇ ਭਾਈ, ਦਿੱਲੀ ਦੇ ਧਨਾੜ ਜਵਾਈ, ਬੱਕਰੇ ਨੂੰ ਹੱਥ ਪਾਉਣ ਕਸਾਈ, ਇੱਕ ਬੱਕਰਾ ਸਦਨੇ ਨੂੰ ਕਹਿੰਦਾ, ਬੱਕਰੇ ਨੂੰ ਹੱਥ ਪਾਉਣ ਕਸਾਈ, ਇੱਕ ਬੱਕਰਾ ਸਦਨੇ ਨੂੰ ਕਹਿੰਦਾ, ਭੁੱਲਿਆ ਕਿੱਧਰ ਫਿਰਦਾ, ਪਿੰਡ ਵੇਰਿਆ ਫਿਰਦਾ ਐਵੇਂ ਨਾ ਵੱਢਿਆ। ਬਹੁਤ ਖੂਬ ਸ਼੍ਰੀ ਸੰਤ ਸੰਧੂ ਜੀ। ਸੋ ਸਟੇਟ ਨੂੰ ਸਿੱਧਾ ਚੈਲੰਜ, ਨਾਬਰੀ ਬਗਾਵਤ ਰੈਜ਼ਿਸਟੈਂਸ, ਜ਼ਮਾਨਤ ਕਰਾ ਦਿਆਂ। ਅਸੀਂ ਤਾਂ ਖੋਣੀ ਹੈ ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ, ਭਲੇ ਲੱਗਣ ਲਈ ਅਸੀਂ ਹੁਣ ਵੈਣ ਨਹੀਂ ਪਾਉਣੇ। ਸੋ ਇਹ ਬਗਾਵਤ ਆ। ਸੋ ਅਸੀਂ ਇਸ ਕਵੀ ਦਰਬਾਰ ਦੇ ਅੰਤਮ ਪਹੁੰਚ ਚੁੱਕੇ ਹਾਂ ਤੇ ਅੰਤਮ ਪੜਾਅ ਤੇ ਹਾਂਜੀ
ਸੋ ਇਸ ਕਵੀ ਦਰਬਾਰ ਦੇ ਵਿੱਚ ਸਾਡੇ ਪ੍ਰਿੰਸੀਪਲ ਮੈਡਮ ਸਾਨੂੰ ਮੁਖਾਤਿਬ ਕਰਨਗੇ ਆਪਣੀਆਂ ਕਵਿਤਾਵਾਂ ਦੇ ਰੂਪ ਵਿੱਚ। ਨਹੀਂ ਮੈਮ, ਅਸੀਂ ਹਾਂਜੀ, ਤੁਹਾਡੀ ਕੰਟਰੀਬਿਊਸ਼ਨ ਅਧੂਰੀ ਰਹੇਗੀ ਜੇ ਤੁਸੀਂ ਕਵਿਤਾ ਨਹੀਂ ਸੁਣਾਉਂਦੇ ਇਸ ਕਵੀ ਦਰਬਾਰ ਵਿੱਚ। ਨਹੀਂ ਮੈਮ, ਵੈਲਕਮ ਮੈਮ। ਮੈਂ ਪਹਿਲਾਂ ਹੀ ਕਹਿ ਦਿਆਂ ਕਿ ਮੈਂ ਬੈਠੀ ਸੁਣ ਰਹੀ ਸੀ ਜਦੋਂ ਸਾਰਿਆਂ ਨੂੰ, ਤੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਰਹੀ ਸੀ। ਕਵਿਤਾ ਲਿਖਣੀ ਸ਼ੁਰੂ ਕੀਤੀ ਤੇ ਕੁਝ ਹੁਣ ਕਵਿਤਾ ਕਿਸਾਨ ਅੰਦੋਲਨ ਦੇ ਵਿੱਚ ਕਵਿਤਾ ਨਹੀਂ ਹੈ, ਅਸਲ ਵਿੱਚ ਸਿਰਫ ਮੇਰੇ ਜਜ਼ਬਾਤ ਹੈ ਕਿ ਜਦੋਂ ਮੈਂ ਇਮੋਸ਼ਨਲ ਹੋ ਜਾਂਦੀ ਹਾਂ ਜਾਂ ਮੈਂ ਰੋ ਲੈਂਦੀ ਹਾਂ ਤੇ ਜਾਂ ਮੈਂ ਕਵਿਤਾ ਕੁਝ ਕਾਗਜ਼ ਕਾਲੇ ਕਰ ਲੈਂਦੀ ਹਾਂ। ਬਸ ਦੋ ਹੀ ਕੰਮ ਹੈ ਮੇਰੇ ਕੋਲ। ਮਾਫੀ ਪਹਿਲਾਂ ਹੀ ਮੈਂ ਮੰਗ ਰਹੀ ਹਾਂ ਕਿ ਮੇਰੀ ਕਵਿਤਾ ਨਹੀਂ ਹੈ। ਮੇਰੀ ਕਵਿਤਾ ਦਾ ਸਿਰਲੇਖ ਹੈ ਧਰਤੀ ਦੇ ਪੁੱਤਰ ਧੀਆਂ ਨੂੰ ਸਲਾਮ। ਭਾਣੇ ਅੰਦਰ ਸੰਵੇਦਨਾ ਸੰਗ ਲਰਜ਼ਦੇ, ਦਿੱਲੀ ਦੇ ਬੂਹੇ ਜ਼ਾਲਮਾਂ ਦੇ ਜੂਹੇ, ਸ਼ਹਾਦਤਾਂ ਦੇ ਪੋਹ ਮਹੀਨੇ, ਪੱਕੇ ਪੈਰੀਂ ਨੰਗੇ ਧੜ, ਸੀਸ ਤਲੀ ਤੇ ਟਿਕਾ ਤੁਰਦੇ ਸੂਰਮਿਓ, ਜ਼ਬਰ ਤੇ ਜ਼ੁਲਮ ਨਾਲ ਖਹਿੰਦਿਓ, ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਵਾਲੇ ਬਹਾਦਰੋ, ਰਾਜ ਹੱਟ ਨੂੰ ਲਲਕਾਰ ਦਿਓ, ਆਪਣੇ ਹੀ ਲਹੂ ਨਾਲ ਅੰਦੋਲਨ ਨੂੰ ਪਾਲਦੇ, ਉਸਾਰਦੇ, ਸਿੰਜਦੇ, ਸ਼ਹਾਦਤਾਂ ਦੇ ਜਾਮ ਪੀਣ ਵਾਲਿਓ, ਹਮ ਸਫਰਾਂ ਦੀਆਂ ਯਾਦਾਂ ਨੂੰ ਸੰਭਾਲਦੇ ਜਾਂਬਾਜ਼ੋ। ਬਹੁਤ ਅਫਸੋਸ ਹੋ ਰਿਹਾ ਸੀ ਮੈਨੂੰ ਜਿਸ ਦਿਨ ਮੈਂ ਇਹ ਕਵਿਤਾ ਲਿਖੀ ਕਿ ਕਿਸ ਤਰ੍ਹਾਂ ਸਾਥੀ ਉਸ ਅੰਦੋਲਨ ਦੇ ਵਿੱਚ ਸ਼ਹੀਦੀਆਂ ਪਾ ਰਹੇ ਔਰ ਕਿਸ ਤਰ੍ਹਾਂ ਸੂਰਮੇ ਉਹਨਾਂ ਨੂੰ ਸੰਭਾਲ ਰਹੇ ਔਰ ਕਿਸ ਤਰ੍ਹਾਂ ਇੱਕ ਜਜ਼ਬਾ ਹੈ ਅੰਦਰ ਕਿ ਲੜਨਾ ਵੀ ਹੈ ਔਰ ਆਪਣੇ ਜਾ ਰਹੇ ਸਾਥੀਆਂ ਨੂੰ ਕਿੱਦਾਂ ਵਿਦਾਇਗੀ ਵੀ ਦੇਣੀ ਹੈ। ਉਸ ਵੇਲੇ ਬੜੀ ਇਮੋਸ਼ਨਲ ਹੋ ਕੇ ਮੈਂ 2-4 ਲਾਈਨਾਂ ਲਿਖੀਆਂ ਸੀ। ਹਮ ਸਫਰਾਂ ਦੀਆਂ ਯਾਦਾਂ ਨੂੰ ਸੰਭਾਲਦੇ ਜਾਂਬਾਜ਼ੋ, ਪੁਲਿਸ ਦੀਆਂ ਡਾਂਗਾਂ ਖਾ ਕੇ ਵੀ ਉਹਨਾਂ ਨੂੰ ਲੰਗਰ ਵਰਤਾਉਂਦੇ ਭਾਈ ਕਨ੍ਹਈਆ ਦੇ ਫਰਜ਼ੰਦੋ, ਸਹਿਜ ਪੰਥੀ ਦਰਿਆਓ, ਮੇਰੀ ਧਰਤੀ ਦੇ ਜਾਏ ਮੂੰਹ ਬੋਲੇ ਭਰਾਓ, ਬੇਬੇ ਪੰਜਾਬ ਕੌਰ ਦੇ ਲਾਡਲੇ ਪੁੱਤਰੋ, ਪੀੜ੍ਹੀਆਂ ਭਾਈਚਾਰਕ ਤੰਦਾਂ, ਫੁਲਕਾਰੀ ਜਿਹੇ ਨਵ ਪੰਜਾਬ ਨਵ ਇਤਿਹਾਸ ਦੇ ਸਿਰਜਕੋ, ਸੰਪੂਰਨ ਕ੍ਰਾਂਤੀ ਦਾ ਸੁਨੇਹਾ ਲੈ ਕੇ ਆਏ ਮੇਰੇ ਸ਼ੇਰ ਬੱਗਿਓ, ਤੁਹਾਡੇ ਸੰਗਰਾਮੀ ਅਮਲ ਨੇ ਭੁੱਲਿਆ ਵਿਸਰਿਆ ਇਤਿਹਾਸ ਮੁੜ ਸਜੀਵ ਕਰ ਦਿੱਤਾ ਹੈ। ਬਾਬੇ ਨਾਨਕ ਦੀਆਂ ਉਹਨਾਂ ਦਿਨਾਂ 'ਚ ਮੈਂ ਅੱਜ ਕੱਲ੍ਹ ਇੱਕ ਕਿਤਾਬ ਪੜ੍ਹ ਰਹੀ ਸੀ ਬਾਬੇ ਨਾਨਕ ਦੀਆਂ ਉਦਾਸੀਆਂ ਬਾਰੇ, ਜਿਹੜੀਆਂ ਬੜੀ ਪਿਆਰੀ ਮੰਡ ਸਾਹਿਬ ਦੀ ਕਿਤਾਬ ਹੈ, ਸ਼ਾਇਦ ਮੇਰੇ ਦਿਮਾਗ 'ਚੋਂ ਨਿਕਲ ਗਈ। ਔਰ ਮੈਂ ਸੋਚ ਰਹੀ ਸੀ ਕਿ ਬੋਲ ਬਰਦਾਨਿਆਂ ਪੜ੍ਹ ਰਹੀ ਸੀ ਉਹਨਾਂ ਦਿਨਾਂ 'ਚ ਮੈਂ, ਔਰ ਮੈਂ ਸੋਚ ਰਹੀ ਸੀ ਕਿ 5 ਉਦਾਸੀਆਂ ਦੀ ਗੱਲ ਅਸੀਂ ਕਰ ਦਿੰਦੇ ਹਾਂ, ਬੜੀ ਸਰਸਰੀ ਜੀ ਗੱਲ, ਔਰ ਉਸ ਇੱਕ ਸਤਰ ਨੂੰ ਪੜ੍ਹ ਕੇ ਮੈਨੂੰ ਲੱਗਦਾ ਕਿ ਮੈਂ ਰੋਈ ਹੋਵਾਂਗੀ, ਮੈਂ ਇਮੋਸ਼ਨਲ ਹੋਈ ਹੋਵਾਂਗੀ। ਇੱਦਾਂ ਬਾਬੇ ਨੇ ਇਸ ਤਰ੍ਹਾਂ ਨੰਗੇ ਪੈਰ ਸਾਡੇ ਲਈ ਕੁਰਬਾਨੀਆਂ ਕੀਤੀਆਂ ਔਰ ਮੈਨੂੰ ਲੱਗਿਆ ਕਿ ਉਹ ਸਾਰਾ ਇਤਿਹਾਸ ਇੱਕ ਵਾਰੀ ਫਿਰ ਅੱਖਾਂ ਦੇ ਅੱਗੇ ਆ ਗਿਆ। ਬਾਬੇ ਨਾਨਕ ਦੀਆਂ ਉਦਾਸੀਆਂ ਨੂੰ ਮੈਂ ਜਦ ਵੀ ਕਿਆਸਿਆ, ਮੇਰੀ ਸੋਚ ਦੇ ਪੈਰੀਂ ਛਾਲੇ ਪਏ। ਸ਼ਾਂਤੀ ਦੇ ਪੁੰਜ ਨੂੰ ਰਾਵੀ ਕੰਢੇ ਜਦ ਕਦੇ ਤੱਤੀ ਤਵੀ ਤੇ ਚਿਤਵਿਆ, ਕਈ ਦਿਨ ਮੈਂ ਭੱਠੀ 'ਚ ਝੁਲਸਦੀ ਰਹੀ। ਸੀਸਗੰਜ ਵਾਲਾ ਚਾਂਦਨੀ ਚੌਂਕ ਲੱਖ ਚਾਹੁਣ ਤੇ ਵੀ ਮੇਰੇ ਲਈ ਚਾਨਣ ਦਾ ਚੁਰਸਤਾ ਨਾ ਬਣ ਸਕਿਆ। ਚਮਕੌਰ ਦੀ ਗੜੀ ਹੋਵੇ ਜਾਂ ਸਰਹੰਦੀ ਖੂਨੀ ਕੰਧ ਵਿੱਚ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹਾਦਤ, ਰੌਸ਼ਨ ਇਬਾਰਤ ਜਦ ਵੀ ਪੜ੍ਹੀ ਸੁਣੀ, ਢਾਹਾਂ ਮਾਰ ਕੇ ਰੂਹ ਕੁਰਲਾਈ। 47 ਦੇ 10 ਲੱਖ ਜ਼ਖਮ, 84 ਦਾ ਬਲਦਾ ਨਸੂਰ, ਮੈਨੂੰ ਪੁੱਛਦਾ ਹੈ ਅਨੇਕ ਸਵਾਲ, ਪੰਜਾਬ ਨੂੰ ਹੀ ਕਿਉਂ ਝੱਲਣੇ ਪਏ ਇਹ ਸਾਰੇ ਨਸੂਰ। ਗੁਰ ਫਰਮਾਇਆ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ, ਬੇਗਾਨਗੀ ਦਾ ਬੂਟਾ ਉਗਦਾ ਸਰਹੱਦਾਂ ਤੇ, ਸਾਡੇ ਹੀ ਪੁੱਤ ਕਿਉਂ ਮਰਨ, ਸੂਲੀਆਂ ਤੇ ਸਾਡੇ ਹੀ ਸੂਰਜ ਕਿਉਂ ਚੜ੍ਹਨ। ਇਹੀ ਤਾਂ ਸਵਾਲ ਸਨ ਜਿਨ੍ਹਾਂ ਨੂੰ ਤੁਸੀਂ ਜਵਾਬ ਦਿੱਤੇ ਬਲਦੇ ਹੱਥਾਂ ਨਾਲ। ਵਕਤ ਦੇ ਵਰਕੇ ਲਿਖਦਿਆਂ ਸੱਚ ਪੁੱਛੋ, ਤੁਹਾਡੀ ਪਾਰਦਰਸ਼ੀ ਨਜ਼ਰ ਤੋਂ, ਰੁੱਖਾਂ ਵਾਲੀ ਜਰਾਂਦ ਤੋਂ, ਲਸਾਨੀ ਸਬਰ ਸਿਦਕ ਤੇ ਦਲੇਰੀ ਤੋਂ, ਮੇਰੇ ਬਾਬਲੋ, ਮਾਤਾਓ, ਭੈਣੋ ਤੇ ਭਰਾਓ, ਕੁਰਬਾਨ ਹੋਣ ਨੂੰ ਜੀ ਕਰਦਾ, ਸੱਚੀ ਕੁਰਬਾਨ ਹੋਣ ਨੂੰ ਜੀ ਕਰਦਾ। ਸਹਿਆਂ ਫਤਵਿਆਂ ਤੋਂ ਬਾਅਦ ਵੀ ਦਸਤਾਰ, ਰਫਤਾਰ ਤੇ ਗੁਫਤਾਰ ਦੀ ਕਲਗੀ ਚਮਕੀ। ਅੱਜ ਜੋ ਸ਼ਨਾਖਤ ਹੋਈ ਇਹ ਮਾਨ ਸਨਮਾਨ, ਮਾਨਸਿਕ ਬਿਮਾਰ, ਝੂਠੇ ਤੇ ਮਕਾਰ,
ਲੂੰਬੜ ਚਾਲ ਸਿਆਸਤਦਾਨਾਂ ਨੂੰ ਕਿਰਤ ਤੇ ਸਿਰ ਦੇ ਹਥੌੜੇ ਨਾਲ ਚਿੱਤ ਕਰੇਗਾ। ਮੇਰੇ ਹੀਰਿਓ ਪੁੱਤਰੋ ਧੀਓ, ਮੇਰੇ ਹੀਰਿਓ ਪੁੱਤਰੋ ਧੀਓ, ਚੁੰਨੀਓ ਦਸਤਾਰੋ ਬਰਖੁਰਦਾਰੋ, ਲੋਕਤਾ ਦਾ ਹੜ ਭਰ ਰਿਹਾ ਗਵਾਹੀ, ਲੋਕਤਾ ਦਾ ਹੜ ਭਰ ਰਿਹਾ ਗਵਾਹੀ, ਇਸ ਹੱਕੀ ਸੰਗਰਾਮ ਨੂੰ ਤੁਸੀਂ ਇਖਲਾਕੀ ਤੌਰ ਤੇ ਜਿੱਤ ਚੁੱਕੇ ਹੋ। ਜਿੱਤ ਦਾ ਬਸ ਐਲਾਨ ਬਾਕੀ ਹੈ। ਕੁੱਲ ਆਲਮ ਉਸ ਨਵੇਂ ਨਕੋਰ ਸੂਰਜ ਨੂੰ ਉਦੇ ਹੁੰਦਾ ਦੇਖਣ ਲਈ ਬੇਕਰਾਰ ਹੈ, ਨਵੇਂ ਸੂਰਜ ਨੂੰ ਦੇਖਣ ਲਈ ਬੇਕਰਾਰ ਹੈ। ਸ਼ੁਕਰੀਆ ਬਹੁਤ ਬਹੁਤ। ਇੱਕ ਵਾਰੀ ਮੈਂ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ, ਔਰ ਨਾਲ ਹੀ ਮੇਰੀ ਗੁਜ਼ਾਰਿਸ਼ ਹੈ ਕਿ ਚਾਹ ਦੇ ਕੱਪ ਲਈ ਅਸੀਂ ਸਾਰੇ ਇਕੱਠੇ ਹੋਵਾਂਗੇ। ਸ਼ੁਕਰੀਆ ਬਹੁਤ ਬਹੁਤ। ਬਹੁਤ ਸ਼ੁਕਰੀਆ ਮੈਮ। ਸੋ ਹੁਣ ਅਸੀਂ ਆਏ ਹੋਏ ਮਹਿਮਾਨਾਂ ਨੂੰ ਲਗਾਤਾਰ ਇਹ ਜਨਮ ਤੁਹਾਰੇ ਲੇਖੇ ਔਰ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਡਾਇਰੈਕਸ਼ਨ ਦੇ ਵਿੱਚ